ਜਿਵੇਂ ਕਿ ਪ੍ਰੋਮਿਸ ਕੀਤਾ ਸੀ ਤੁਹਾਨੂੰ ਕਿਸੇ ਐਬਸੋਲੂਟ ਦੇਸੀ ਅਦਾਕਾਰ ਕਲਾਕਾਰ ਦੇ ਨਾਲ ਮਿਲਾਵਾਂਗੇ। ਸੋ ਅੱਜ ਸਾਡੇ ਨਾਲ ਇੱਥੇ ਸਾਡੇ ਗੈਸਟ ਮੌਜੂਦ ਨੇ, ਉਹਨਾਂ ਦੀ ਤਾਰੀਫ ਦੇ ਵਿੱਚ ਕੁਝ ਕਹਿ ਦੇਣਾ ਚਾਹੁੰਦਾ। ਉਹ ਰਾਈਟਰ ਵੀ ਨੇ ਤੇ ਰੂਹ ਤੋਂ ਅਗਰ ਕਹੀਏ ਐਕਟਰ ਤੇ ਸਿੰਗਰ ਵੀ ਨੇ। ਟਾਈਮ ਬਹੁਤ ਅੱਗੇ ਵੱਧ ਗਿਆ, ਮॉडर्नाइज ਹੋ ਗਏ ਅਸੀਂ, ਬਟ ਫਿਰ ਵੀ ਅੱਜ ਆਪਣੇ ਆਪ ਨੂੰ ਐਬਸੋਲੂਟ ਦੇਸੀ ਕਿਵੇਂ ਮੰਨਦੇ ਹੋ? मैं अपने आप को देसी इस करके मनता है कि 32 साल हो चले चंडीगढ़ रहंदे और 35-36 साल हो गए पिंड छड्डिया। लेकिन अज भी जिहड़े मैनूं रात नूं सुपने आउंदे आ ना, वो पिंड दियां ओही गलियां दे, ओही छप्पड़ां दे, ओही आले दुआले दे आंदे। तक मैनूं चंडीगढ़ दा कोई सपना नहीं आया। ਜਿਵੇਂ ਕਿ ਵਾਮਿਕਾ ਨੇ ਇੰਨਾ ਨਾਮ ਕਮਾਇਆ ਅਦਾਕਾਰੀ ਦੇ ਵਿੱਚ ਔਰ ਹੁਣ ਵੀ ਕੰਟੀਨਿਊ ਹੈ। ਅਤੇ ਉਸ ਟਾਈਮ ਦੇ ਵਿੱਚ ਜਦੋਂ ਬੱਚੇ ਦੇ ਨਾਮ ਤੋਂ ਪਹਿਚਾਨਿਆ ਜਾਵੇ ਤਾਂ ਪ੍ਰਾਊਡ ਫੀਲਿੰਗ ਵੀ ਆਉਂਦੀ ਹੈ, ਬਟ ਸਮ ਟਾਈਮ ਤੁਸੀਂ ਖੁਦ ਆਰਟਿਸਟ ਹੋ, ਤੁਹਾਨੂੰ ਜ਼ਿਆਦਾ ਹੀ ਕੋਈ ਇਹ ਕਹਿਣ ਲੱਗ ਜੇ ਕਿ ਵਾਮਿਕਾ ਦੇ ਪਾਪਾ ਨੇ, ਵਾਮਿਕਾ ਦੇ ਪਾਪਾ ਨੇ। ਵਾਮਿਕਾ ਸਾਹਮਣੇ ਤੇ ਮੈਂ ਅਗਰ ਅਸੀਂ ਪਪੂਲੈਰਿਟੀ ਦੀ ਗੱਲ ਕਰੀ ਤਾਂ ਉਹਦੇ ਸਾਹਮਣੇ ਤੇ ਮੈਂ ਬੋਣਾ ਤੇ ਨਹੀਂ ਕਹਾਂਗਾ, ਛੋਟਾ ਹੈਗਾ। ਲੇਕਿਨ ਮੈਨੂੰ ਥੋੜ੍ਹਾ ਜਿਹਾ ਕਦੇ ਕਦੇ ਬੁਰਾ ਲੱਗਦਾ ਜਦੋਂ ਕਹਿੰਦੇ ਵੀ ਆ ਇਹਨਾਂ ਨੂੰ ਮਿਲੋ ਜੀ, ਆ ਗੋਵਰਧਨ ਗੱਬੀ ਦੇ ਨਾਲ ਹੀ ਬੋਲ ਦਿੰਦੇ ਆ ਵਾਮਿਕਾ ਗੱਬੀ ਦੇ ਡੈਡੀ ਹੈ। ਇਹ ਘੱਟ ਕਹਿੰਦੇ ਆ ਵੀ ਵਾਮਿਕਾ ਗੱਬੀ ਇਹਨਾਂ ਦੀ ਬੇਟੀ ਹੈ, ਵਾਮਿਕਾ ਗੱਬੀ ਦੇ ਡੈਡੀ ਹੈ। ਐਬਸੋਲੂਟ ਦੇਸੀ ਮੁੰਡਾ ਪਿੱਛੇ ਨਹੀਂ ਉਹ ਹਟਦਾ, ਇੰਚ ਸਾਡਾ ਏ ਉੱਚਾ ਬੱਲੀਏ ਛੇਤੀ ਦਿਲ ਨਹੀਂ ਹਰਦਾ। ਉਹ ਮੈਂ ਕਿਹਾ ਮੈਂ ਐਬਸੋਲੂਟ ਦੇਸੀ, ਮੈਂ ਕਿਹਾ ਮੈਂ ਲੋਈ ਅਖਤਰ ਸ਼ੇਖਰ ਰਾਏ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਸ਼ੇਖਰ ਰਾਏ। ਸ਼ੋਅ ਸ਼ੁਰੂ ਹੋ ਚੁੱਕਿਆ ਐਬਸੋਲੂਟ ਦੇਸੀ। ਸੋ ਅੱਜ ਜਿਵੇਂ ਕਿ ਪ੍ਰੋਮਿਸ ਕੀਤਾ ਸੀ ਤੁਹਾਨੂੰ ਕਿਸੇ ਐਬਸੋਲੂਟ ਦੇਸੀ ਅਦਾਕਾਰ ਕਲਾਕਾਰ ਦੇ ਨਾਲ ਮਿਲਾਵਾਂਗੇ। ਸੋ ਅੱਜ ਸਾਡੇ ਨਾਲ ਇੱਥੇ ਸਾਡੇ ਗੈਸਟ ਮੌਜੂਦ ਨੇ, ਉਹਨਾਂ ਦੀ ਤਾਰੀਫ ਦੇ ਵਿੱਚ ਕੁਝ ਕਹਿ ਦੇਣਾ ਚਾਹੁੰਦਾ। ਉਹ ਰਾਈਟਰ ਵੀ ਨੇ ਤੇ ਰੂਹ ਤੋਂ ਅਗਰ ਕਹੀਏ ਐਕਟਰ ਤੇ ਸਿੰਗਰ ਵੀ ਨੇ। ਰਾਈਟਰ ਦੇ ਨਾਮ ਦੇ ਉੱਤੇ ਉਹਨਾਂ ਨੂੰ ਬਹੁਤ ਲੋਕ ਜਾਣਦੇ ਨੇ, ਪਰ ਹੁਣ ਜਾਣਨਾ ਇਹ ਵੀ ਸ਼ੁਰੂ ਕਰ ਚੁੱਕੇ ਨੇ ਕਿ ਕਿਤੇ ਉਹਨਾਂ ਦੇ ਅੰਦਰ ਇੱਕ ਅਦਾਕਾਰ ਵੀ ਛੁਪਿਆ ਹੋਇਆ ਔਰ ਇੱਕ ਗਾਇਕ ਵੀ ਛੁਪਿਆ ਹੋਇਆ। ਸੋ ਮੈਂ ਇਨਵਾਈਟ ਕਰਨਾ ਚਾਹੁੰਦਾ, ਮੇਰੇ ਨਾਲ ਬੈਠੇ ਨੇ ਗੋਵਰਧਨ ਗੱਬੀ ਜੀ। ਬਹੁਤ ਬਹੁਤ ਸਵਾਗਤ ਹੈ ਸਰ। ਸਤਿ ਸ਼੍ਰੀ ਅਕਾਲ। ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਸਰ। ਥੈਂਕ ਯੂ। ਔਰ ਜਿਵੇਂ ਮੈਂ ਕਿਹਾ ਕਿ ਰੂਹ ਤੋਂ ਅਦਾਕਾਰ ਤੇ ਗਾਇਕ, ਇਹ ਅੱਜ ਜਿਹੜੀ ਰੂਹ ਦੀ ਕਲਾ ਹੈਗੀ ਹੈ ਉਹ ਲੋਕੀ ਦੇਖਣ ਵੀ ਲੱਗ ਗਏ ਨੇ। ਮੈਂ ਸਰ ਦੱਸ ਦੇਣਾ ਚਾਹੁੰਦਾ ਕਿ ਸਰ ਨੇ ਆਪਣਾ YouTube ਚੈਨਲ ਸ਼ੁਰੂ ਕੀਤਾ, ਉਹਦੇ ਉੱਤੇ ਆਪਣੀ ਗਾਇਕੀ ਵੀ ਪੇਸ਼ ਕਰ ਰਹੇ ਨੇ, ਉਹਦੇ ਨਾਲ ਆਪਣੀ ਅਦਾਕਾਰੀ ਵੀ ਪੇਸ਼ ਕਰ ਰਹੇ ਨੇ। ਪਰ ਜ਼ਿਆਦਾਤਰ ਜਿਹੜੇ ਲੋਕੀ ਦੇਖ ਰਹੇ ਨੇ ਉਹ ਜਾਣਦੇ ਵੀ ਨੇ, ਪਹਿਚਾਣਦੇ ਵੀ ਨੇ। ਸੋ ਰਾਈਟਰ ਦੇ ਤੌਰ ਦੇ ਉੱਤੇ ਸਰ ਬਹੁਤ ਨਾਮ ਕਮਾਇਆ। ਔਰ ਸਭ ਤੋਂ ਪਹਿਲਾ ਸਵਾਲ ਮੈਂ ਤੁਹਾਡੇ ਤੋਂ ਇੱਕ ਤੁਹਾਡੇ ਪਰਸਨਲ ਤੌਰ ਦੇ ਉੱਤੇ ਕਰਨਾ ਚਾਹੁੰਦਾ, ਉਸ ਤੋਂ ਬਾਅਦ ਆਪਾਂ ਬਾਕੀ ਚੀਜ਼ਾਂ ਦੇ ਉੱਤੇ ਜਾਵਾਂਗੇ। ਸ਼ੋਅ ਦਾ ਨਾਮ ਹੈਗਾ ਐਬਸੋਲੂਟ ਦੇਸੀ। ਸੋ ਸਾਡੇ ਗੈਸਟ ਨੂੰ ਇਹ ਦੱਸਣਾ ਪੈਂਦਾ ਕਿ ਭਾਵੇਂ ਟਾਈਮ ਬਹੁਤ ਅੱਗੇ ਵੱਧ ਗਿਆ, ਮॉडर्नाइज ਹੋ ਗਏ ਅਸੀਂ, ਬਟ ਫਿਰ ਵੀ ਅੱਜ ਆਪਣੇ ਆਪ ਨੂੰ ਐਬਸੋਲੂਟ ਦੇਸੀ ਕਿਵੇਂ ਮੰਨਦੇ ਹੋ? ਮੈਂ ਆਪਣੇ ਆਪ ਨੂੰ ਦੇਸੀ ਇਸ ਕਰਕੇ ਮੰਨਦਾ ਹੈ ਕਿ 32 ਸਾਲ ਹੋ ਚਲੇ ਚੰਡੀਗੜ੍ਹ ਰਹਿੰਦੇ ਆ ਜੀ ਔਰ 35-36 ਸਾਲ ਹੋ ਗਏ ਪਿੰਡ ਛੱਡਿਆ। ਲੇਕਿਨ ਅੱਜ ਵੀ ਜਿਹੜੇ ਮੈਨੂੰ ਰਾਤ ਨੂੰ ਸੁਪਨੇ ਆਉਂਦੇ ਆ ਨਾ, ਉਹ ਪਿੰਡ ਦੀਆਂ ਉਹੀ ਗਲੀਆਂ ਦੇ, ਉਹੀ ਛੱਪੜਾਂ ਦੇ, ਉਹੀ ਆਲੇ ਦੁਆਲੇ ਦੇ ਆਉਂਦੇ। ਤੱਕ ਮੈਨੂੰ ਚੰਡੀਗੜ੍ਹ ਦਾ ਕੋਈ ਸੁਪਨਾ ਨਹੀਂ ਆਇਆ। ਕੀ ਬਾਤ ਹੈ। ਮਤਲਬ ਅਸੀਂ ਜਿਹੜੇ ਪਿੰਡਾਂ ਦੇ ਰਹਿਣ ਵਾਲੇ ਆ ਨਾ, ਉਹ ਸ਼ਹਿਰੀ ਹੋਣ ਦੇ ਬਾਵਜੂਦ ਅਸੀਂ ਆਪਣੇ ਦਿਲ 'ਚ ਆਪਣਾ ਪਿੰਡ ਵਸਾਈ ਰੱਖਦੇ ਹਾਂ ਔਰ ਉਹ ਵਸਦਾ ਰਹਿਣਾ ਵੀ ਚਾਹੀਦਾ, ਕਿਉਂਕਿ ਜੇ ਤੁਸੀਂ ਆਪਣਾ ਅਤੀਤ ਜਾਂ ਆਪਣਾ ਪਿਛੋਕੜ ਭੁੱਲਦੇ ਹੋ ਜੀ, ਤਾਂ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਆਪਣੇ ਅਤੀਤ ਜਾਂ ਪਿਛੋਕੜ ਨਾਲ ਚਿੰਬੜ ਜਾਓ। ਚਿੰਬੜਨਾ ਥੋੜ੍ਹਾ ਜਿਹਾ ਉਨਾ ਅੱਛਾ ਨਹੀਂ ਹੁੰਦਾ, ਪਰ ਭੁਲਾਉਣਾ ਉਸ ਤੋਂ ਜ਼ਿਆਦਾ ਖਤਰਨਾਕ ਹੈ। ਚਿੰਬੜਨਾ ਹੁੰਦਾ ਕਿ ਤੁਸੀਂ ਹਰ ਜਗ੍ਹਾ 'ਤੇ ਰੋਣਾ ਰੋਈ ਜਾਓ, ਉਹ ਵੀ ਨਹੀਂ। ਪਰ ਤੁਸੀਂ ਕਹੋਗੇ ਮੈਂ ਤਾਂ ਪਿੰਡ ਦਾ ਹੈ ਹੀ ਨਹੀਂ ਜੀ, ਮੈਂ ਤਾਂ ਪਹਿਲਾਂ ਗਰੀਬੀ ਦਾਵਾ ਦੇਖਿਆ ਹੀ ਨਹੀਂ ਜੀ, ਅਸੀਂ ਤਾਂ ਜੰਮੇ ਹੀ ਇੱਦਾਂ ਜੀ, ਉਹ ਵੀ ਠੀਕ ਨਹੀਂ ਹੈ। ਸੋ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਅਸੀਂ ਪਿੰਡਾਂ ਦੇ ਰਹਿਣ ਵਾਲੇ ਆ, ਉਹ ਅਸੀਂ ਪਿੰਡ ਨੂੰ ਨਹੀਂ ਭੁਲਾ ਸਕਦੇ। ਇਸ ਜਨਮ ਵਿੱਚ ਤਾਂ ਨਹੀਂ, ਅਗਲੇ ਜਨਮ ਵਿੱਚ ਦੇਖਾਂਗੇ, ਪਰ ਇਸ ਜਨਮ 'ਚ ਨਹੀਂ ਭੁਲਾਇਆ ਜਾ ਸਕਦਾ। ਕਿਉਂਕਿ ਪਿੰਡ ਦੇ ਵਿੱਚ ਹੁਣ ਮੈਨੂੰ ਅਜੇ ਕੱਲ੍ਹ ਪਰਸੋਂ ਥੋੜ੍ਹੇ ਦਿਨ ਪਹਿਲਾਂ 57th ਈਅਰ ਲੱਗਿਆ ਉਮਰ ਦਾ। ਸੋ ਮੈਨੂੰ ਲੱਗਦਾ ਕਿ ਜਿਹੜੀ ਸਾਡੀ ਪੀੜ੍ਹੀ ਦੇ ਲੋਕੀ ਹੈ ਜਿਹੜੇ ਪਿੰਡਾਂ 'ਚ ਹੈ ਜੀ, ਅਤੇ ਜਿਹੜੇ ਅੱਜ ਦੇ ਪੀੜ੍ਹੀ ਦੇ ਲੋਕੀ ਹੈ ਜਾਂ ਅੱਜ ਦੇ ਪੀੜ੍ਹੀ ਦੀ ਜਿਹੜੀ ਨਵੀਂ ਪੀੜ੍ਹੀ ਹੈ ਜਿਹੜੀ, ਉਹਦੇ 'ਚ ਬੜਾ ਜ਼ਮੀਨ ਅਸਮਾਨ ਦਾ ਫਰਕ ਹੈ ਜੀ। ਸੋ ਅਸੀਂ 60ਵਿਆਂ 'ਚ ਜੰਮੇ ਹੈ, 70-80 ਦੇਖ ਕੇ 90 ਤੋਂ ਬਾਅਦ ਇੱਕ ਬਹੁਤ ਵੱਡਾ ਚੇਂਜ ਆਇਆ। ਮਤਲਬ ਜਿਹੜਾ ਸਮਾਂ ਹੈ ਨਾ, ਉਹ ਇੰਨੀ ਤੇਜ਼ ਗਤੀ ਨਾਲ ਦੌੜਿਆ ਹੈ
ਇੰਨੀ ਤੇਜ਼ ਗਤੀ ਨਾਲ ਬਦਲਿਆ, ਇੰਨੀ ਤੇਜ਼ ਗਤੀ ਨਾਲ ਵਿਕਾਸ ਹੋਇਆ, ਜਿਹਨੂੰ ਤੁਸੀਂ ਵਿਕਾਸ ਮਤਲਬ ਕਿ ਸਮਾਜਿਕ ਢਾਂਚਾ ਜਿਹੜਾ ਉਹ ਬਦਲਿਆ। ਉਹ ਪਹਿਲਾਂ ਨਹੀਂ ਹੁੰਦਾ ਸੀ, ਸਾਡੇ ਸਮਿਆਂ 'ਚ ਨਹੀਂ ਹੁੰਦਾ ਸੀ। ਪਹਿਲਾਂ ਬਦਲਾਵ ਨੂੰ ਆਉਣ ਲਈ 10-10 20-20 30-30 ਸਾਲ ਲੱਗਦੇ ਸੀਗੇ। ਹੁਣ ਬਦਲਾਵ ਸਵੇਰੇ ਹੋਰ ਹੁੰਦਾ, ਸ਼ਾਮ ਨੂੰ ਹੋਰ ਹੁੰਦਾ। ਤੁਸੀਂ ਜਿਹੜੀ ਫੈਸਿਲਿਟੀ ਸਵੇਰੇ ਤੁਹਾਨੂੰ ਕੋਈ ਮੋਬਾਈਲ ਮਿਲਦਾ ਹੈ, ਤੁਸੀਂ ਸਵੇਰੇ ਲੈ ਲਿਆ ਤੇ ਉਹ ਦੂਸਰੇ ਨੇ ਸ਼ਾਮ ਨੂੰ ਲਿਆ, ਸ਼ਾਮ ਵਾਲੇ ਕੋਲ ਜਿਹੜਾ ਆਏਗਾ ਉਸ ਦੀਆਂ ਜਿਹੜੀਆਂ ਫੀਚਰਸ ਹੈਗੇ ਉਹ ਸਵੇਰ ਵਾਲੇ ਕੋਲੋਂ ਜ਼ਿਆਦਾ ਹੋਣੇ। ਸਾਡੇ ਸਮੇਂ 'ਚ ਇਹ ਨਹੀਂ ਹੁੰਦਾ ਸੀ। ਸਾਡੇ ਸਮੇਂ 'ਚ 11 ਵਜੇ ਵਾਲੀ ਗੱਡੀ ਜਿਹੜੀ ਹੈ ਨਾ ਉਹ 20 ਕੁ ਸਾਲ ਆਉਂਦੀ ਰਹੀ ਹੈ। ਉਹ 11 ਵਜੇ ਹੀ ਆਉਂਦੀ ਰਹੀ ਹੈ, 11 ਵਜੇ ਆਉਂਦੀ ਰਹੀ ਹੈ, ਤੇ ਦੂਸਰੀ ਗੱਡੀ ਜਿਹੜੀ ਹੈ ਉਹ 2 ਵਜੇ ਹੀ ਵਾਪਸ ਜਾਂਦੀ ਰਹੀ ਹੈ। ਹੁਣ ਉਹ ਚੇਂਜ ਆ ਰਿਹਾ ਹੈ, ਆ ਚੁੱਕਾ ਹੈ, ਔਰ ਇਹਦਾ ਆਉਣਾ ਲਾਜ਼ਮੀ ਵੀ ਹੈ ਕਿਉਂਕਿ ਵਿਕਾਸ ਹੋਏ ਬਿਨਾਂ ਚੀਜ਼ਾਂ ਬਦਲ ਨਹੀਂ ਸਕਦੀਆਂ। ਔਰ ਇਦਾਂ ਦੀਆਂ ਸੱਚਾਈਆਂ ਜਿਹੜੀਆਂ ਸਰ ਤੁਸੀਂ ਆਪਣੇ ਜਿਹੜੇ ਰਾਈਟਿੰਗ ਦੇ ਵਿੱਚ ਦਿੰਦੇ ਰਹਿੰਦੇ ਹੋ, ਲੋਕਾਂ ਸਾਹਮਣੇ ਪੇਸ਼ ਕਰਦੇ ਰਹਿੰਦੇ ਹੋ। ਅੱਛਾ, ਇਹਦੇ ਨਾਲ ਹੀ ਮੈਨੂੰ ਇੱਕ ਕੁਐਸਚਨ ਆ ਰਿਹਾ ਸੀ, ਜਿਵੇਂ ਤੁਸੀਂ ਪੁਰਾਣੇ ਸਮੇਂ ਦੀ ਗੱਲ ਕੀਤੀ, ਰਾਈਟਿੰਗ ਇੱਕ ਇੱਦਾਂ ਦਾ ਕਰੀਅਰ ਸੀਗਾ ਜੋ ਪਹਿਲਾਂ ਦੇ ਸਮੇਂ ਦੇ ਵਿੱਚ ਵੀ ਬਹੁਤ ਸਟਰਗਲ ਦੇ ਵਿੱਚ ਚੱਲਿਆ, ਅੱਜ ਦੇ ਸਮੇਂ ਦੇ ਵਿੱਚ ਵੀ ਇਹ ਸਟਰਗਲ ਦੇ ਵਿੱਚ ਹੀ ਚੱਲ ਰਿਹਾ। ਔਰ ਕਿਤੇ ਨਾ ਕਿਤੇ ਲਾਈਮਲਾਈਟ ਜਿਹੜੀ ਹੈਗੀ ਹੈ ਉਹ ਰਾਈਟਰਸ ਨੂੰ ਬਹੁਤ ਘੱਟ ਮਿਲੀ ਹੈ, ਬਹੁਤ ਘੱਟ ਨਾਮ ਜਿਹੜੇ ਸਾਹਮਣੇ ਆਉਂਦੇ ਨੇ। ਚਲੋ ਰੱਬ ਦਾ ਸ਼ੁਕਰ ਹੈ ਕਿ ਤੁਹਾਡੇ ਨਾਮ ਨੂੰ ਲੋਕੀ ਜਾਣਦੇ ਆ, ਪਿਆਰ ਵੀ ਕਰਦੇ ਆ, ਪਰ ਇੱਦਾਂ ਦਾ ਕਰੀਅਰ ਚੁਣਨਾ ਸੋ ਜਾਂ ਇੱਦਾਂ ਦਾ ਰਾਹ ਚੁਣ ਲੈਣਾ, ਸੋ ਇਹ ਕਿਵੇਂ ਹੋਇਆ ਸਰ? ਮਤਲਬ ਇਹ ਨਹੀਂ ਤੁਸੀਂ ਇੱਕ ਤਾਂ ਜਿਹੜਾ ਕਰੀਅਰ ਸ਼ਬਦ ਬਦਲਿਆ ਉਹਨੂੰ ਨਾ ਬੋਲਿਆ, ਉਹਨੂੰ ਨਾ ਬੋਲੋ। ਠੀਕ ਹੈ। ਰਾਈਟਿੰਗ ਮੇਰਾ ਕਰੀਅਰ ਨਹੀਂ ਹੈ। ਕਰੀਅਰ ਉਹ ਹੁੰਦਾ ਜਿਹਦੇ ਸਿਰ ਤੋਂ ਤੁਸੀਂ ਰੋਟੀ ਖਾਂਦੇ ਹੋ, ਰੋਜ਼ੀ ਰੋਟੀ ਮਿਲਦੀ ਹੈ, ਤੁਸੀਂ ਆਪਣੇ ਬੱਚੇ ਪਾਲਦੇ ਹੋ। ਇਹ ਤਾਂ ਜਿਹੜਾ ਰਾਈਟਿੰਗ ਹੈਗਾ ਨਾ, ਇਹ ਤੇ ਘਰ ਫੂਕ ਤਮਾਸ਼ਾ ਦੇਖਣ ਵਾਲੀ ਗੱਲ ਹੁੰਦੀ ਹੈ। ਜਦੋਂ ਮੇਰੀ ਕਿਤਾਬ ਛਪਦੀ ਹੈ, ਪੈਸੇ ਦੇ ਕੇ ਛਪਦੀ ਹੈ ਕਿਤਾਬ, ਇੱਦਾਂ ਨਹੀਂ ਛਪਦੀ। ਤੇ ਜਦੋਂ ਮੈਂ ਕਿਤਾਬ ਆਪਣੇ ਕਿਸੇ ਰਿਸ਼ਤੇਦਾਰ ਨੂੰ ਜਾਂ ਵਾਕਫਕਾਰ ਨੂੰ ਦਿੰਦਾ ਹੈ ਤੇ ਮੈਂ ਕਹਿੰਦਾ ਜੀ ਆਹ ਕਿਤਾਬ ਮੇਰੀ ਛਪੀ ਹੈ, ਉਹ ਕਹਿੰਦੇ ਅੱਛਾ ਜੀ ਕਿਤਾਬ ਛਪੀ ਹੈ, ਤੇ ਨਾਲ ਹੀ ਪੁੱਛਦੇ ਆ ਕਿੰਨੇ ਕੁ ਪੈਸੇ ਕਮਾਏ। ਉਹਨਾਂ ਨੂੰ ਮੈਂ ਦੱਸਦਾ ਕਿ ਪੈਸੇ ਕਮਾਏ ਨਹੀਂ, ਇਹਦੇ ਉੱਪਰ 15-20 ਹਜ਼ਾਰ ਰੁਪਈਆ ਖਰਚਿਆ। ਉਹ ਕਹਿੰਦੇ ਫਿਰ ਮੈਨੂੰ ਕਿਉਂ ਦੇ ਰਹੇ ਹੋ ਤੁਸੀਂ? ਮੈਂ ਵੀ ਪੜ੍ਹਨ ਵਾਸਤੇ। ਕਹਿੰਦਾ ਮੈਂ ਤਾਂ ਪੜ੍ਹਦਾ ਹੀ ਨਹੀਂ। ਹੁਣ ਤੁਸੀਂ ਉਹਦੇ ਕੋਲੋਂ ਪੈਸੇ ਵੀ ਨਹੀਂ ਮੰਗ ਸਕਦੇ। ਸੋ ਕੁੱਲ ਮਿਲਾ ਕੇ ਰਾਈਟਿੰਗ ਕਰੀਅਰ ਨਹੀਂ ਹੈ, ਘੱਟੋ ਘੱਟ ਮੇਰੇ ਵਾਸਤੇ ਨਹੀਂ ਹੈ। ਪੰਜਾਬੀ ਸਾਹਿਤ ਦੇ ਵਿੱਚ ਬਹੁਤ ਘੱਟ ਲੋਕੀ ਹੋਏ ਆ, ਸੰਤੋਖ ਸਿੰਘ ਧੀਰ ਨੂੰ ਛੱਡ ਕੇ ਜਾਂ ਇੱਕ ਦੋ ਹੋਰ ਨੂੰ ਛੱਡ ਕੇ, ਜਿਹੜੇ ਕੁੱਲ ਵਕਤੀ ਲੇਖਕ ਰਹੇ ਹੈ। ਪਰ ਮੈਂ ਜਿੰਨਾ ਕੁ ਸੰਤੋਖ ਸਿੰਘ ਧੀਰ ਹੋਰਾਂ ਨੂੰ ਮਿਲਿਆ ਜਾਂ ਹੋਰ ਕੁਛ ਲੋਕਾਂ ਨੂੰ ਮਿਲਿਆ ਜਿਹੜੇ ਕੁੱਲ ਵਕਤੀ, ਵੈਸੇ ਮੇਰਾ ਜਿਹੜਾ ਕਿਸੇ ਨਾਲ ਵਾਹ ਵਾਸਤਾ ਪਿਆ ਉਹ ਸੰਤੋਖ ਸਿੰਘ ਧੀਰ ਤੋਂ ਇਲਾਵਾ ਕੋਈ ਮੈਂ ਨਹੀਂ ਰਾਈਟਰ ਜਾਣਦਾ ਜਿਹੜਾ ਸਿਰਫ ਰਾਈਟਿੰਗ ਦੇ ਸਿਰ 'ਤੇ ਹੀ ਉਹਨੇ ਆਪਣਾ ਜੀਵਨ ਜਾਪਨ ਕੀਤਾ ਹੋਵੇ, ਬੱਚੇ ਪਾਲੇ ਹੋਣ, ਰੋਜੀ ਰੋਟੀ ਖਾਧੀ ਹੋਵੇ। ਬਾਕੀ ਮੋਹਣ ਭੰਡਾਰੀ ਤੋਂ ਲੈ ਕੇ ਭੂਸ਼ਣ ਤੋਂ ਲੈ ਕੇ ਸ਼ਿਵ ਕੁਮਾਰ ਬਟਾਲਵੀ ਤੋਂ ਲੈ ਕੇ ਸਾਰਿਆਂ ਨੂੰ ਹੀ ਰੋਜ਼ੀ ਰੋਟੀ ਲਈ ਕੁਛ ਨਾ ਕੁਛ ਕਰਨਾ ਪਿਆ। ਸ਼ਿਵ ਬਟਾਲਵੀ ਬੈਂਕ 'ਚ ਨੌਕਰੀ ਕਰਦਾ ਸੀ, ਮੋਹਨ ਭੰਡਾਰੀ ਵਰਗੇ ਕਿਸੇ ਡਿਪਾਰਟਮੈਂਟ 'ਚ ਸਰਕਾਰੀ ਕੰਮ ਕਰਦੇ ਸੀ, ਭੂਸ਼ਣ ਵਰਗੇ ਲੈਕਚਰਰ ਲੱਗੇ ਸੀਗੇ। ਸੋ ਇਹ ਰਾਈਟਿੰਗ ਮੈਨੂੰ ਇਹ ਲੱਗਦਾ ਹੈ ਸ਼ੇਖਰ ਜੀ ਕਿ ਲਿਖਣਾ ਨਾ ਜਾਂ ਲੇਖਕ ਹੁੰਦਾ ਹੈ, ਲੇਖਕ ਬਣਾਇਆ ਨਹੀਂ ਜਾ ਸਕਦਾ। ਲੇਖਕ ਤਾਂ ਇਹ ਕੁਦਰਤੀ ਦੇਣ ਹੈ, ਨਹੀਂ ਇਹ ਕੁਦਰਤੀ ਹੈ। ਜੇ ਤੁਸੀਂ ਲੇਖਕ ਹੈਗੇ ਹੋ ਤੇ ਹੈਗੇ ਹੋ, ਤੁਹਾਨੂੰ ਤਰਾਸ਼ਿਆ ਤਾਂ ਜਾ ਸਕਦਾ ਹੈ, ਸਮਝਾਇਆ ਤਾਂ ਜਾ ਸਕਦਾ ਹੈ, ਜਾਂ ਤੁਸੀਂ ਸਿੱਖ ਸਕਦੇ ਹੋ, ਪਰ ਮੈਂ ਕਿਸੇ ਨੂੰ ਲੇਖਕ ਤੁਸੀਂ ਬਣਾਇਆ ਨਹੀਂ ਜਾ ਸਕਦਾ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਵੀ ਆ ਇੱਥੇ ਕਲਾਸਾਂ ਲਗਾ ਦਿਓ, ਜਿੱਦਾਂ ਕਈ ਜਗ੍ਹਾ 'ਤੇ ਬਾਹਰਲੇ ਦੇਸ਼ਾਂ 'ਚ ਵੀ ਦੇਖਿਆ ਕਿ ਲਿਟਰੇਚਰ ਦੀਆਂ ਵੀ ਕਲਾਸਾਂ ਲੱਗਦੀਆਂ, ਲੇਕਿਨ ਉਹਨਾਂ ਦੀਆਂ ਲੱਗਦੀਆਂ ਜਿਹੜੇ ਲੇਖਕ ਹੈਗੇ ਹੈ ਉਹਨਾਂ ਨੂੰ ਸਿਖਾਇਆ ਜਾਂਦਾ ਹੈ, ਤਰਾਸ਼ਿਆ ਜਾਂਦਾ ਹੈ, ਲੇਖਕ ਬਣਾਇਆ ਨਹੀਂ ਜਾ ਸਕਦਾ। ਸੋ ਇਹ ਮੈਨੂੰ ਲੱਗਦਾ ਹੈ ਕਿ ਮੇਰੇ ਪਿਤਾ ਸ਼੍ਰੀ ਹੁਣ ਨਹੀਂ ਸਾਡੇ ਨਾਲ, ਉਹਨਾਂ ਨੂੰ ਲਿਟਰੇਚਰ ਪੜ੍ਹਨ ਦਾ ਬੜਾ ਸ਼ੌਕ ਹੁੰਦਾ ਸੀ। ਉਹ ਕਿੱਸਾ ਪੂਰਨ ਭਗਤ, ਰਾਣੀ ਕਿੱਸਾ ਪੂਰਨ ਭਗਤ, ਰੂਪ ਬਸੰਤ, ਇਸ ਤਰ੍ਹਾਂ ਦੇ ਜਿਹੜੇ ਕਿੱਸੇ ਸੀ ਉਹਨਾਂ ਨੂੰ ਜ਼ੁਬਾਨੀ ਯਾਦ ਹੁੰਦੇ ਸੀ ਔਰ ਉਹ ਸੁਣਾਇਆ ਕਰਦੇ ਸੀ ਸਾਨੂੰ। ਉਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਸਾਡੀਆਂ ਜਿਹੜੀਆਂ ਕੋਈ 10-12 ਪੀੜ੍ਹੀਆਂ ਪਹਿਲਾਂ ਕੋਈ ਸਾਡੇ ਕੁਝ ਪਰਿਵਾਰ 'ਚ ਐਸਾ ਕੋਈ ਜ਼ਰੂਰ ਰਿਹਾ ਹੋਏਗਾ ਜਿਹੜਾ ਲਿਟਰੇਚਰ ਨਾਲ ਜਾਂ ਲੇਖਕ ਦੇ ਨਾਲ ਮਤਲਬ ਉਹ ਰਿਹਾ ਹੋਏਗਾ, ਜਿਹੜਾ ਕਿ ਪਿਛਲੀਆਂ 5-6 ਪੀੜ੍ਹੀਆਂ 'ਚ ਨਹੀਂ ਆਇਆ। ਔਰ ਹੁਣ ਮੈਨੂੰ ਲੱਗਦਾ ਹੈ ਕਿ ਸ਼ਾਇਦ ਸਾਡੇ DNA ਵਿੱਚ ਜਾਂ ਪੁਰਾਣੇ ਸਾਡੇ ਜਿਹੜੀਆਂ ਪੀੜ੍ਹੀਆਂ ਸੀਗੀਆਂ ਉਹਦੇ ਵਿੱਚ ਸ਼ਾਇਦ ਕੋਈ ਕਲਾਕਾਰ ਵੀ ਰਿਹਾ ਹੋਏਗਾ, ਕਿਉਂਕਿ ਮੈਂ ਰਾਈਟਿੰਗ ਵਾਲੇ ਪਾਸੇ ਆਇਆ ਅਤੇ ਮੇਰੇ ਬੱਚੇ ਜਿਹੜੇ ਆ ਉਹ ਰਾਈਟਿੰਗ ਵਾਲੇ ਪਾਸੇ ਤੇ ਨਹੀਂ ਆਏ, ਪਰ ਉਹਨਾਂ ਵਿੱਚ ਅਦਾਕਾਰੀ ਜਾਂ ਇਸ ਪਾਸੇ ਉਹ ਆਏ। ਬਿਲਕੁਲ, ਹੁਣ ਤਾਂ ਸਾਰੇ ਜਾਣਦੇ ਨੇ ਵਾਮਿਕਾ ਗੱਬੀ ਨੇ ਜੋ ਅਦਾਕਾਰੀ ਦੇ ਵਿੱਚ ਨਾਮ ਕਮਾਇਆ। ਔਰ
ਅੱਗੇ ਵੀ ਕਮਾਉਂਦੇ ਜਾ ਰਹੇ ਨੇ। ਔਰ ਹਾਲ ਹੀ ਦੇ ਵਿੱਚ ਇੱਕ ਨਵੀਂ ਸੀਰੀਜ਼ ਜਿਹੜੀ ਹੈਗੀ ਹੈ ਮੀਆਂ ਨੈਟਫਲਿਕਸ ਦੇ ਮਾਈ ਸੌਰੀ ਉਹ ਨੈਟਫਲਿਕਸ ਦੇ ਉੱਤੇ ਰਿਲੀਜ਼ ਹੋਈ ਹੈ ਔਰ ਉਸਦੇ ਫਰਸਟ ਐਪੀਸੋਡ ਦੇ ਵਿੱਚ ਹੀ ਕਿਆ ਜ਼ਬਰਦਸਤ ਅਦਾਕਾਰੀ ਜਿਹੜੀ ਹੈ ਵਾਮਿਕਾ ਕਬੀਰ ਦੀ ਦੇਖਣ ਨੂੰ ਮਿਲੀ ਹੈ। ਸੋ ਬਾ ਕਮਾਲ ਹੈ, ਉਸਦੇ ਬਾਰੇ ਵੀ ਗੱਲਬਾਤ ਕਰਾਂਗੇ। ਜਿਵੇਂ ਕਿ ਅਸੀਂ ਗੱਲ ਕਰ ਰਹੇ ਸੀਗੇ, ਮੈਂ ਗੱਲ ਕੀਤੀ ਕਿ ਮਤਲਬ ਇੱਕ ਕਰੀਅਰ ਆਪਸ਼ਨ, ਜਿਵੇਂ ਤੁਸੀਂ ਕਿਹਾ ਕਿ ਇਹ ਸ਼ਬਦ ਸਹੀ ਨਹੀਂ ਹੈ, ਪਰ ਫਿਰ ਵੀ ਅਸੀਂ ਦੇਖੋ ਪੰਜਾਬ ਦੇ ਵਿੱਚੋਂ ਜਿੰਨਾ ਸਾਹਿਤ ਨਿਕਲਦਾ ਜਾਂ ਜਿੰਨਾ ਇੱਥੋਂ ਇੱਦਾਂ ਦੇ ਜਿਹੜੇ ਰਾਈਟਰ ਨੇ ਉਹ ਨਿਕਲੇ ਨੇ ਜਿਨ੍ਹਾਂ ਨੂੰ ਦੁਨੀਆ ਭਰ ਦੇ ਵਿੱਚ ਮੰਨਿਆ ਜਾਂਦਾ ਹੈ, ਯਾਦ ਕੀਤਾ ਜਾਂਦਾ ਹੈ, ਪਰ ਫਿਰ ਵੀ ਸਾਡੇ ਸਿਸਟਮ ਦੇ ਵਿੱਚ ਇੱਦਾਂ ਦਾ ਕੁਝ ਨਹੀਂ ਬਣਿਆ ਜਾਂ ਲੋਕਾਂ ਦੇ ਵਿੱਚ ਉੱਦਾਂ ਦੀ ਸਮਝ ਨਹੀਂ ਬਣੀ ਕਿ ਇੱਕ ਆਦਰ ਸਤਿਕਾਰ ਦੇ ਨਾਲ ਇੱਕ ਇਨਸਾਨ ਦੀ ਜ਼ਿੰਦਗੀ ਚੱਲਣਾ ਵੀ ਬਹੁਤ ਜ਼ਰੂਰੀ ਹੈ। ਸੋ ਕਿਉਂ ਲੱਗਦਾ ਇੱਦਾਂ ਸਰ ਕਿ ਕੀ ਵਜ੍ਹਾ ਰਹੀ ਹੈ ਕਿ ਸਾਹਿਤ ਨਾਲ ਜੁੜੇ ਹੋਏ ਲੋਕਾਂ ਨੂੰ ਨਾਮ ਤਾਂ ਮਿਲ ਗਿਆ ਪਰ ਉਹਨਾਂ ਨੂੰ ਉਸ ਦਾ ਸਹੀ ਤਰੀਕੇ ਦੇ ਨਾਲ ਮੋਲ ਨਹੀਂ ਮਿਲਿਆ? ਜੀ ਅੱਜ ਨਹੀਂ ਹੋਇਆ ਜੀ। ਗਾਲਿਬ ਜਿਹੜਾ ਸੀ ਨਾ ਉਹ ਭੁੱਖਾ ਹੀ ਮਰਿਆ। ਜਦੋਂ ਮਰ ਗਿਆ ਫਿਰ ਲੋਕਾਂ ਨੇ ਉਹਨਾਂ ਦਾ ਨਾਮ ਵੀ ਅੱਜ ਵੀ ਨਾਮ ਚੱਲਦਾ। ਸੋ ਜਿਹੜਾ ਰਾਈਟਿੰਗ ਹੋਣਾ ਜਾਂ ਅਦਾਕਾਰ ਹੋਣਾ ਜਾਂ ਗਾਇਕ ਹੋਣਾ ਇਹ ਜ਼ਿਆਦਾਤਰ ਮਤਲਬ ਘੱਟੋ ਘੱਟ ਅਸੀਂ ਲੇਖਕ ਦੀ ਗੱਲ ਕਰਦੇ ਹਾਂ ਜੀ। ਲੇਖਕ ਬੰਦਾ ਇਸ ਕਰਕੇ ਬਣਦਾ ਹੈ ਜਾਂ ਹੁੰਦਾ ਹੈ ਕਿ ਉਹ ਜਾਂ ਲਿਖਦਾ ਇਸ ਕਰਕੇ ਹੈ ਕਿ ਉਹਦਾ ਲਿਖੇ ਬਿਨਾਂ ਗੁਜ਼ਾਰਾ ਹੀ ਨਹੀਂ ਹੈ। ਹੁਣ ਜਦੋਂ ਇੱਕ ਲੇਖਕ ਹੋਣ ਦੇ ਨਾਤੇ ਜੋ ਮੇਰੇ ਕੋਲ ਅਗਰ ਕੋਈ ਗੱਲ ਨੂੰ ਲੈ ਕੇ ਗੁੱਸਾ ਆ ਗਿਆ ਹੈ, ਮੈਂ ਸਰਕਾਰ ਦੇ ਵਿਰੁੱਧ ਹੋ ਗਿਆ ਜਾਂ ਕੋਈ ਧਾਰਮਿਕ ਪ੍ਰੋਬਲਮ ਆ ਗਈ ਹੈ ਜਾਂ ਕਿਸੇ ਚੀਜ਼ ਨੂੰ ਵੀ ਲੈ ਕੇ ਜੀ, ਮੇਰੇ ਕੋਲ ਕੋਈ ਹਥਿਆਰ ਨਹੀਂ ਹੈ। ਮੈਂ ਡਾਂਗ ਨਹੀਂ ਮੋਢੇ 'ਤੇ ਚੁੱਕ ਸਕਦਾ, ਮੈਂ ਬਾਹਰ ਸੜਕਾਂ 'ਤੇ ਵੀ ਨਹੀਂ ਨਿਕਲ ਸਕਦਾ। ਮੈਂ ਤਾਂ ਇੱਕੋ ਹੀ ਕੰਮ ਕਰ ਸਕਦਾ ਕਿ ਮੈਂ ਆਪਣੇ ਕੰਪਿਊਟਰ 'ਤੇ ਬੈਠਾਂਗਾ ਜਾਂ ਕਲਮ ਕੱਢਾਂਗਾ ਅਤੇ ਉਹਦੇ ਉੱਪਰ ਆਪਣੇ ਹੀ ਵਿਚਾਰ ਲਿਖ ਕੇ ਅਤੇ ਕਿਸੇ ਅਖਬਾਰ 'ਚ ਰਸਾਲੇ 'ਚ ਫੇਸਬੁੱਕ 'ਤੇ ਪਾ ਕੇ ਬਣਾ ਕੇ ਆਪਣਾ ਗੁੱਸਾ ਕੱਢ ਦਿਆਂਗਾ, ਕਿਉਂਕਿ ਮੈਂ ਉਹਦੇ ਬਿਨਾਂ ਰਹਿ ਨਹੀਂ ਸਕਦਾ। ਔਰ ਜੇ ਤੁਸੀਂ ਲੇਖਕ ਹੋ ਔਰ ਤੁਸੀਂ ਅਗਰ ਸੱਚ ਦੇ ਨਾਲ ਨਹੀਂ ਖੜੇ ਹੋ ਰਹੇ ਹੋ ਫਿਰ ਤੁਸੀਂ ਲੇਖਕ ਨਹੀਂ ਹੈਗੇ, ਫਿਰ ਤੁਸੀਂ ਕਸੀਦੇ ਗਾਉਣ ਵਾਲੇ ਹੋ। ਔਰ ਉਹ ਕਸੀਦੇ ਗਾਉਣ ਵਾਲਾ ਲੇਖਕ ਨਹੀਂ ਹੁੰਦਾ ਜਿਹਨੂੰ ਤੁਸੀਂ ਮਰਜ਼ੀ ਹਾਇਰ ਕਰ ਲਓਗੇ, ਭਾਈ ਮੇਰੇ ਬਾਰੇ ਗਾਓ, ਮੇਰੇ ਬਾਰੇ ਲਿਖੋ, ਮੇਰੀਆਂ ਤਾਰੀਫਾਂ ਕਰੋ। ਜਿਹੜਾ ਅਸਲੀ ਲੇਖਕ ਹੈ ਉਹ ਆਪਣੇ ਦਿਲ ਦੀ ਸੁਣੇਗਾ, ਆਪਣੇ ਮਨ ਦੀ ਸੁਣੇਗਾ। ਜੇ ਉਹਨੂੰ ਬੁਰਾ ਲੱਗ ਰਿਹਾ ਤਾਂ ਉਹਦਾ ਬੁਰਾ ਲਿਖੇਗਾ, ਜੇ ਉਹਨੂੰ ਮਾੜਾ ਲੱਗ ਰਿਹਾ ਮਾੜਾ ਲਿਖੇਗਾ, ਜੇ ਉਹਨੂੰ ਚੰਗਾ ਲੱਗ ਰਿਹਾ ਤਾਂ ਉਹ ਚੰਗਾ। ਗੱਬੀ ਸਾਹਿਬ, ਜਦੋਂ ਇੱਦਾਂ ਨਵੇਂ ਜਿਹੜੇ ਕਲਾਕਾਰ ਜਾਂ ਰਾਈਟਰ ਨੇ ਜਦੋਂ ਉਹ ਲਿਖ ਦਿੰਦੇ ਨੇ ਤਾਂ ਉਸ ਵੇਲੇ ਉਹਨਾਂ ਦੇ ਉੱਤੇ ਪਰਚੇ ਵੀ ਹੋ ਜਾਂਦੇ। ਮੈਂ ਗੱਲ ਕਰਨ ਲੱਗਿਆ ਹੁਣ ਸਿੱਧੂ ਮੂਸੇਵਾਲੇ ਦਾ ਨਾਮ ਬੜਾ ਫੇਮਸ ਹੈ। ਹਾਲ ਹੀ ਦੇ ਵਿੱਚ ਇੱਕ ਨਵਾਂ ਗਾਣਾ ਆਇਆ, ਉਹ ਸਾਰਾ ਇਲੈਕਸ਼ਨਸ ਨੂੰ ਲੈ ਕੇ ਜੋ ਉਹਨਾਂ ਨੇ ਮਹਿਸੂਸ ਕੀਤਾ। ਖੁਦ ਐਮਐਲਏ ਦੀ ਚੋਣ ਲੜੀ ਸੀਗੀ ਕਾਂਗਰਸ ਵੱਲੋਂ, ਸੋ ਚੋਣ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੇ ਮਜ਼ਾਕ ਵੀ ਉਡਾਇਆ, ਕੁਛ ਇੱਕ ਇੰਡਸਟਰੀ ਦੇ ਲੋਕ ਵੀ ਨੇ ਉਹਨਾਂ ਨੇ ਵੀ ਮਜ਼ਾਕ ਉਡਾਇਆ, ਉਹਨਾਂ ਦਾ ਵੀ ਜ਼ਿਕਰ ਗਾਣੇ ਦੇ ਵਿੱਚ ਕਰਤਾ। ਸੋ ਉਸ ਤੋਂ ਬਾਅਦ ਹੁਣ ਫਿਰ ਮਸਲਾ ਭਖਿਆ ਹੋਇਆ ਔਰ ਪੁਰਾਣਾ ਕੇਸ ਇੱਕ ਜਿਹੜਾ ਰੀਓਪਨ ਹੋ ਗਿਆ। ਜਿਵੇਂ ਕਿ ਸੁਣਨ ਦੇ ਵਿੱਚ ਵੀ ਆਇਆ ਸੀਗਾ, ਸੋ ਇੱਕ ਮੰਤਰੀ ਨੇ, ਉਹਨਾਂ ਨੇ, ਮੈਂ ਨਾਮ ਨਹੀਂ ਲਾਂਗਾ, ਉਹਨਾਂ ਨੇ ਵੀ ਬੋਲਿਆ ਸੀ ਕਿ ਅਸੀਂ ਪੁਰਾਣੇ ਪਰਚੇ ਖੋਲਾਂਗੇ। ਸੋ ਖੁੱਲ੍ਹ ਵੀ ਗਿਆ, ਰੀਓਪਨ ਹੋ ਗਿਆ ਕੇਸ। ਸੋ ਕੀ ਉਹਨਾਂ ਨੂੰ ਵੀ ਫਿਰ ਸਹੀ ਮੰਨਿਆ ਜਾਵੇ ਕਿ ਉਹ ਜੋ ਮਹਿਸੂਸ ਕਰਦੇ ਲਿਖ ਦਿੰਦੇ ਨੇ? ਨਹੀਂ, ਜਿਹੜਾ ਮੈਂ ਗੱਲ ਕੀਤੀ ਹੈ ਕਿ ਜਿਹੜਾ ਇੱਕ ਸੱਚਾ ਲੇਖਕ ਹੈ ਉਹ ਸਮਾਜ ਦੀ ਗੱਲ ਕਰੇਗਾ, ਉਹ ਸੱਚ ਨੂੰ ਪ੍ਰਗਟਾਏਗਾ। ਇਹ ਨਹੀਂ ਕਿ ਤੁਹਾਡੇ ਨਾਲ ਤੁਸੀਂ ਇਲੈਕਸ਼ਨ ਲੜਿਆ ਅਤੇ ਤੁਸੀਂ ਹਾਰ ਗਏ ਅਤੇ ਤੁਸੀਂ ਹੁਣ ਵੋਟਰਾਂ ਨੂੰ ਹੀ ਦੋਗਲੇ ਗਾਣਾ ਸ਼ੁਰੂ ਕਰ ਦਿਓ ਜਾਂ ਕੁਛ ਇਸ ਤਰ੍ਹਾਂ ਦਾ ਕਰ ਦਿਓ। ਨਹੀਂ, ਉਹ ਗਲਤ ਹੈ, ਉਹ ਗਲਤ ਹੈ। ਮੈਂ ਇਸ ਲੇਖਣੀ ਨੂੰ ਲੇਖਣੀ ਨਹੀਂ ਮੰਨਦਾ। ਇਸ ਤਰ੍ਹਾਂ ਬੜੇ ਇਸ ਵੇਲੇ ਬੜੇ ਮਸ਼ਹੂਰ ਗੀਤਕਾਰ ਹੈਗੇ ਆ ਜਿਹੜੇ ਤੁਕਬੰਦੀਆਂ ਕਰ ਰਹੇ ਆ, ਜਿਨ੍ਹਾਂ ਨੂੰ ਖੁਦ ਨਹੀਂ ਪਤਾ ਕਿ ਅਸੀਂ ਕੀ ਲਿਖ ਰਹੇ ਹਾਂ। ਉਹਨਾਂ ਦੇ ਗਾਣੇ ਜਿਹੜੇ ਆ ਉਹ ਮਿਲੀਅਨਸ ਦੇ ਵਿੱਚ ਲੋਕੀ ਸੁਣਦੇ ਆ। ਸੁਣ ਕੌਣ ਰਿਹਾ? ਨਵਾਂ ਯੂਥ ਸੁਣ ਰਿਹਾ। ਨਵੇਂ ਯੂਥ ਨੂੰ ਖੁਦ ਨਹੀਂ ਪਤਾ ਕਿ ਅਸੀਂ ਸੁਣ ਕੀ ਰਹੇ ਹਾਂ, ਦੇਖ ਕੀ ਰਹੇ ਹਾਂ। ਇਸੇ ਤਰ੍ਹਾਂ ਜਿਹੜੀ ਮੂਸੇਵਾਲ ਸਾਹਿਬ ਦੀ ਗੱਲ ਕੀਤੀ ਹੈ, ਉਹ ਰਾਈਟਿੰਗ, ਉਹਨੂੰ ਤੁਸੀਂ ਗੀਤ ਨਹੀਂ ਕਹਿ ਸਕਦੇ ਨਾ। ਤੁਸੀਂ ਆਪਣੀ ਪਰਸਨਲ ਭੜਾਸ ਜਿਹੜੀ ਤੁਹਾਡੇ ਨਾਲ ਬੀਤਿਆ ਤੁਸੀਂ ਉਹਨੂੰ ਪੇਸ਼ ਕੀਤਾ ਅਤੇ ਦੂਸਰਿਆਂ ਨੂੰ ਤੁਸੀਂ ਟੋਟਲੀ ਗਲਤ ਸਾਬਤ ਕਰਨ 'ਤੇ ਲੱਗੇ ਹੋਏ ਹੋ। ਹਾਰ ਗਏ ਉਹਦੇ ਹਾਰ ਕਬੂਲ ਕਰ ਲਓ ਨਾ ਜੀ। ਫਿਰ ਤੁਸੀਂ ਇੰਡੀਵਿਜੂਅਲ ਨਾਲ ਤਾਂ ਕਹਿ ਸਕਦੇ ਹੋ, ਪਰ ਤੁਸੀਂ ਜਿਸ ਪਬਲਿਕ ਨੇ ਤੁਹਾਨੂੰ ਵੋਟ ਪਾਇਆ ਜਾਂ ਨਹੀਂ ਪਾਇਆ ਤੁਸੀਂ ਉਹਨੂੰ ਦੋਗਲਾ ਕਹਿ ਰਹੇ ਹੋ, ਤੁਸੀਂ ਉਹਨੂੰ ਭੈੜਾ ਕਹਿ ਰਹੇ ਹੋ। ਮੈਂ ਇਸ ਤਰ੍ਹਾਂ ਦੀ ਲੇਖਣੀ ਨਾਲ ਸਹਿਮਤ ਨਹੀਂ ਹਾਂ ਜਦਾਂ ਜੀ। ਬਿਲਕੁਲ। ਹੁਣ ਗੱਲ ਕਰਾਂਗਾ ਮੈਂ, ਜਿਵੇਂ ਕਿ ਮੈਂ ਗੱਲ ਕੀਤੀ ਕਿ ਬਹੁਤ ਸਾਰੀਆਂ ਚੀਜ਼ਾਂ ਅੰਦਰ ਦਬੀਆਂ ਰਹਿ ਜਾਂਦੀਆਂ। ਰੂਹ ਤੋਂ ਅਦਾਕਾਰ ਕਿਹਾ ਮੈਂ ਤੁਹਾਨੂੰ, ਰੂਹ ਤੋਂ ਮੈਂ ਤੁਹਾਨੂੰ ਗਾਇਕ ਕਿਹਾ। ਸੋ ਉਹ ਦੌਰ ਵੀ ਸੀਗੇ ਜਦੋਂ ਤੁਹਾਡਾ ਜਵਾਨੀ ਦਾ ਦੌਰ ਸੀ। ਉਸ ਟਾਈਮ ਦੇ ਉੱਤੇ ਤੁਹਾਡੇ ਕੋਲ ਆਪਸ਼ਨਸ ਵੀ ਸੀ, ਲੋਕ ਜਾਣ ਪਹਿਚਾਣ ਵੀ ਵੱਧ ਗਈ ਸੀ, ਇੰਡਸਟਰੀ ਦੇ ਲੋਕ ਵੀ ਜਾਣਦੇ ਸੀ। ਪਰ ਫਿਰ ਵੀ ਕਿਉਂ ਲੱਗਦਾ ਹੈ ਕਿ ਉਹ ਚੀਜ਼ਾਂ ਜਿਹੜੀਆਂ ਉਦੋਂ ਨਹੀਂ ਕਰ ਪਾਏ? ਨਹੀਂ, ਤੁਸੀਂ ਥੋੜ੍ਹਾ ਜਿਹਾ ਗਲਤ ਕਹਿ ਰਹੇ ਹੋ ਜੀ।
ਜਵਾਨੀ ਵੇਲੇ ਤੇ ਸਾਡਾ ਲਿਟਰੇਚਰ ਨਾਲ, ਮਿਊਜ਼ਿਕ ਨਾਲ, ਇਹਦੇ ਨਾਲ ਕੋਈ ਸੰਬੰਧ ਨਹੀਂ ਸੀਗਾ। ਇਹਨਾਂ ਲੋਕਾਂ ਨਾਲ, ਇਸ ਇੰਡਸਟਰੀ ਨਾਲ ਕੋਈ ਸੰਬੰਧ ਨਹੀਂ ਸੀ। ਮੇਰੇ ਡੈਡੀ ਗਾਉਂਦੇ ਹੁੰਦੇ ਸੀ ਘਰ 'ਚ, ਜਾਂ ਕਿਤੇ ਜਦੋਂ ਪਿੰਡਾਂ 'ਚ ਰਾਮਲੀਲਾ ਹੁੰਦੀ ਸੀ ਥੋੜ੍ਹਾ ਬਹੁਤਾ ਗਾਉਂਦੇ ਹੁੰਦੇ ਸੀ। ਸੋ ਸਾਨੂੰ ਇਹ ਤਾਂ ਪਤਾ ਸੀ ਵੀ ਆ ਗਾਉਂਦੇ ਹੈ, ਲੇਕਿਨ ਮੇਰੇ ਪਾਪੇ ਨੂੰ ਜਾਂ ਪਿਤਾ ਜੀ ਨੂੰ, ਉਹਨਾਂ ਨੂੰ ਵੀ ਨਹੀਂ ਪਤਾ ਸੀਗਾ ਵੀ ਪ੍ਰੋਫੈਸ਼ਨਲੀ ਤੌਰ 'ਤੇ ਵੀ ਗਾਇਆ ਜਾ ਸਕਦਾ। ਹੁਣ ਜਦੋਂ ਮੈਂ ਕਾਲਜ 'ਚ ਦਾਖਲ ਹੁੰਦਾ ਤੇ ਅੰਦਰ ਕਿਤੇ ਬੈਠੀ ਹੋਈ ਸੀ ਗੱਲ। ਉਦੋਂ ਜਦੋਂ ਇੱਕ ਮੈਂ ਸਾਇੰਸ ਰੱਖੀ, ਕਿਉਂਕਿ ਉਹਨਾਂ ਦੇ ਨਾਲ ਪੇਰੈਂਟਸ ਦਾ, ਉਹਨਾਂ ਸਾਡੇ ਜ਼ਮਾਨੇ 'ਚ ਜਦੋਂ ਅਸੀਂ ਕਾਲਜ ਗਏ ਹਾਂ 1984-85 ਦੇ ਵਿੱਚ, ਤੇ 2-3 ਹੀ ਤੁਹਾਡੇ ਹੁੰਦੇ ਸੀ ਵਿਸ਼ੇ, ਮੈਡੀਕਲ, ਨਾਨ ਮੈਡੀਕਲ, ਵੱਧ ਤੋਂ ਵੱਧ ਕਮਰਸ, ਜਾਂ ਡਾਕਟਰ ਬਣ ਜਾਓ, ਜਾਂ ਇੰਜੀਨੀਅਰ ਬਣ ਜਾਓ, ਜਾਂ ਫਿਰ ਅਕਾਊਂਟੈਂਟ ਬਣ ਜਾਓ। ਸੋ ਮੇਰੇ ਜਿਹੜੇ ਪੇਰੈਂਟਸ ਸੀਗੇ ਉਹ ਮੈਨੂੰ ਡਾਕਟਰ ਬਣਾਉਣਾ ਚਾਹੁੰਦੇ ਸੀ, ਮੈਡੀਕਲ ਰਖਵਾ ਦਿੱਤਾ। ਹਾਲਾਂਕਿ ਮੈਂ 10ਵੀਂ ਫਸਟ ਡਿਵੀਜ਼ਨ ਨਾਲ ਪਾਸ ਕੀਤੀ, ਪਰ ਪੰਜਾਬੀ ਮੀਡੀਅਮ 'ਚ ਕੀਤੀ। ਉੱਥੇ ਮੈਂ ਗੱਲ ਜਿਹੜੀ ਕਰ ਰਿਹਾ ਸੀ, ਉੱਥੇ ਇੱਕ ਆਪਸ਼ਨਲ ਸਬਜੈਕਟ ਆਉਂਦਾ ਕਿ ਵੀ ਸੰਸਕ੍ਰਿਤ ਰੱਖ ਲਓ, ਫਿਜ਼ੀਕਲ ਐਜੂਕੇਸ਼ਨ ਰੱਖ ਲਓ, ਮਿਊਜ਼ਿਕ ਰੱਖ ਲਓ। ਉਹ ਮੈਨੂੰ ਜਦੋਂ ਪਤਾ ਲੱਗਿਆ ਤਾਂ ਮੈਂ ਮਿਊਜ਼ਿਕ ਰੱਖਿਆ, ਪ੍ਰੋਪਰ ਟ੍ਰੇਨਿੰਗ ਸ਼ੁਰੂ ਕੀਤੀ। ਉਹ ਫਿਰ ਇੱਕ ਦਿਨ ਐਸਾ ਆਇਆ ਕਿ ਮੈਂ ਮੈਡੀਕਲ ਵਾਲੇ ਸਬਜੈਕਟਾਂ ਨੂੰ ਤਾਂ ਪੜ੍ਹਨਾ ਘੱਟ ਗਿਆ ਅਤੇ ਉਹਦੇ ਵਾਲੇ ਪਾਸੇ ਜ਼ਿਆਦਾ ਹੋ ਗਿਆ। ਨਤੀਜਾ ਕਿ ਯਾਰ ਫੇਲ ਹੋਏ ਤੇ ਘਰੋਂ ਜੁੱਤੀ ਖੱਬਰ ਚੜ੍ਹਿਆ ਵੀ ਤੈਨੂੰ ਡਾਕਟਰ ਬਣਾ ਰਿਹਾ ਸੀ ਤੇ ਤੂੰ ਕੀ ਕਰ ਰਿਹਾ ਹੈ। ਫਿਰ ਉਹ ਮਿਊਜ਼ਿਕ ਕੋਲੋਂ ਥੋੜ੍ਹੀ ਦੇਰ ਦੂਰ ਹੋਣਾ ਪੈ ਗਿਆ। ਫਿਰ ਦੁਬਾਰਾ ਦਾਖਲ ਹੋਏ। ਮੈਂ ਪਹਿਲਾ ਬੰਦਾ ਜਿਹੜਾ ਕਾਲਜ ਜਾ ਕੇ ਦੁਬਾਰਾ ਸਕੂਲ 'ਚ ਦਾਖਲ ਹੋਇਆ। ਅੱਛਾ। ਕਿਉਂਕਿ ਉਹ 10ਵੀਂ ਕਰਕੇ ਉਹਨਾਂ ਦਿਨਾਂ ਅੱਜ ਕੱਲ੍ਹ ਨਹੀਂ, ਉਹਨਾਂ ਦਿਨਾਂ ਇੱਕ ਪ੍ਰੈਪ ਕਲਾਸ ਹੁੰਦੀ ਸੀ। ਅੱਛਾ ਜੀ। ਅਤੇ ਇਹ ਉਹਨਾਂ ਦਿਨਾਂ ਸਕੂਲਾਂ 'ਚ ਹਾਇਰ ਸੈਕੰਡਰੀ ਵੀ ਹੁੰਦੀ ਸੀ। ਓਕੇ। ਸੋ ਮੈਂ ਸਕੂਲ ਤੋਂ ਨਿਕਲ ਕੇ ਸਿੱਧਾ ਕਾਲਜ 'ਚ, SD ਕਾਲਜ ਪਠਾਨਕੋਟ 'ਚ ਪ੍ਰੈਪ 'ਚ ਦਾਖਲ ਹੋ ਗਿਆ, ਮੈਡੀਕਲ। ਔਰ ਦੂਸਰਾ ਸਕੂਲ ਸੀਗਾ ਉੱਥੇ ਹਾਇਰ ਸੈਕੰਡਰੀ ਹੁੰਦੀ ਸੀ ਮੈਡੀਕਲ 'ਚ। ਜੀ। ਹੁਣ ਯਾਰ ਪਹਿਲੇ ਸਾਲ ਕਾਲਜ 'ਚ ਜਾ ਕੇ ਮੈਡੀਕਲ ਦੇ ਚੱਕਰਾਂ 'ਚ ਪੈ ਕੇ, ਮਿਊਜ਼ਿਕ ਦੇ ਚੱਕਰਾਂ 'ਚ ਪੈ ਕੇ, ਨਵੀਂ ਜਵਾਨੀ ਚੜ੍ਹ ਰਹੀ ਸੀ, ਕੁੜੀਆਂ ਦੂਸਰੇ ਆਪੋਜਿਟ ਜਿਹੜਾ ਸੈਕਸ ਹੁੰਦਾ ਉਹਦੇ ਪਾਸੇ ਵੀ ਤੁਹਾਡਾ ਸਾਰਾ ਕੁੱਲ ਮਿਲਾ ਕੇ ਪਹਿਲੇ ਸਾਲ ਫੇਲ। ਅੱਛਾ। ਮਿਊਜ਼ਿਕ ਵੀ ਗਿਆ, ਸਭ ਕੁਝ ਗਿਆ। ਘਰ ਵਾਲਿਆਂ ਨੇ ਕੁੱਟ ਚਾੜੀ, ਕੁੱਟ ਜਿੱਦਾਂ ਕੋਈ ਪੇਰੈਂਟਸ ਕਰਦੇ ਆ। ਦੁਬਾਰਾ ਸਕੂਲ 'ਚ ਚਲੇ ਗਏ, ਹਾਇਰ ਸੈਕੰਡਰੀ ਪਾਸ ਕੀਤੀ, ਫਿਰ ਵਾਪਸ ਆਏ ਜੀ। ਸੋ ਉਹ ਫਿਰ ਜਿਹੜਾ ਸਿੰਗਰ ਬਣਨ ਦਾ ਸੀਗਾ ਸੁਪਨਾ, ਉਹ ਉੱਧਰ ਹੋ ਗਿਆ। ਬਾਅਦ 'ਚ ਇੰਜੀਨੀਅਰ ਬਣ ਗਏ। ਫਿਰ ਘਰ ਦੀਆਂ ਜ਼ਿੰਮੇਵਾਰੀਆਂ ਆ ਗਈਆਂ, ਫਿਰ ਸਾਰੇ ਪਾਸੇ ਤੋਂ ਦੂਰ ਹੋ ਗਏ। ਇੱਕ ਹੀ ਦਿਮਾਗ 'ਤੇ ਫਤੂਰ ਚੜ੍ਹ ਗਿਆ ਕਿ ਜ਼ਿੰਦਗੀ 'ਚ ਪੈਰਾਂ 'ਤੇ ਕਿੱਦਾਂ ਖੜ੍ਹੇ ਹੋਣਾ ਹੈ, ਆਪਣੇ ਮਾਂ ਪਿਓ ਦੀ ਕਿੱਦਾਂ ਮਦਦ ਕਰਨੀ ਹੈ, ਆਪਣੇ ਭੈਣ ਭਰਾਵਾਂ ਨੂੰ ਕਿੱਦਾਂ ਅੱਗੇ ਲੈ ਕੇ ਆਉਣਾ। ਉਹਦੇ ਚੱਕਰਾਂ ਦੇ ਵਿੱਚ ਸਾਰਾ ਕੁਝ ਫਿਰ 7-8 ਸਾਲ ਜਿਹੜਾ 9 ਸਾਲ ਦੂਰ ਹੋ ਗਏ। ਅਤੇ 1990 'ਚ ਜਦੋਂ ਅਸੀਂ ਚੰਡੀਗੜ੍ਹ ਆਉਂਦੇ ਹਾਂ ਆਹ ਦੌਰ 'ਚੋਂ ਗੁਜ਼ਰ ਕੇ, ਇੱਥੇ ਆ ਕੇ ਫਿਰ ਅਸੀਂ ਦੁਬਾਰਾ ਪੱਤਰਕਾਰਾਂ ਨਾਲ, ਥੀਏਟਰ, ਫਿਲਮਾਂ, ਇਹਨਾਂ ਚੱਕਰਾਂ 'ਚ ਪੈਂਦੇ ਹਾਂ। ਅਤੇ ਫਿਰ ਇਹ ਦੁਬਾਰਾ ਚੀਜ਼ਾਂ ਜਾਗਦੀਆਂ, ਦੁਬਾਰਾ ਸਰਵਾਈਵ ਕਰਨ ਦੀ ਕੋਸ਼ਿਸ਼ ਕਰਦੀਆਂ। ਅਸੀਂ ਕੋਚਿੰਗ ਲੈਣਾ ਵੀ ਸ਼ੁਰੂ ਕਰਦੇ ਹਾਂ। ਪਰ ਲੇਕਿਨ ਫਿਰ ਐਸੀਆਂ ਕੁਝ ਪਰਿਵਾਰਿਕ ਜ਼ਿੰਮੇਵਾਰੀਆਂ ਵੱਧਦੀਆਂ ਕਿ ਤੁਸੀਂ ਚਾਹੁੰਦੇ ਹੋਏ ਵੀ ਕੁਛ ਨਹੀਂ ਕਰ ਸਕਦੇ। ਜਿਸ ਤਰ੍ਹਾਂ ਪਹਿਲਾਂ ਵੀ ਦੱਸ ਰਿਹਾ ਸੀਗਾ ਕਿ ਅਗਰ ਉਸ ਵੇਲੇ ਜਿੱਦਾਂ ਕਈ ਲੋਕ ਇੱਦਾਂ ਕਰਦੇ, ਉਹਨੂੰ ਪੁੱਛੋ ਵੀ ਤੁਸੀਂ ਐਡੇ ਵੱਡੇ ਕਲਾਕਾਰ ਕਿੱਦਾਂ ਬਣੇ, ਅਤੇ ਉਹ ਕਹਿੰਦੇ ਆ ਜੀ ਮੈਂ ਤਾਂ ਸਾਰਿਆਂ ਨੂੰ ਤਿਆਗ ਕੇ ਤੇ ਬੰਬੇ ਚਲਾ ਗਿਆ, ਜਾਂ ਮੈਂ ਤਾਂ ਬਸ ਕੁਝ ਮੈਂ ਤਾਂ ਇੱਦਾਂ ਹੀ ਬਣਨਾ। ਉਸ ਵੇਲੇ ਸਾਡੇ ਦਿਮਾਗ 'ਚ ਵੀ ਇਹ ਫਤੂਰ ਆਇਆ ਸੀਗਾ ਵੀ ਆ ਨਿੱਕੇ ਭੈਣ ਭਰਾਵਾਂ ਨੂੰ ਛੱਡੀਏ ਅਤੇ ਚਲੀਏ। ਇੱਕ ਸਾਈਡ ਅਸੀਂ ਉਹ ਵੀ ਲੈਂਦੇ ਹਾਂ ਕਿ ਜੀ ਜਨੂਨ ਹੈ, ਕਿ ਇੱਕ ਪਾਸੇ ਜਨੂਨ ਹੈ ਨਾ, ਵੀ ਚਲੀਏ, ਵੀ ਤੁਸੀਂ ਮਾਂ ਪਿਓ ਨੇ ਇੰਜੀਨੀਅਰ ਬਣਾਉਣਾ ਹੀ ਬਣਾ ਤਾ, ਹੁਣ ਮੈਂ ਤਾਂ ਸਿੰਗਰ ਬਣਨਾ ਜਾਂ ਮੈਂ ਤਾਂ ਐਕਟਰ ਬਣਨਾ, ਅਤੇ ਚਲੀਏ ਬੰਬੇ ਨੂੰ। ਉਸ ਵੇਲੇ 23-24 ਸਾਲ, 22-23 ਸਾਲ ਉਮਰ ਸੀਗੀ। ਪਰ ਨਹੀਂ, ਫਿਰ ਉਸ ਵੇਲੇ ਤੁਹਾਡੇ ਸਾਹਮਣੇ 2 ਬੰਦੇ ਖੜ੍ਹੇ ਹੋ ਜਾਂਦੇ, ਇੱਕ ਤੁਸੀਂ, ਇੱਕ ਤੁਹਾਡਾ ਅਕਸ ਸਾਹਮਣੇ। ਇਸ ਵੇਲੇ ਸਮਾਂ ਕੀ ਡਿਮਾਂਡ ਕਰ ਰਿਹਾ? ਉਸ ਵੇਲੇ ਸਮਾਂ ਇਹ ਡਿਮਾਂਡ ਕਰਦਾ ਸੀ ਕਿ ਜਾਂ ਤਾਂ ਤੂੰ ਆਪਣਾ ਆਪ ਨੂੰ ਬਣਾ ਲੈ, ਜਾਂ ਫਿਰ ਆਪਣਾ ਪਰਿਵਾਰ, ਆਪਣੇ ਭੈਣ ਭਰਾ ਜਿਹੜੇ ਤੇਰੇ ਵਾਲੇ ਪਾਸੇ ਦੇਖ ਰਹੇ ਆ, ਕਿਉਂਕਿ ਮੈਂ ਘਰ 'ਚ ਵੱਡਾ ਜੀ, ਅਤੇ ਉਹਨਾਂ ਨੂੰ ਉਮੀਦ ਸੀ ਕਿ ਭਰਾ ਇੰਜੀਨੀਅਰ ਬਣ ਗਏ। ਫਿਰ ਉਹ ਡਾਕਟਰ ਨਹੀਂ ਬਣਿਆ, ਇੰਜੀਨੀਅਰ ਬਣਿਆ। ਹਾਂ। ਅਤੇ ਉਹਨਾਂ ਨੂੰ ਉਮੀਦ ਸੀ ਕਿ ਹੁਣ ਸਾਡਾ ਭਰਾ ਨੌਕਰੀ ਕਰੇਗਾ, ਮਾਂ ਪਿਓ ਨੂੰ ਉਮੀਦ ਸੀ ਕਿ ਨੌਕਰੀ ਕਰੇਗਾ, ਪੈਸੇ ਕਮਾਏਗਾ ਅਤੇ ਸਾਡੀਆਂ ਪੜ੍ਹਾਈਆਂ ਹੋਣਗੀਆਂ। ਫਿਰ ਮੈਂ ਡਟ ਕੇ ਲੱਗਿਆ ਰਿਹਾ ਕੋਚਿੰਗ। ਪਹਿਲਾਂ ਨੌਕਰੀ ਲੱਭਣ ਦੀ ਕੋਸ਼ਿਸ਼ ਕੀਤੀ, ਨਹੀਂ ਮਿਲਿਆ। ਫਿਰ ਅਸੀਂ ਇਹ ਕੋਚਿੰਗ ਸੈਂਟਰ ਖੋਲ੍ਹ ਲਿਆ, ਔਰ ਫਿਰ ਮੇਰਾ ਨਿੱਕੇ ਭਰਾ ਨੂੰ ਡਾਕਟਰ ਬਣਾਇਆ, ਭੈਣਾਂ ਨੂੰ ਕਿਸੇ ਨੂੰ ਆਰਕੀਟੈਕਟ ਬਣਾਇਆ, ਕਿਸੇ ਨੂੰ ਇੰਜੀਨੀਅਰ ਬਣਾਇਆ, ਇਸ ਤਰ੍ਹਾਂ ਕਰਕੇ। ਸੋ
ਅੱਜ ਮੈਨੂੰ ਇਹ ਲੱਗਦਾ ਹੈ ਕਿ ਸ਼ਾਇਦ ਅਗਰ ਮੈਂ ਉਸ ਵੇਲੇ ਉਹ ਵਾਲਾ ਰਸਤਾ ਲੈ ਲੈਂਦਾ ਔਰ ਅੱਜ ਮੈਂ ਸ਼ਾਇਦ ਬਹੁਤ ਵੱਡਾ ਅਦਾਕਾਰ ਵੀ ਹੁੰਦਾ, ਸਿੰਗਰ ਵੀ ਹੁੰਦਾ, ਤਾਂ ਮੈਨੂੰ ਲੱਗਦਾ ਮੇਰੀ ਉਨੀ ਇੱਜ਼ਤ ਨਹੀਂ ਹੋਣੀ ਸੀ ਜਿੰਨੀ ਮੇਰੇ ਭੈਣ ਭਰਾਵਾਂ 'ਚ ਜਾਂ ਮੇਰੇ ਉਹ ਅੱਜ ਹੈ ਉਹਨਾਂ ਦੇ ਦਿਲਾਂ ਵਿੱਚ, ਜਿਹੜਾ ਕਿ ਮੈਨੂੰ ਪਿਛਲੇ 2 ਸਾਲਾਂ 'ਚ ਮਹਿਸੂਸ ਹੋਇਆ ਹੈ ਕਿ ਮੈਂ ਸਹੀ ਕਮਾਈ ਇਹ ਕੀਤੀ ਹੋਈ ਸੀ। ਸਾਡਾ ਇਹ ਕੋਚਿੰਗ ਸੈਂਟਰ 2 ਸਾਲਾਂ ਤੋਂ ਆਲਮੋਸਟ ਜ਼ੀਰੋ ਚੱਲ ਰਿਹਾ ਹੈ। ਇਸ ਵੇਲੇ ਉਹ ਭੈਣ ਭਰਾ ਮੇਰੇ ਨਾਲ ਖੜੇ ਜੀ ਕਿ ਤੂੰ ਫਿਕਰ ਨਾ ਕਰ, ਅਸੀਂ ਤੇਰੇ ਨਾਲ ਹਾਂ। ਸੋ ਫਿਰ ਲੱਗਦਾ ਹੈ ਕਿ ਅਸਲੀ ਕਮਾਈ ਇਹ ਹੈ। ਅਸਲੀ ਕਮਾਈ ਹੈ। ਔਰ ਤੁਸੀਂ ਸ਼ਾਇਦ ਕੁਝ ਵੱਖਰਾ ਸੋਚਿਆ, ਜ਼ਿਆਦਾਤਰ ਲੋਕ ਉਹ ਚੀਜ਼ ਨਹੀਂ ਸੋਚ ਪਾਉਂਦੇ। ਤੁਸੀਂ ਜੋ ਸੋਚਿਆ ਉਹ ਵੀ ਇੱਕ ਇਨਸਪੀਰੇਸ਼ਨ ਹੈ, ਔਰ ਸ਼ਾਇਦ ਇਹੀ ਫਰਕ ਹੈ ਕਿ ਤੁਸੀਂ ਦਿਲ ਦੀਆਂ ਗਹਿਰਾਈਆਂ ਦੇ ਨਾਲ ਨਾਲ ਦਿਮਾਗ ਦੀ ਗਹਿਰਾਈਆਂ ਤੋਂ ਵੀ ਦੋਨੋਂ ਤਰ੍ਹਾਂ ਸੋਚਦੇ ਹੋ ਔਰ ਲਿਖਦੇ ਹੋ। ਜਦੋਂ ਤੁਹਾਡੀ ਲਿਖਾਵਟ ਨੂੰ ਪੜ੍ਹੀਏ ਤਾਂ ਐਂ ਲੱਗਦਾ ਹੈ ਕਿ ਤੁਸੀਂ ਅੱਜ ਦੇ ਪੰਜਾਬ ਤੋਂ ਜਾਂ ਅੱਜ ਦੇ ਸਮਾਜ ਤੋਂ ਉਨੇ ਸਹਿਮਤ ਨਹੀਂ ਹੋ ਜਾਂ ਉਨੇ ਖੁਸ਼ ਨਹੀਂ ਹੋ ਜਿੰਨਾ ਸ਼ਾਇਦ ਤੁਸੀਂ ਪਿੱਛੇ ਦੇਖਿਆ। ਔਰ ਉਹ ਸ਼ਾਇਦ ਤੁਹਾਡੀ ਇਸ ਗੱਲ ਤੋਂ ਵੀ ਝਲਕਦਾ ਕਿ ਤੁਸੀਂ ਵੈਲਿਊਜ਼ ਦੇ ਵਿੱਚ ਬਿਲੀਵ ਕਰਦੇ ਹੋ। ਸੋ ਕੀ ਫਰਕ ਮਹਿਸੂਸ ਕਰਦੇ ਹੋ ਅੱਜ ਦੇ ਪੰਜਾਬ 'ਚ ਜਾਂ ਪਿਛਲੇ ਪੰਜਾਬ 'ਚ? ਐਸਾ ਕੀ ਰਾਹ ਗਲਤ ਫੜ ਲਿਆ ਸੀ? ਬਹੁਤ ਜ਼ਿਆਦਾ ਫਰਕ ਹੈ। ਪਿਛਲੀਆਂ ਜਿਹੜੀਆਂ 2 ਕੁ ਪੀੜ੍ਹੀਆਂ 90 ਦੇ ਦਹਾਕੇ ਤੋਂ ਆਨਵਰਡ 30 ਸਾਲ ਹੋ ਚੱਲਿਆ ਜੀ। ਨਵੀਂ ਪੀੜ੍ਹੀ 'ਚ ਇੱਕ ਬਹੁਤ ਵੱਡਾ ਡਰਸਟ ਜਿਹਨੂੰ ਕਹਿੰਦੇ ਨਾ, ਬਹੁਤ ਮਤਲਬ ਭਿਆਨਕ ਕਿਸਮ ਦਾ ਬਦਲਾਅ ਆ ਰਿਹਾ ਹੈ। ਬੱਚੇ ਜਿਹੜੇ ਆ ਉਹ ਜ਼ਿੰਮੇਵਾਰ ਨਹੀਂ ਬਣ ਰਹੇ, ਉਹ ਪਰਿਵਾਰਾਂ ਪ੍ਰਤੀ ਕਮਿਟਡ ਨਹੀਂ ਹੈ, ਸੈਲਫਿਸ਼ ਜ਼ਿਆਦਾ ਹੋ ਰਿਹਾ ਹੈ। ਤੁਹਾਡੇ 'ਚ ਸਵਾਰਥ ਬਹੁਤ ਜ਼ਿਆਦਾ ਆ ਗਿਆ ਹੈ। ਤੁਸੀਂ ਸਿਰਫ ਆਪਣੀ ਧੁਨ 'ਚੋਂ ਅੱਜ ਕੱਲ੍ਹ ਤੁਸੀਂ ਕਿਸੇ ਦੇ ਘਰ ਚਲੇ ਜਾਓ ਜੀ, ਹਰ ਇੱਕ ਦਾ ਆਪਣਾ ਆਪਣਾ ਕਮਰਾ ਹੈ, ਤੁਸੀਂ ਉਹਨਾਂ 'ਚ ਇੰਟਰਫੀਅਰ ਨਹੀਂ ਕਰ ਸਕਦੇ। ਮੈਂ ਆਪਣੇ ਘਰ ਦੀ ਵੀ ਗੱਲ ਕਰਦਾ ਕਿ ਸਾਡੀ ਜੁਆਇੰਟ ਫੈਮਿਲੀ ਹੈ, ਮੇਰੇ ਭਤੀਜੇ ਆਪਣੇ ਕਮਰਿਆਂ 'ਚ ਹੈ, ਛੋਟਾ ਭਰਾ ਆਪਣੇ ਕਮਰੇ 'ਚ ਹੈ, ਹੋਰ ਤੇ ਹੋਰ ਮੇਰੀ ਮਾਂ ਵੀ ਆਪਣੇ ਕਮਰੇ 'ਚ ਹੀ ਰਹਿੰਦੀ ਕਿਉਂਕਿ ਉਹਨੇ ਮੋਬਾਈਲ ਵਗੈਰਾ ਫੇਸਬੁੱਕ ਚਲਾਉਣਾ ਸਿੱਖ ਲਿਆ ਹੋਇਆ ਹੈ। ਸੋ ਮਾਹੌਲ ਐਸਾ ਬਣ ਗਿਆ ਹੋਇਆ ਨਾ, ਤੁਹਾਨੂੰ ਜ਼ਰੂਰਤ ਨਹੀਂ ਹੈ ਕਿਸੇ ਦੀ। ਸਗੋਂ ਜੇ ਤੁਸੀਂ ਉਹ ਜ਼ਿਆਦਾ ਇੰਟਰਫੀਅਰ ਕਰੋਗੇ ਤਾਂ ਤੁਹਾਨੂੰ ਚੁੱਭਦਾ ਕਿ ਯਾਰ ਇਹ ਹੁਣੇ ਆ ਗਿਆ, ਜਾਏ ਯਾਰ, ਇਹ ਕਿਉਂ ਮੈਨੂੰ ਡਿਸਟਰਬ ਕਰ ਰਿਹਾ। ਰਾਈਟ। ਮੈਂ ਤੁਹਾਨੂੰ ਇੱਕ ਬੜੀ ਐਗਜ਼ਾਮਪਲ ਦੱਸਦਾ, ਬੜੀ ਅੱਛੀ ਗੱਲ ਹੈ ਕਿ ਜਦੋਂ ਮੇਰੀ ਮਾਂ ਸਾਡੇ ਨਾਲ ਰਹਿਣ ਆਈ ਪਿੰਡ ਤੋਂ, ਅਸੀਂ ਪਿਤਾ ਜੀ ਚਲੇ ਗਏ, ਫਿਰ ਮਾਤਾ ਆ ਗਈ ਸਾਡੇ ਨਾਲ ਜੀ। ਤੇ ਪਹਿਲੇ 2 ਸਾਲ ਬੜਾ ਤੰਗ ਕੀਤਾ, ਮੈਨੂੰ ਫੋਨ ਨਹੀਂ ਕੋਈ ਕਰਦਾ, ਮੈਂ ਇੱਥੇ ਕੀ ਕਰਾਂ, ਮੈਂ ਉਹ ਕਰਾਂ, ਆਪੇ ਤੁਸੀਂ ਬਿਜੀ ਰਹਿੰਦੇ ਹੋ, ਇੱਦਾਂ ਕਰਦੇ ਹੋ। ਫਿਰ ਅਸੀਂ ਮਾਂ ਨੂੰ ਵੀ ਫੇਸਬੁੱਕ ਸਿਖਾਤਾ। ਓਕੇ। ਹੁਣ ਮਾਂ ਕਹਿੰਦੀ ਮੈਨੂੰ ਡਿਸਟਰਬ ਮਤ ਕਰੋ, ਮੈਨੂੰ ਫੇਸਬੁੱਕ ਯੂਜ਼ ਕਰਨ ਦੇ। ਉਹ ਜਦੋਂ ਦੇਖੋ ਮੋਬਾਈਲ 'ਤੇ ਫੇਸਬੁੱਕ 'ਤੇ ਸਟੋਰੀਆਂ ਸੁਣ ਰਹੇ ਆ। ਸੋ ਇਹ ਜਿਹੜਾ ਬਦਲਾਅ ਆਇਆ ਹੈ, ਇਹ ਜਿਹੜੀ ਸਾਡੀ ਨਵੀਂ ਟੈਕਨੋਲੋਜੀ ਆਈ ਹੈ, ਖਾਸ ਤੌਰ 'ਤੇ ਜਿਹੜੀ ਇਨਫੋਰਮੇਸ਼ਨ ਟੈਕਨੋਲੋਜੀ ਆਈ ਹੈ, ਆ ਮੋਬਾਈਲ ਆਏ ਹੈ। 1990 'ਚ ਮੈਨੂੰ ਪਤਾ ਹੈ ਕਿ ਦਫ਼ਤਰ ਵਿੱਚ ਫ਼ੋਨ ਲੈਣ ਲਈ ਸੀ ਉਹਨਾਂ ਦਿਨਾਂ 15,000 ਰੁਪਈਆ ਰਿਸ਼ਵਤ ਦਿੱਤੀ ਸੀ ਲੈਂਡਲਾਈਨ ਨੰਬਰ ਲਵਾਉਣ ਲਈ ਕਿਸੇ ਮਿਨਿਸਟਰ ਦੇ ਕੋਟੇ 'ਚ। ਔਰ ਪਿੰਡਾਂ ਦੇ ਵਿੱਚ ਤੇ ਫ਼ੋਨ ਹੁੰਦੇ ਹੀ ਨਹੀਂ ਸੀ। ਇੱਕ ਸਾਡੇ ਨੇੜੇ ਪਿੰਡ ਸੀ, ਉੱਥੇ ਫ਼ੋਨ ਲੱਗਿਆ ਹੋਇਆ ਸੀ। ਉਹ 9 ਵਜੇ ਉਹਨੂੰ ਅਸੀਂ ਫ਼ੋਨ ਕਰਕੇ ਕਹਿਣਾ ਵੀ ਸਾਨੂੰ ਕਿਸੇ ਨੂੰ ਬੁਲਾ ਦਿਓ, ਅਸੀਂ ਫ਼ੋਨ ਕਰਾਂਗੇ, ਉਹਨੇ ਬੁਲਾ ਦੇਣਾ। ਉਸ ਤੋਂ ਬਾਅਦ ਲਾਈਨਾਂ ਨਹੀਂ ਮਿਲਣੀਆਂ, ਔਰ ਉਹ 11 ਵਜੇ ਉਹਨਾਂ ਹਾਰ ਥੱਕ ਕੇ ਚਲੇ ਜਾਣਾ, 11:15 ਵਜੇ ਫ਼ੋਨ ਮਿਲ ਜਾਣਾ। ਮਤਲਬ ਸੋ ਜਿਹੜਾ ਬਦਲਾਅ ਆ ਰਿਹਾ ਇਹਦੇ ਵਿੱਚ ਮੈਂ ਸੋਚਦਾ ਕਿ ਕਸੂਰ ਕਿਸੇ ਦਾ ਨਹੀਂ ਹੈ, ਮਾਹੌਲ ਐਸਾ ਬਣਿਆ ਹੋਇਆ ਹੈ, ਚੇਂਜਿਸ ਆ ਰਹੇ ਹੈ, ਤੁਸੀਂ ਸੈਲਫਿਸ਼ ਹੁੰਦੇ ਜਾ ਰਹੇ ਹੋ ਔਰ ਜੜ੍ਹਾਂ ਤੋਂ ਤੁਸੀਂ ਉਖੜਦੇ ਜਾ ਰਹੇ ਹੋ। ਤੁਸੀਂ ਆਪਣੇ ਕਲਚਰ ਦੀ ਜਿਹੜੀ ਗੱਲ ਹੈ, ਖਾਸ ਤੌਰ 'ਤੇ ਅਸੀਂ ਅੱਜ ਕੱਲ੍ਹ ਅਸੀਂ ਵੀ ਬੜਾ ਸਵਾਲ ਚੱਲਦਾ ਸਾਡੇ ਲੇਖਕਾਂ ਦੇ ਵਿੱਚ ਕਿ ਜ਼ਿਆਦਾਤਰ ਲੋਕ ਜਿਹੜੇ ਆ ਉਹ ਪੰਜਾਬੀ ਕੋਲੋਂ ਬੇਮੁਖ ਹੁੰਦੇ ਜਾ ਰਹੇ ਆ। ਤੁਸੀਂ ਕਿਸੇ ਵੀ ਵੱਡੇ ਠੀਕ ਠਾਕ ਜੇ ਘਰ 'ਚ ਚਲੇ ਜਾਓ, ਉਹ ਬੱਚੇ ਨੂੰ ਪੰਜਾਬੀ ਨਹੀਂ ਬੋਲਣ ਦਿੰਦੇ ਜਾਂ ਹਿੰਦੀ ਜਾਂ ਅੰਗਰੇਜ਼ੀ। ਸੋ ਉਹਦਾ ਕਾਰਨ ਕੀ ਹੈ? ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਪੰਜਾਬੀ ਪੜ੍ਹਨ ਨਾਲ ਸਾਡੇ ਬੱਚੇ ਦਾ ਕਰੀਅਰ ਨਹੀਂ ਬਣੇਗਾ। ਉਹਨਾਂ ਨੂੰ ਲੱਗਦਾ ਕਿ ਸਾਡਾ ਬੱਚਾ ਅੰਗਰੇਜ਼ੀ ਜਾਂ ਹਿੰਦੀ ਚੰਗੀ ਬੋਲਦਾ ਹੋਏਗਾ ਅਤੇ ਉਹਨੂੰ ਕੱਲ੍ਹ ਨੂੰ ਚੰਗੇ ਇੰਜੀਨੀਅਰਿੰਗ ਕਾਲਜ, ਚੰਗੇ ਮੈਡੀਕਲ ਕਾਲਜ ਜਾਂ ਉਹ ਕੁਛ ਅੱਛਾ ਐਡਵਾਂਸ ਚਲਾ ਜਾਏਗਾ। ਇਸ ਕਰਕੇ ਸਭ ਤੋਂ ਜਿਹੜਾ ਅਸੀਂ ਆਪਾਂ ਜੜ੍ਹਾਂ ਤੋਂ ਟੁੱਟ ਰਹੀ ਹੈ ਨਵੀਂ ਪੀੜ੍ਹੀ ਨੇ, ਇਹਦਾ ਸਾਨੂੰ ਬੜਾ ਦੁੱਖ ਰਹਿੰਦਾ ਹੈ, ਇਹਦਾ ਬੜਾ ਦਰਦ ਵੀ ਹੁੰਦੀ ਹੈ। ਮੇਰੇ ਘਰ 'ਚ 6 ਅਖਬਾਰਾਂ ਹੁੰਦੀਆਂ ਜੀ, 3 ਪੰਜਾਬੀ ਦੀਆਂ, 1 ਹਿੰਦੀ, 2 ਅੰਗਰੇਜ਼ੀ। ਮੇਰੇ ਤੋਂ ਸਿਵਾ ਕੋਈ ਨਹੀਂ ਪੜ੍ਹਦਾ। ਕਾਰਨ ਉਹ ਕਹਿੰਦੇ ਸਾਡੇ ਕੋਲ ਖਬਰਾਂ ਸਾਰੀਆਂ ਅਪਡੇਟਡ ਹੈ, ਸਾਡੇ ਕੋਲ ਉਹ TV ਵੀ ਨਹੀਂ ਦੇਖਦੇ ਜ਼ਿਆਦਾ, ਮੋਬਾਈਲ 'ਤੇ ਫਿਕਸ ਹੈ। ਔਰ ਉਹ ਲਿਟਰੇਚਰ ਨਥਿੰਗ ਟੂ ਡੂ ਵਿਦ ਲਿਟਰੇਚਰ ਨਾਲ ਕਹਿੰਦੇ ਕੁਝ ਲੈਣਾ ਦੇਣਾ। ਹੁਣ ਐ ਤੁਸੀਂ ਪਰਿਵਾਰ ਦੀ ਗੱਲ ਕਰੀ ਜਾ ਰਹੇ ਹੋ, ਬਹੁਤ ਸਾਰੇ ਲੋਕਾਂ ਨੇ ਵਾਮਿਕਾ ਨਾਲ ਵੀ ਗੱਲਾਂ ਜੋੜ ਲੈਣੀਆਂ।
ਸੋ ਵਾਮਿਕਾ ਵੀ ਨਹੀਂ ਪੜ੍ਹਦੀ ਨਿਊਜ਼ਪੇਪਰ? ਨਹੀਂ, ਵਾਮਿਕਾ ਤਾਂ ਚਲੋ ਬਿਜੀ ਹੈਗੀ ਆ, ਉਹ ਤੇ ਅੱਜ ਕੱਲ੍ਹ ਤਾਂ ਉਹਨੂੰ 6 ਸਾਲ ਹੋ ਗਏ ਸਾਡੇ ਨਾਲ ਰਹਿ ਨਹੀਂ ਰਹੀ, ਬੰਬੇ ਹੋਏਗੀ, ਅਖਬਾਰ ਲਵਾਈ ਹੋਈ ਉਹਨਾਂ ਨੇ। ਜਦੋਂ ਮੈਂ ਗੱਲ ਕਰਦਾ ਉਹਦੇ 'ਚ ਵਾਮਿਕਾ ਵੀ ਇਨਕਲੂਡਡ ਹੈ, ਉਹਦੇ 'ਚ ਮੇਰਾ ਬੇਟਾ ਹਾਰਦਿਕ ਵੀ ਇਨਕਲੂਡਡ ਹੈ, ਪਰ ਉਹਦਾ ਇਹ ਮਤਲਬ ਨਹੀਂ ਹੈ ਕਿ ਉਹ ਅਪਡੇਟਡ ਨਹੀਂ ਹੈਗੇ। ਮੈਂ ਗੱਲ ਕਰ ਰਿਹਾ ਕਿ ਅਸੀਂ ਜਿਹੜਾ ਦੀ ਇਹ ਗੱਲ ਕੀਤੀ ਜਾਂਦੀ ਹੈ ਕਿ ਉਹ ਮਤਲਬ ਮਲਟੀ ਲੈਂਗੁਏਜ ਸਟਾਰ ਹੈ। ਸੋ ਤੇਲਗੂ ਦੇ ਵਿੱਚ ਵੀ ਫਿਲਮਾਂ ਕੀਤੀਆਂ, ਪੰਜਾਬੀ ਦੇ ਵਿੱਚ ਵੀ ਹੈ ਨਾ, ਇੰਗਲਿਸ਼ ਵੀ ਅੱਛੀ ਬੋਲਦੇ ਨੇ, ਤੋਂ ਉਹਦੇ ਨਾਲ ਹਿੰਦੀ ਵੀ ਪ੍ਰੋਜੈਕਟਸ। ਸੋ ਇਹ ਕਿਹਾ ਜਾਂਦਾ। ਸੋ ਸ਼ਾਇਦ ਉਹੀ ਕਿ ਤੁਹਾਡੇ ਕੋਲੋਂ ਚਾਹੇ ਇਹਨਾਂ ਚੀਜ਼ਾਂ ਦੇ ਵਿੱਚ ਇੰਟਰਸਟ ਘੱਟ ਲੈ ਰਹੇ ਹੁਣ, ਪਰ ਬੜਾ ਕੁਝ ਸਿੱਖਿਆ ਜਾਂ ਬੜਾ ਕੁਝ ਲਿਆ ਤੁਹਾਡੇ ਤੋਂ। ਨਹੀਂ, ਇਹ ਤਾਂ ਦੇਖੋ, ਮੈਂ ਜਦੋਂ ਛੋਟੀ ਜੀ ਸੀਗੀ ਤਦ ਅਸੀਂ ਜਦੋਂ ਵੀ ਇੱਥੇ ਟੈਗੋਰ ਥੀਏਟਰ ਵਿੱਚ ਜਾਂ ਪੰਜਾਬ ਕਲਾ ਭਵਨ 'ਚ ਨਾਟਕ ਹੁੰਦੇ ਸੀਗੇ, ਅਤੇ ਮੈਨੂੰ ਕਿਉਂਕਿ ਦੇਖਣ ਦਾ, ਫਿਲਮਾਂ ਦੇਖਣ ਦਾ, ਨਾਟਕ ਦੇਖਣ ਦਾ ਔਰ ਪੱਤਰਕਾਰਤਾ ਜਿਹੜੀ ਲਿਟਰੇਰੀ ਪੱਤਰਕਾਰਤਾ, ਤਾਂ ਮੈਂ ਸ਼ੁਰੂ ਕਰਦੀ ਸੀ 1994-95 ਦੇ ਵਿੱਚ, ਆਰਟੀਕਲ ਲਿਖਣਾ, ਇਹ ਵਗੈਰਾ ਵਗੈਰਾ। ਇਹ ਉਹਨਾਂ ਦੇ ਉੱਥੇ ਜਾਣ ਨਾਲ ਉਹ ਜਿਸ ਤਰ੍ਹਾਂ ਦਾ ਮਾਹੌਲ ਹੋਵੇ ਬੱਚਿਆਂ ਪਰ ਉਹਦਾ ਅਸਰ ਪੈਂਦਾ ਹੈ ਨਾ। ਉਹਨਾਂ ਦਿਨਾਂ ਭਾਜੀ ਗੁਰਸ਼ਰਨ ਸਿੰਘ ਦੇ ਨਾਟਕ ਦੇਖਣ ਜਾਂਦੇ ਹੁੰਦੇ ਸੀ, ਹੋਰ ਜਿੰਨੇ ਵੀ ਹੁੰਦੇ ਸੀ, ਇਹ ਛੋਟੇ ਛੋਟੇ ਬੱਚੇ ਸੀਗੇ। ਪਰ ਮੈਨੂੰ ਕਿਤੇ ਕਿਤੇ ਇਹ ਵੀ ਲੱਗਦਾ ਹੈ ਕਿ ਉਹੀ ਗੱਲ ਜੀ ਮੈਂ ਪਹਿਲਾਂ ਦੱਸੀ ਹੈ ਕਿ ਲੇਖਕ ਵੀ ਤੁਸੀਂ ਹੁੰਦੇ ਹੋ, ਇਸੇ ਤਰ੍ਹਾਂ ਨਾ ਅਦਾਕਾਰ ਵੀ ਤੁਸੀਂ ਹੁੰਦੇ ਹੋ। ਤੁਹਾਨੂੰ ਵੀ ਅਦਾਕਾਰ ਨਹੀਂ ਬਣਾਇਆ ਜਾ ਸਕਦਾ, ਤਰਾਸ਼ਿਆ ਜ਼ਰੂਰ ਜਾ ਸਕਦਾ ਹੈ। ਔਰ ਮੈਨੂੰ ਇਹ ਯਕੀਨ ਸੀਗਾ ਵਾਮਿਕਾ ਦੇ ਜਨਮ ਤੋਂ ਹੀ ਕਿ ਇਹ ਐਕਟਰ ਹੀ ਬਣੇਗੀ, ਹੋਰ ਇਹ ਕੁਝ ਬਣ ਨਹੀਂ ਸਕਦੀ। ਜਿਸ ਤਰ੍ਹਾਂ ਦੇ ਉਹਦੇ ਹਾਵ ਭਾਵ ਸੀਗੇ, ਜਿਸ ਤਰ੍ਹਾਂ ਦੀ ਉਹਦੀ ਐਕਟੀਵਿਟੀ ਸੀਗੀਆਂ, ਔਰ ਉਹਨੇ ਕੋਈ ਇਸ ਤਰ੍ਹਾਂ ਪ੍ਰੋਪਰ ਕੋਈ ਸਕੂਲ ਤੇ ਨਹੀਂ ਜੁਆਇਨ ਕੀਤਾ ਟ੍ਰੇਨਿੰਗ ਵਾਸਤੇ, ਪਰ ਉਹਨੇ ਥੀਏਟਰ ਕਰਕੇ ਔਰ ਫੀਲਡ ਦੇ ਵਿੱਚ ਜਾ ਕੇ ਕੰਮ ਕਰ ਕਰਕੇ ਸਿੱਖਿਆ ਜ਼ਿਆਦਾ। ਔਰ ਉਹ ਮੈਂ ਕਿਉਂਕਿ ਉਹਦੇ ਨਾਲ ਰਾਈਟਰ ਹੋਣ ਦੇ ਨਾਤੇ ਮੈਂ ਉਹਨੂੰ ਆਪਣਾ ਪਿਤਾ ਹੋਣ ਦਾ ਜਿਹੜਾ ਫਰਜ਼ ਹੈ ਨਾ ਉਹ ਨਿਭਾਉਂਦਾ ਰਹਿੰਦਾ। ਉਹਨਾਂ ਨੂੰ ਮੈਂ ਗੱਲਾਂ ਦੱਸਦਾ ਰਹਿੰਦਾ, ਕੋਈ ਵੀ ਗੱਲ ਜਿਹੜੀ ਹੈ ਲਿਟਰੇਚਰ ਲਈ ਮੈਂ ਉਹਨੂੰ ਕਿਤਾਬਾਂ ਕਾਫੀ ਸੁਜੈਸਟ ਕਰਦਾ, ਪੜ੍ਹਦੀ ਹੈ ਉਹ ਉਨੀਆਂ ਜ਼ਿਆਦਾ। ਉਹਨੂੰ ਅੱਜ ਕੱਲ੍ਹ ਤਾਂ ਥੋੜ੍ਹੀ ਬਿਜੀ ਹੋ ਗਈ ਹੈ, ਲੇਕਿਨ ਮੈਂ ਉਹਨੂੰ ਜਿਹੜੇ ਵੱਡੇ ਵੱਡੇ ਕੁਛ ਰਾਈਟਰ ਹੈਗੇ ਹੈ, ਅਲਕੈਮਿਸਟ ਹੈ ਜਾਂ ਲੀਓ ਟਾਲਸਟਾਏ ਹੈ ਜਾਂ ਇਸ ਤਰ੍ਹਾਂ ਜਿਹੜੇ ਟੌਪ ਦੇ ਹੈਗੇ ਹੈ, ਉਹ ਮੈਂ ਉਹਨੂੰ ਪੜ੍ਹਨ ਵਾਸਤੇ ਦਿੱਤਾ। ਜਾਂ ਮੇਰਾ ਦਾਗਿਸਤਾਨ ਇੱਕ ਕਿਤਾਬ ਉਹ ਦਿੱਤੀ ਹੋਈ ਹੈ ਉਹਨੂੰ ਮੈਂ। ਹੋਰ ਜਿਹੜੇ ਪੰਜਾਬੀ, ਉਹ ਸ਼ਿਵ ਕੁਮਾਰ ਬਟਾਲਵੀ ਨੂੰ ਬੜਾ ਪਸੰਦ ਕਰਦੀ ਹੈ, ਉਹਦੀ ਪੋਇਟਰੀ ਚਮਕੀਲਾ ਉਹਨੂੰ ਬਹੁਤ ਜ਼ਿਆਦਾ ਪਸੰਦ ਹੈ। ਔਰ ਇਹ ਜਿਹੜਾ ਮੇਰੀ ਇੰਟਰਫੇਰੈਂਸ ਰਹੀ ਹੈ, ਮੈਂ ਬੱਚਿਆਂ ਦੇ ਉੱਪਰ, ਆਪਣੀ ਬੇਟੀ ਜਾਂ ਬੱਚਿਆਂ ਦੇ ਵਿੱਚ ਨਾ, ਮੈਂ ਉਹਨਾਂ ਉੱਪਰ ਇੰਪੋਜ਼ ਕੁਛ ਨਹੀਂ ਕਰਦਾ ਜਾਂ ਕੀਤਾ। ਜਦੋਂ ਨਵੇਂ ਨਵੇਂ ਜਵਾਨ ਹੋ ਰਹੇ ਸੀ ਅਤੇ ਪ੍ਰੋਬਲਮਸ ਆਉਂਦੀਆਂ, ਅਤੇ ਜਿਹੜਾ ਮੇਰਾ ਫਰਜ਼ ਸੀ ਉਹ ਮੈਂ ਨਾਲ ਨਾਲ ਨਿਭਾਉਂਦਾ ਰਿਹਾ, ਉਹਨਾਂ ਨੂੰ ਸਹੀ ਅਤੇ ਗਲਤ ਹੋਣ ਦੇ ਆਪਣੇ ਤਜਰਬੇ ਅਨੁਸਾਰ ਦੱਸਦਾ ਰਿਹਾ। ਅਤੇ ਇਸ ਕਰਕੇ ਉਹਨਾਂ ਨੇ, ਉਸ ਵੇਲੇ ਉਹਨੂੰ ਕਈ ਵਾਰੀ ਗੁੱਸਾ ਵੀ ਚੜ੍ਹਦਾ ਸੀ ਵੀ ਡੈਡੀ ਐਵੇਂ ਲੱਗੇ ਰਹਿੰਦੇ, ਪਰ ਹੁਣ ਉਹਨਾਂ ਨੂੰ ਲੱਗਦਾ ਕਿ ਨਹੀਂ, ਡੈਡੀ ਠੀਕ ਕਹਿੰਦੇ ਸੀਗੇ। ਔਰ ਇਹੋ ਹੀ ਕੁਛ ਮੈਂ ਆਪਣੇ ਡੈਡੀ ਕੋਲੋਂ ਸਿੱਖਿਆ। ਇਹ ਗੱਲਾਂ ਮੇਰੇ ਕੋਲ ਵੀ ਡੈਡੀ ਕੋਲੋਂ ਹੀ ਹੈ। ਮੇਰੇ ਡੈਡੀ ਸੀਗੇ, ਉਹ ਵੀ ਮੈਨੂੰ ਕਹਿੰਦਾ ਤੂੰ ਗੁੱਸੇ ਜੋ ਮਰਜ਼ੀ ਹੋਵੇ ਸੱਚ ਇਹ ਹੈ। ਇਸੇ ਤਰ੍ਹਾਂ ਮੈਂ ਉਹਨਾਂ ਨੂੰ ਵੀ ਕਹਿ ਦਿੰਦਾ ਤੁਸੀਂ ਮੰਨੋ ਨਾ ਮੰਨੋ, ਪਰ ਮੇਰਾ ਤਜਰਬਾ ਕਹਿੰਦਾ ਵੀ ਇਹ ਗੱਲ ਠੀਕ ਨਹੀਂ ਹੈ। ਉਸ ਵੇਲੇ ਗੁੱਸਾ ਚੜ੍ਹਦਾ, ਹਰ ਬੱਚੇ 'ਚ ਚੜ੍ਹਦਾ, ਕਿਉਂਕਿ ਅੱਜ ਕੱਲ੍ਹ ਨਵੀਂ ਜਨਰੇਸ਼ਨ ਦੀ ਸਭ ਤੋਂ ਵੱਡੇ ਦੁਸ਼ਮਣ ਉਹਦੇ ਮਾਂ ਪਿਓ ਹੀ ਹੁੰਦੇ ਆ। ਉਹਨੂੰ ਲੱਗਦਾ ਵੀ ਮੈਨੂੰ ਟੋਕਦੇ ਕਿਉਂ ਹੈ। ਔਰ ਮਾਂ ਪਿਓ ਦਾ ਟੋਕਣਾ ਇਸ ਕਰਕੇ ਜ਼ਰੂਰੀ ਹੁੰਦਾ ਹੈ ਕਿ ਉਹਨਾਂ ਉਹ ਤਜਰਬੇ ਦੇ ਅਨੁਸਾਰ ਆਪਣੀ ਉਹਦੇ ਨਾਲ ਸ਼ੇਅਰ ਕਰਦੇ, ਉਹਨੂੰ ਸਮਝਾਉਣ ਦੀ ਕੋਸ਼ਿਸ਼। ਕਿਆ ਬਾਤ ਹੈ, ਬੜੀਆਂ ਗਹਿਰੀਆਂ ਗੱਲਾਂ ਤੁਹਾਡੇ ਤੋਂ ਸਮਝਣ ਨੂੰ ਮਿਲ ਰਹੀਆਂ। ਅੱਛਾ, ਜਿਸ ਟਾਈਮ ਦੇ ਵਿੱਚ ਲਾਈਫ ਦੇ ਵਿੱਚ ਖੁਦ ਵੀ ਇੱਕ ਆਰਟਿਸਟਿਕ ਰੂਹ ਹੁੰਦੀ ਹੈ ਇਨਸਾਨ ਦੇ ਅੰਦਰ, ਉਹ ਸੋਚ ਹੁੰਦੀ ਹੈ, ਔਰ ਜਦੋਂ ਬੱਚੇ ਜਿਹੜੇ ਨੇ ਉਹ ਇੰਨਾ ਕੁ ਨਾਮ ਕਮਾ ਲੈਣ, ਜਿਵੇਂ ਕਿ ਵਾਮਿਕਾ ਨੇ ਇੰਨਾ ਨਾਮ ਕਮਾਇਆ ਅਦਾਕਾਰੀ ਦੇ ਵਿੱਚ, ਔਰ ਹੁਣ ਵੀ ਕੰਟੀਨਿਊ ਹੈ, ਅਤੇ ਉਸ ਟਾਈਮ ਦੇ ਵਿੱਚ ਜਦੋਂ ਬੱਚੇ ਦੇ ਨਾਮ ਤੋਂ ਪਹਿਚਾਨਿਆ ਜਾਵੇ ਤਾਂ ਪ੍ਰਾਊਡ ਫੀਲਿੰਗ ਵੀ ਆਉਂਦੀ ਹੈ। ਬਟ ਸਮਟਾਈਮ ਤੁਸੀਂ ਖੁਦ ਆਰਟਿਸਟ ਹੋ, ਤੁਹਾਨੂੰ ਜ਼ਿਆਦਾ ਹੀ ਕੋਈ ਇਹ ਕਹਿਣ ਲੱਗ ਜੇ ਕਿ ਵਾਮਿਕਾ ਦੇ ਪਾਪਾ ਨੇ, ਵਾਮਿਕਾ ਦੇ ਪਾਪਾ ਨੇ। ਨਹੀਂ, ਮੈਨੂੰ ਐਲਰਜੀ ਹੁੰਦੀ ਹੈ ਇਸ ਗੱਲ ਦੀ। ਉਹਨਾਂ ਦੇ ਆਪਣੇ ਉਸ ਦੇ ਨਾਲ ਨਾ ਨਹੀਂ, ਮੈਨੂੰ ਐਲਰਜੀ ਹੁੰਦੀ ਹੈ ਕਦੇ ਕਦੇ, ਲੇਕਿਨ ਇਹ ਟੱਚ ਮੁੜ ਕੇ, ਕਿਉਂਕਿ ਮੈਂ ਐਵੇਂ ਹੀ ਜਿੱਦਾਂ ਕਿਹਾ ਜਾ ਸਕਦਾ ਹੈ ਕਿ ਨਾ ਮੈਂ ਸੈਲੀਬ੍ਰਿਟੀ ਹਾਂ, ਨਾ ਮੈਂ ਆਮ ਵੀ ਨਹੀਂ ਹੈਗਾ। ਸੋ ਥੋੜ੍ਹਾ ਬਹੁਤਾ ਜਿਹੜੇ ਪੰਜਾਬੀ ਲਿਟਰੇਚਰ ਨਾਲ ਜੁੜੇ ਲੋਕ ਉਹ ਮੈਨੂੰ ਜਾਣਦੇ ਆ, ਔਰ ਇਸ ਕਰਕੇ ਮਤਲਬ ਉਸ ਤਰ੍ਹਾਂ ਦਾ ਤਾਂ ਵਿਅਕਤੀਤਵ ਨਹੀਂ ਹੈ ਕਿ, ਲੇਕਿਨ ਇਹ ਹੈ ਕਿ ਹੁਣ ਵਾਮਿਕਾ ਸਾਹਮਣੇ ਤਾਂ ਮੈਂ, ਉਹ ਅਗਰ ਅਸੀਂ ਪਾਪੂਲੈਰਿਟੀ ਦੀ ਗੱਲ ਕਰੀ ਤਾਂ ਉਹਦੇ ਸਾਹਮਣੇ ਤਾਂ ਮੈਂ ਬੋਣਾ ਤਾਂ ਨਹੀਂ ਕਹਾਂਗਾ, ਛੋਟਾ ਹੈਗਾ ਕਈ ਜਗ੍ਹਾ ਦੇ ਉੱਪਰ। ਲੇਕਿਨ ਮੈਨੂੰ ਥੋੜ੍ਹਾ ਜਿਹਾ ਕਦੇ ਕਦੇ ਬੁਰਾ ਲੱਗਦਾ ਜਦੋਂ ਕਹਿੰਦੇ ਵੀ ਆ ਇਹਨਾਂ ਨੂੰ ਮਿਲੋ ਜੀ, ਗੋਵਰਧਨ ਗੱਬੀ ਦੇ ਨਾਲ ਹੀ ਬੋਲ ਦਿੰਦੇ ਆ ਵਾਮਿਕਾ ਗੱਬੀ ਦੇ ਡੈਡੀ ਹੈ। ਇਹ ਘੱਟ ਕਹਿੰਦੇ ਆ ਵੀ ਵਾਮਿਕਾ ਗੱਬੀ ਇਹਨਾਂ ਦੀ ਬੇਟੀ ਹੈ, ਵਾਮਿਕਾ ਗੱਬੀ ਦੇ ਡੈਡੀ ਹੈ।
ਸੋ ਉਹ ਕਦੇ ਕਦੇ ਲੱਗਦਾ, ਪਰ ਫਿਰ ਅੱਛਾ ਵੀ ਲੱਗਦਾ। ਔਰ ਉਹਨੂੰ ਵਾਮਕਾ ਨੂੰ ਇਸ ਗੱਲ ਦਾ ਪਤਾ ਸ਼ਾਇਦ ਚੱਲ ਗਿਆ ਹੋਇਆ ਕਿ ਮੇਰੇ ਡੈਡੀ ਨੂੰ ਥੋੜੀ ਪ੍ਰੋਬਲਮ ਹੁੰਦੀ ਹੈ, ਤੇ ਉਹ ਅੱਜ ਕੱਲ੍ਹ ਆਪਣੇ ਹਰ ਇੰਟਰਵਿਊ 'ਚ ਨਾ ਕਹਿ ਦਿੰਦੀ ਹੈ ਕਿ ਮੇਰੀ ਜ਼ਿੰਦਗੀ 'ਚ ਮੇਰੇ ਡੈਡੀ ਦਾ ਬਹੁਤ ਵੱਡਾ ਰੋਲ ਹੈ। ਉਹ ਐਗਜ਼ਾਮਪਲਾਂ ਦੇ ਦੂ ਕੇ ਨਾ ਜਿਸਲੇ ਬੋਲਦੀ ਤਾਂ ਮੈਨੂੰ ਪਤਾ ਚੱਲ ਜਾਂਦਾ ਕਿ ਹੁਣ ਨਾ ਮੈਨੂੰ ਇੰਡਾਇਰੈਕਟਲੀ ਰਿਸ਼ਵਤ ਦੇ ਰਹੀ ਹੈ ਵੀ ਡੈਡੀ ਖੁਸ਼ ਹੋ। ਫਸਟ ਟਾਈਮ ਕਦੋਂ ਇਦਾਂ ਦੀ ਪ੍ਰਾਊਡ ਮੂਮੈਂਟ ਫੀਲ ਹੋਈ ਸੀਗੀ, ਕੋਈ ਵਾਮਿਕਾ ਦਾ ਐਕਟ ਦੇਖ ਕੇ ਜਾਂ ਥੀਏਟਰ ਪਲੇ ਜਾਂ ਕੁਛ ਇਦਾਂ ਦਾ ਦੇਖ ਕੇ, ਕੁਛ ਵੀ ਜੋ ਫਸਟ ਟਾਈਮ ਤੁਹਾਨੂੰ ਮਹਿਸੂਸ ਹੋਇਆ ਕਿ ਵਾਕਈ ਇਸਨੇ ਕਮਾਲ ਕਰ ਦਿੱਤਾ? ਨਹੀਂ, ਤੁਸੀਂ ਜਾਣਦੇ ਨਹੀਂ ਕਿ ਵਾਮਿਕਾ ਜਦੋਂ 8-9 ਸਾਲਾਂ ਦੀ ਸੀ ਤਦ ਇਹਨੇ ਇੱਕ ਪੰਜਾਬੀ ਸੀਰੀਅਲ ਕੀਤਾ ਸੀ ਜਿਹੜਾ ਇੱਧਰ ਨਹੀਂ ਸ਼ੋਅ ਕੀਤਾ ਗਿਆ, ਉਹ UK ਦਾ TV ਸੀਗਾ। ਉਹਦਾ ਨਾਂ ਸੀ ਸੌਦੇ ਦਿਲਾਂ ਦੇ। ਉਸ ਵੇਲੇ 8 ਕੁ ਸਾਲ ਦੀ ਸੀਗੀ, ਤੇ ਆ ਵਿਜੇ ਟੰਡਨ ਹੋਰੀ ਉਹਨੂੰ ਡਾਇਰੈਕਟ ਕਰ ਰਹੇ ਸੀ ਜਾਂ ਪ੍ਰੋਡਿਊਸ ਕਰ ਰਹੇ ਸੀ, ਤੇ ਇਹ ਸਾਡੇ ਸੀਗੇ, ਤੇ ਉਹਨਾਂ ਨੇ ਕਿਹਾ ਵੀ ਛੋਟੀ ਉਮਰ ਦੀਆਂ 2 ਕੁੜੀਆਂ ਚਾਹੀਦੀਆਂ, ਤੇ ਅਸੀਂ ਚਲੇ ਗਏ। ਉਹਨਾਂ ਨੇ ਕੁਛ ਕਿਹਾ ਵੀ ਕੁਛ ਰੋਣ ਵਾਲਾ, ਕੁਛ ਹੱਸਣ ਵਾਲਾ, ਤੇ ਇਹਨਾਂ ਕੰਮਾਂ ਨੂੰ ਦੇ ਪੈਦਾਸ਼ੀ ਮਤਲਬ ਐਕਟਰਸ ਤੇ ਸੀਗੀ ਨਾ, ਮਤਲਬ ਸਾਨੂੰ ਮੈਨੂੰ ਇਸ ਗੱਲ ਦਾ ਪਤਾ ਸੀਗਾ ਕਿ ਇਹਨੇ ਐਕਟਰ ਹੀ ਬਣਨਾ ਔਰ ਕੁਛ। ਅੱਛਾ, ਇੱਦਾਂ ਵੀ ਹੁੰਦਾ ਸੀ ਵੀ ਘਰੇ ਮਤਲਬ ਜਿਵੇਂ ਬੱਚਿਆਂ ਦੀ ਸ਼ਰਾਰਤਾਂ ਹੁੰਦੀਆਂ ਉਹਦੇ ਵਿੱਚ ਵੀ ਨਹੀਂ, ਉਹ ਇਹਦੀ ਵੱਡੀ ਖਾਸੀਅਤ ਵਾਮਿਕਾ ਦੀ ਇਹ ਰਹੀ ਹੈ ਕਿ ਜਿੱਦਾਂ ਮੈਂ ਇਹਨੂੰ ਉਠਾਉਂਦਾ ਸੀ ਟੇਬਲ 'ਤੇ ਖੜਾ ਕੀਤਾ ਵੀ ਹਾਂ ਵਾਮਿਕਾ ਹਾਂਜੀ ਚੱਲ ਨੱਚ, ਇਹਨੇ ਨਹੀਂ ਪੁੱਛਣਾ ਵੀ ਕਿਉਂ ਨੱਚਣਾ, ਚਲੋ ਚੱਲ ਵਾਮਿਕਾ ਹੱਸਣਾ ਸ਼ੁਰੂ ਹੋ ਗਿਆ। ਉਹਨੂੰ ਮਤਲਬ ਉਹਦੇ ਦਿਮਾਗ 'ਚ ਡਰ ਵਾਲਾ ਤਾਂ ਕੋਈ ਮਤਲਬ ਹੀ ਨਹੀਂ ਸੀਗਾ ਨਾ। ਜਦੋਂ 2-3 ਸਾਲਾਂ ਦੀ ਸੀ ਤਦ ਵੀ ਇੱਦਾਂ ਹੀ ਕਰਦੀ ਸੀ। ਫਿਰ ਜਦੋਂ ਮੈਂ ਉਹਨੂੰ ਪਹਿਲੀ ਵਾਰੀ ਉਹਨਾਂ ਨੇ ਕੈਮਰੇ ਔਨ ਕੀਤੇ, ਅਸੀਂ ਨਾਲ ਗਏ ਹੋਏ ਸੀ, ਅਤੇ ਉਹ ਜਦੋਂ ਪਹਿਲੀ ਵਾਰੀ ਇਹਨੇ ਡਾਇਲੌਗ ਜੇ ਬੋਲਦੇ ਪੰਜਾਬੀ ਦੇ ਵਿੱਚ, ਉਦੋਂ ਮੈਨੂੰ ਪਤਾ ਲੱਗਿਆ ਜੀ, ਮੈਂ ਕਿਹਾ ਵੀ ਇਹ ਕੁੜੀ ਹੁਣ ਸਹੀ ਟਰੈਕ 'ਤੇ ਆ ਗਈ ਹੈ। ਅਤੇ ਵਾਮਿਕਾ ਕਿਉਂਕਿ ਇੱਕ ਅੱਛੀ ਡਾਂਸਰ ਹੈ, ਇਹਨੇ ਕਲਾਸੀਕਲ ਡਾਂਸ ਸਿੱਖਿਆ ਪ੍ਰਾਚੀਨ ਕਲਾ ਕੇਂਦਰ, ਔਰ ਫਿਲਮਾਂ 'ਚ ਜਾਣ ਤੋਂ ਪਹਿਲਾਂ ਜਦੋਂ ਜਬ ਵੀ ਮੈਟ ਫਿਲਮ ਕਰਨੀ ਸੀ ਇਹਨੇ ਛੋਟਾ ਰੋਲ, ਅਤੇ ਇੱਥੇ ਇੱਕ ਡਾਂਸ ਕੰਪੀਟੀਸ਼ਨ ਹੋਇਆ ਸੀ ਜਿਹਦਾ ਜੱਜ ਅਮੀਰ ਖਾਨ ਸੀਗਾ। ਔਰ ਇਹ ਪਹਿਲਿਆਂ 5 'ਚ ਆਈ ਸੀਗੀ, ਔਰ ਉਸ ਵੇਲੇ ਅਮੀਰ ਖਾਨ ਨੇ ਜਦੋਂ ਨਾਂ ਲਿਆ ਕਿ ਉਹ ਜਿੱਤਿਆ ਕੋਈ ਹੋਰ ਸੀਗਾ, ਪਰ ਉਹਨੇ ਕਿਹਾ ਕਿ ਬਈ ਜਿੱਤਿਆ ਬੇਸ਼ੱਕ ਹਰਿਆਣੇ ਦਾ ਮੁੰਡਾ ਹੈ, ਲੇਕਿਨ ਮੈਂ ਕਹਿਣਾ ਚਾਹਾਂਗਾ ਕਿ ਮੈਨੂੰ ਵਾਮਿਕਾ ਚੰਗੀ ਲੱਗੀ ਸੀ ਉਸ ਵੇਲੇ। ਸੋ ਉਸ ਵੇਲੇ ਲੱਗਦਾ ਕਿ ਨਹੀਂ ਥੋੜ੍ਹਾ ਜਿਹਾ ਹੈ ਦਮ। ਫਿਰ ਸਭ ਤੋਂ ਜ਼ਿਆਦਾ ਖੁਸ਼ੀ ਉਦੋਂ ਹੋਈ ਜਦੋਂ ਫਿਰ ਐਜ਼ ਹੀਰੋਇਨ ਤੂੰ ਮੇਰਾ ਬਾਈ ਮੈਂ ਤੇਰਾ ਬਾਈ ਜਦੋਂ ਅਸੀਂ ਪਰਦੇ 'ਤੇ ਦੇਖਿਆ, ਅਤੇ ਉਸ ਵੇਲੇ ਜਿਹੜਾ ਪ੍ਰਾਊਡ ਮੂਮੈਂਟ ਆ ਉਹ ਤਾਂ ਫਿਰ ਹੁੰਦਾ ਹੀ ਹੈ। ਔਰ ਉਸ ਤੋਂ ਬਾਅਦ ਇਹਦੀ ਹਿੰਦੀ 16 ਮੂਵੀ ਆ ਗਈ, ਅਤੇ ਫਿਰ ਜਦੋਂ ਲੋਕ ਪ੍ਰੇਜ਼ ਕਰਦੇ ਆ, ਔਰ ਉਸੇ ਦਿਨ ਜਦੋਂ 16 ਮੂਵੀ ਦੀ ਰਿਲੀਜ਼ ਹੁੰਦੀ ਹੈ, ਉਸੇ ਦਿਨ ਫਿਲਮ ਰਿਲੀਜ਼ ਹੋਈ ਸੀ ਭਾਗ ਮਿਲਖਾ ਭਾਗ, ਅਤੇ ਮੈਨੂੰ ਅੱਜ ਵੀ ਯਾਦ ਹੈ ਕਿ ਅਗਲੇ ਦਿਨ ਰਿਵਿਊ ਛਪਦੇ ਆ ਫਿਲਮਾਂ 'ਚ ਅਖਬਾਰਾਂ 'ਚ, ਅਤੇ ਮੈਂ ਦਾ ਹਿੰਦੂ ਅਖਬਾਰ ਦਾ ਰਿਵਿਊ ਪੜ੍ਹਿਆ ਜੀ, ਅਤੇ ਉਹਦਾ ਹੈਡਿੰਗ ਸੀਗਾ 16 ਪੇਸਿਸ ਡਾਊਨ ਭਾਗ ਮਿਲਖਾ ਭਾਗ, ਮਤਲਬ ਕਿ ਭਾਗ ਮਿਲਖਾ ਭਾਗ ਤੋਂ 16 ਮੂਵੀ ਅੱਗੇ ਹੈ, ਉਸ ਤੋਂ ਅੱਗੇ ਜਾ ਰਹੀ ਹੈ। ਸੋ ਉਹ ਥੋੜ੍ਹੇ ਮੂਵਮੈਂਟ ਫਿਰ ਅੱਛੇ ਲੱਗਦੇ ਆ ਤੁਹਾਨੂੰ ਕਿ ਤੁਹਾਡੇ ਬੱਚੇ ਜਿਹੜੇ ਆ ਉਸ ਤਰ੍ਹਾਂ। ਇੱਕ ਚੀਜ਼ ਸਵਾਲ ਬਣਦਾ ਇੱਥੇ, ਆਈ ਹੋਪ ਤੁਸੀਂ ਇਸ ਨੂੰ ਪੋਜ਼ੀਟਿਵਲੀ ਲਓਗੇ। ਸਾਡਾ ਸਮਾਜ ਥੋੜ੍ਹਾ ਅਲੱਗ ਕਿਸਮ ਦਾ ਹੈ, ਔਰ ਪੰਜਾਬ ਦੇ ਵਿੱਚ ਅਸੀਂ ਪਿਛਲੇ ਦੌਰ ਤੋਂ ਦੇਖਦੇ ਹਾਂ ਕਿ ਲੜਕੀਆਂ ਨੂੰ ਲੈ ਕੇ ਬਹੁਤ ਸਟਰਗਲ ਚੱਲ ਰਿਹਾ, ਚਾਹੇ ਉਹਨਾਂ ਦੀ ਪੜ੍ਹਾਈ ਲਿਖਾਈ ਨੂੰ ਲੈ ਕੇ ਹੋਵੇ, ਚਾਹੇ ਉਹਨਾਂ ਦੀ ਓਪਨ ਥਿੰਕਿੰਗ ਨੂੰ ਲੈ ਕੇ ਹੋਵੇ। ਔਰ ਅਸੀਂ ਗੱਲ ਕਰਦੇ ਹਾਂ ਕਿ ਇੱਦਾਂ ਦੇ ਵੀ ਅਸੀਂ ਕੁਰੀਤੀਆਂ ਦੇਖਦੇ ਹਾਂ ਕਿ ਕੁੱਖ ਦੇ ਵਿੱਚ ਹੀ ਬੱਚੀ ਨੂੰ ਮਾਰਤਾ, ਜਨਮ ਤੋਂ ਬਾਅਦ ਬੱਚੀ ਨੂੰ ਮਾਰਤਾ, ਬੋਝ ਵੀ ਸਮਝਦੇ ਨੇ। ਸੋ ਇਹ ਦੁੱਖ ਪਹੁੰਚਾਉਂਦੀਆਂ ਗੱਲਾਂ। ਬਟ ਜਦੋਂ ਵਾਮਿਕਾ ਦੀ ਅਸੀਂ ਗੱਲ ਕਰਦੇ ਹਾਂ, ਸੋ ਉਹਨੇ ਇੱਕ ਪ੍ਰਾਊਡ ਫੀਲ ਕਰਾਇਆ, ਔਰ ਇੱਦਾਂ ਦੀਆਂ ਬਹੁਤ ਸਾਰੀਆਂ ਬੇਟੀਆਂ ਨੇ ਪੰਜਾਬ ਦੀਆਂ ਜਿਨ੍ਹਾਂ ਨੇ ਹੁਣ ਵੀ ਅਤੇ ਪਹਿਲਾਂ ਵੀ ਪ੍ਰਾਊਡ ਫੀਲ ਕਰਵਾਇਆ। ਬਟ ਫਿਰ ਵੀ ਕਿਤੇ ਨਾ ਕਿਤੇ ਸਮਾਜ ਦੀ ਇਹ ਸੋਚ ਨਹੀਂ ਬਦਲ ਰਹੀ। ਤਾਂ ਜਿਸ ਟਾਈਮ ਵਾਮਿਕਾ ਨੇ ਐਕਟਿੰਗ ਸ਼ੁਰੂ ਕੀਤੀ, ਔਰ ਵਾਮਿਕਾ ਦਾ ਜੋ ਸਟਾਈਲ ਹੈਗਾ ਬਾਲੀਵੁੱਡ ਦੇ ਵਿੱਚ ਵੀ ਹੈ, ਸਾਊਥ ਇੰਡਸਟਰੀ 'ਚ ਵੀ ਕੰਮ ਕੀਤਾ, ਸੋ ਕਦੀ ਤੁਹਾਨੂੰ ਤਾਂ ਨਹੀਂ ਇੱਦਾਂ ਸੁਣਨ ਨੂੰ ਮਿਲਿਆ ਜਾਂ ਕਹਿਣ ਨੂੰ ਮਿਲਿਆ ਕਿ ਤੁਸੀਂ ਕਿਹੜੇ ਪਾਸੇ ਕੁੜੀ ਲਾ ਦਿੱਤੀ? ਨਹੀਂ, ਮੈਂ ਤਾਂ ਤੁਸੀਂ ਮੈਨੂੰ ਅਗਰ ਪੜ੍ਹਦੇ ਹੋ ਮੇਰੇ ਅਖਬਾਰਾਂ ਦੇ ਵਿੱਚ ਜਿਹੜੀਆਂ ਕਹਾਣੀਆਂ ਵੀ ਮੇਰੀਆਂ ਹੈਗੀਆਂ, ਮੈਂ ਤਾਂ ਆਪਣੇ ਸਮਾਜ ਦੇ ਇਸ ਵਰਤਾਰੇ ਦੇ ਟੋਟਲੀ ਵਿਰੁੱਧ ਹੈ। ਜਿਹੜੀ ਇਹ ਪਿੱਤਰੀ ਜਿਹੜੀ ਮਤਲਬ ਜਿਹੜੀ ਇਹ ਪੁਰਸ਼ ਭਾਰੂ ਸੋਚ ਹੈ ਨਾ ਜਿਹੜੀ, ਇਹਦੇ ਮੈਂ ਬਿਲਕੁਲ ਵਿਰੁੱਧ ਹੈ। ਜਿਹੜੇ ਅੱਜ ਵੀ ਮੈਂ ਜਦੋਂ ਅਖਬਾਰਾਂ 'ਚ ਦੇਖਦਾ ਕਿ ਅਣਖ ਖਾਤਰ ਕੁੜੀ ਨੂੰ ਮਾਰਤਾ, ਕੁੱਖ 'ਚ ਮਾਰਤਾ, ਕੁੜੀ ਨੇ ਵਿਆਹ ਕਰਵਾ ਲਿਆ ਅਤੇ ਉਹਨੂੰ ਗਲਾ ਹੀ ਵੱਢਤਾ ਅਤੇ ਮਗਰੋਂ ਬੜੀਆਂ ਮੁੱਛਾਂ ਪਟਿਆ ਕੇ ਮੈਨੂੰ ਉਸ ਵੇਲੇ ਦਿਲ 'ਚੋਂ ਗਾਲਾਂ ਨਿਕਲਦੀਆਂ ਕਿ ਤੁਹਾਨੂੰ ਕਿਹਨੇ ਦਿੱਤਾ ਇਹ ਹੱਕ ਕਿ ਤੁਸੀਂ
ਆਪਣੀ ਅਣਖ ਖਾਤਰ ਆਪਣੀ ਧੀ ਨੂੰ ਤੁਸੀਂ ਜਾਨੋਂ ਮਾਰ ਰਹੇ ਹੋ। ਉਹਨੇ ਆਪਣੀ ਮਰਜ਼ੀ ਦਾ ਵਿਆਹ ਕਰਵਾਇਆ, ਉਹਨੇ ਆਪਣੀ ਮਰਜ਼ੀ ਦਾ ਕੁਛ ਕੀਤਾ, ਘਰੋਂ ਬਾਹਰ ਕੱਢ ਦੋ ਯਾਰ, ਉਹ ਆਪੇ ਰਹਿ ਲੇਗੀ। ਲੇਕਿਨ ਨਹੀਂ, ਇਹ ਜਿਹੜਾ ਅਣਖ ਹੈ ਇਹ ਸਾਡੇ ਪੰਜਾਬੀਆਂ 'ਚ ਕੁਛ ਜ਼ਿਆਦਾ ਹੀ ਹੈ, ਨਾਰਥ ਇੰਡੀਅਨ 'ਚ ਕੁਛ ਜ਼ਿਆਦਾ ਹੀ ਹੈ, ਹਰਿਆਣਾ ਸਾਡੇ ਕੋਲੋਂ ਵੀ ਅੱਗੇ ਹੈ। ਇਹ ਸੋਚ ਬਦਲਣ ਲਈ ਤੁਹਾਨੂੰ ਅਜੇ ਹੋਰ ਬੜਾ ਸੰਘਰਸ਼ ਕਰਨਾ ਪੈਣਾ। ਅਸੀਂ ਅੱਗੇ ਬੇਸ਼ੱਕ ਵਧ ਰਹੇ ਹਾਂ, ਲੇਕਿਨ ਜਿਹੜਾ ਇਹ ਔਰਤਾਂ ਪ੍ਰਤੀ ਜਾਂ ਮਹਿਲਾਵਾਂ ਪ੍ਰਤੀ ਸਾਡੀ ਸੋਚ ਹੈ ਨਾ, ਜਿਹਦੇ ਵਿੱਚ ਬਦਲਾਵ ਇੰਨਾ ਆਇਆ ਨਹੀਂ ਹੈ ਜਿੰਨਾ ਆਉਣਾ ਚਾਹੀਦਾ ਸੀਗਾ, ਜਾਂ ਜਿਸ ਤਰ੍ਹਾਂ ਦਾ ਬਦਲਾਵ ਆ ਰਿਹਾ ਹੈ। ਲੇਕਿਨ ਰਾਈਟਰ ਹੋਣ ਦੇ ਨਾਤੇ ਮੇਰੀਆਂ ਤੁਸੀਂ ਬਹੁਤੀਆਂ ਕਹਾਣੀਆਂ ਦੇਖੋਗੇ ਜਾਂ ਬਹੁਤੀਆਂ ਤੁਸੀਂ ਕਵਿਤਾਵਾਂ ਦੇਖੋਗੇ, ਮੈਂ ਉਹਦੇ ਵਿੱਚ ਹਮੇਸ਼ਾ ਔਰਤ ਵਾਲੇ ਪਾਸੇ ਖੜਾ ਰਿਹਾ ਕਿ ਇਹ, ਔਰ ਮੈਨੂੰ ਹਮੇਸ਼ਾ ਮੇਰੀਆਂ ਸਾਰੀਆਂ ਕਹਾਣੀਆਂ ਦੀਆਂ ਔਰਤਾਂ ਜਿਹੜੀਆਂ ਨਾ ਉਹ ਬਹਾਦਰ ਕੁੜੀਆਂ। ਅਗਰ ਉਹਦੇ ਨਾਲ ਕੋਈ ਬਦਤਮੀਜ਼ੀ ਕਰ ਰਿਹਾ ਤੇ ਉਹ ਡਰਦੀਆਂ, ਕਿਤੇ ਛੁਪ ਨਹੀਂ ਜਾਂਦੀਆਂ, ਉਹ ਅੱਗੋਂ ਹਥਿਆਰ ਕੱਢ ਕੇ ਉਹਨਾਂ ਦਾ ਮੁਕਾਬਲਾ ਕਰਦੀਆਂ, ਔਰ ਕਰਨਾ ਚਾਹੀਦਾ। ਔਰ ਮੈਨੂੰ ਲੱਗਦਾ ਕਿ ਸਾਨੂੰ ਨਾ ਜੀਣ ਦਾ ਹੱਕ, ਜੀਣ ਦਾ ਸਟਾਈਲ, ਜੀਣ ਦਾ ਆਪਣਾ ਜਿਹੜਾ, ਉਹ ਸਾਨੂੰ ਕੋਈ ਹੱਕ ਨਹੀਂ ਹੈ। ਸੋ ਵਾਮਿਕਾ ਐਕਟਰਸ ਬਣਨਾ ਨਹੀਂ ਚਾਹੁੰਦੀ ਸੀ, ਮੈਂ ਉਹਨੂੰ ਬਣਾਇਆ ਮਤਲਬ ਕਿ ਮੈਂ ਕਿਹਾ ਚੱਲ ਅਸੀਂ ਤੇਰੇ ਨਾਲ ਹਾਂ ਬਈ। ਉਹਦੀ ਦਾਦੀ, ਉਹਦਾ ਦਾਦਾ ਉਹਦੇ ਨਾਲ ਸੀਗੇ, ਅਸੀਂ ਸਗੋਂ ਅਸੀਂ ਤਾਂ ਵੀ ਨਾਲ ਆ ਤੇਰੇ, ਅਸੀਂ ਕੁੜੀ, ਤੂੰ ਗੱਲ ਨੂੰ ਆਪਣੇ ਨੂੰ, ਸਭ ਤੋਂ ਪਹਿਲੀ ਗੱਲ ਹੈ ਕਿ ਕੁੜੀ ਸਮਝ ਹੀ ਨਾ ਤੂੰ। ਅਸੀਂ ਜਿਹੜੇ ਕੁੜੀ ਮੁੰਡਾ ਲੱਭਣੇ ਸਮਝਦੇ, ਇੱਥੇ ਪ੍ਰੋਬਲਮ ਖੜੀ ਹੁੰਦੀ ਹੈ। ਤੂੰ ਕੁੜੀ ਨਾ ਸਮਝ, ਤੂੰ ਇਨਸਾਨ ਸਮਝ ਆਪਣੇ ਆਪ ਨੂੰ। ਔਰ ਇਹ ਗੱਲਾਂ ਨਾਲ ਨਾਲ ਸਮਝਾਉਣੀਆਂ ਪੈਂਦੀਆਂ, ਨਾਲ ਨਾਲ ਦੱਸਣੀਆਂ ਜ਼ਰੂਰ ਪੈਂਦੀਆਂ ਕਿ ਧੀਏ ਤੂੰ ਤਾਂ ਠੀਕ ਹੈ ਆਪਣੀ ਜਗ੍ਹਾ 'ਤੇ, ਲੇਕਿਨ ਜਿਹੜਾ ਸਾਹਮਣੇ ਵਾਲਾ ਉਹ ਹੋ ਸਕਦਾ ਹੈ, ਉਹ ਜਿੱਦਾਂ ਇੱਕ ਸਾਡੇ ਬਜ਼ੁਰਗ ਸੁਣਾਉਂਦੇ ਹੁੰਦੇ ਸੀ ਕਿ ਇੱਕ ਕਾਂ ਮਰ ਰਿਹਾ ਸੀਗਾ ਅਤੇ ਉਹਦਾ ਮੁੰਡਾ ਚਲਾ ਗਿਆ ਉਹਦੇ ਕੋਲ। ਉਹ ਕਹਿੰਦਾ ਡੈਡੀ ਤੁਸੀਂ ਤਾਂ ਮਰਨ ਲੱਗੇ ਹੋ ਅਤੇ ਕੋਈ ਸਿੱਖਿਆ ਹੀ ਦੇ ਜਾਓ ਸਾਨੂੰ। ਉਹ ਕਹਿੰਦਾ ਬੇਟਾ ਮੈਂ ਸਿੱਖਿਆ ਇਹੋ ਹੀ ਦੇਣੀ ਹੈ ਕਿ ਜਿਹੜੀ ਹੈ ਨਾ, ਆ ਜਿਹੜੇ ਲੋਕ ਹੈ ਖਾਸ ਤੌਰ 'ਤੇ ਇਨਸਾਨ ਜਿਹੜੇ ਆ ਬੜੇ ਖਤਰਨਾਕ ਹੁੰਦੇ ਆ ਅਤੇ ਇਹਨਾਂ ਕੋਲੋਂ ਬਚ ਕੇ ਰਹਿਣਾ। ਕਹਿੰਦਾ ਜੀ ਉਹ ਕਿੱਦਾਂ? ਕਹਿੰਦਾ ਇੱਦਾਂ, ਜਦੋਂ ਤੁਸੀਂ ਕਿਤੇ ਬੈਠੇ ਹੋਵੋ, ਖਾਣਾ ਖਾ ਰਹੇ, ਚੁਗ ਰਹੇ ਹੋਵੋ, ਉਹਦੇ ਲਾਗੇ ਕੋਈ ਇਨਸਾਨ ਆਵੇ, ਉਹ ਜੇ ਥੋੜ੍ਹਾ ਜਿਹਾ ਝੁਕੇ ਨਾ ਤਾਂ ਉੱਡ ਜਾਣਾ ਚਾਹੀਦਾ। ਅੱਛਾ। ਉਹ ਕਹਿੰਦਾ ਜੀ ਉਹ ਮਤਲਬ, ਕਹਿੰਦਾ ਝੁਕਣ ਦਾ ਮਤਲਬ ਕਿ ਹੋ ਸਕਦਾ ਥੱਲੋਂ ਉਹਨੇ ਪੱਥਰ ਚੁੱਕ ਕੇ ਤੁਹਾਨੂੰ ਮਾਰਨਾ ਹੋਵੇ। ਅਤੇ ਅੱਗੋਂ ਉਹਦਾ ਕਾਂ ਦਾ ਬੱਚਾ ਬੋਲਿਆ ਅਤੇ ਕਹਿੰਦਾ ਡੈਡੀ ਜੀ ਉਹਨੇ ਪਹਿਲੇ ਹੱਥ 'ਚ ਫੜਿਆ ਹੋਇਆ ਤਾਂ। ਉਹ ਫਿਰ ਕਹਿੰਦਾ ਵੀ ਤੈਨੂੰ ਸਮਝਾਉਣ ਦੀ ਕੋਈ ਲੋੜ ਨਹੀਂ ਹੈ, ਤੇਰਾ ਕੋਈ ਕੁਛ ਨਹੀਂ ਵਿਗਾੜ ਸਕਦਾ। ਇਸੇ ਤਰ੍ਹਾਂ ਸਾਨੂੰ ਆਪਣੇ ਬੱਚਿਆਂ ਨੂੰ ਬਿਨਾਂ ਇਹ ਭੇਦਭਾਵ ਕੀਤੇ ਆ ਕਿ ਉਹ ਕੁੜੀ ਹੈ ਕਿ ਮੁੰਡਾ ਹੈ। ਸਾਡੇ ਘਰ 'ਚ ਸਗੋਂ ਇੱਕ ਉਲਟ ਵੀ ਥੋੜ੍ਹੀ ਜਿਹੀ ਪ੍ਰੋਬਲਮ ਆਈ ਹੈ। ਅੱਛਾ। ਬੇਟੀ ਵੱਡੀ ਸੀਗੀ, ਬੇਟਾ ਛੋਟਾ ਸੀਗਾ। ਅਤੇ ਜਿਹੜੀ ਆਮ ਘਰਾਂ 'ਚ ਹੁੰਦੀ ਹੈ ਕਿ ਬੇਟੀਆਂ ਦੁਖੀ ਰਹਿੰਦੀਆਂ ਕਿ ਬੇਟੇ ਨੂੰ ਭਾਵੇਂ ਛੋਟਾ ਹੋਵੇ ਵੱਡਾ ਹੋਵੇ ਉਹਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੇ ਆ। ਸਾਡੇ ਹੈਗੀ ਹੈ ਨਾ ਕੁਰੀਤਾਂ ਚੱਲੀਆਂ ਹੋਈਆਂ। ਸਾਡੇ ਘਰ 'ਚ ਬੇਟਾ ਉਲਟ ਸੀ, ਤੁਸੀਂ ਮੈਨੂੰ ਘੱਟ ਪਿਆਰ ਕਰਦੇ ਹੋ, ਤੁਸੀਂ ਉਹਨੂੰ ਜ਼ਿਆਦਾ ਪਿਆਰ ਕਰਦੇ ਹੋ। ਹੁਣ ਤਾਂ ਠੀਕ ਹੈ, ਉਹਨੂੰ ਸਮਝ ਆਏ। ਅਸੀਂ ਤਾਂ ਕਿਉਂਕਿ ਮਾਂ ਪਿਓ ਵਾਸਤੇ ਤਾਂ ਬੱਚੇ ਹੀ ਹੈ ਨਾ, ਉਹਦੇ ਵਾਸਤੇ ਸਾਰਿਆਂ ਵਾਸਤੇ ਪਿਆਰ ਬਰਾਬਰ ਹੁੰਦਾ, ਛੋਟੇ ਵੱਡੇ ਦਾ ਕੋਈ ਮਤਲਬ ਹੀ ਨਹੀਂ ਹੈ। ਇਹ ਤਾਂ ਸੀ ਕਿ ਤੁਹਾਡੀ ਸੋਚ, ਜਿਵੇਂ ਮੈਂ ਤੁਹਾਡੇ ਤੋਂ ਹੀ ਸਵਾਲ ਕੀਤਾ ਸੀ ਵੀ ਬਾਹਰੋਂ ਤੁਹਾਨੂੰ ਇਸ ਦੇ ਉੱਤੇ ਕੋਈ ਸਵਾਲ ਤਾਂ ਨਹੀਂ? ਬਾਹਰੋਂ ਕਿਸੇ ਨੇ ਨਹੀਂ, ਲੇਕਿਨ ਅੱਜ ਕੱਲ੍ਹ ਮੈਂ ਕਈ ਵਾਰੀ ਮੈਨੂੰ ਫੇਸਬੁੱਕ ਦੇ ਉੱਪਰ ਜਾਂ ਇੰਸਟਾਗ੍ਰਾਮ 'ਤੇ ਕੁਛ ਖੜ ਦਿਮਾਗੀ ਨਵੀਂ ਜਨਰੇਸ਼ਨ ਦੇ ਬੱਚੇ, ਹੁਣ ਪਤਾ ਤਾਂ ਚੱਲਦਾ ਨਹੀਂ, ਜਾਲੀ ਵੀ ਹੁੰਦੀਆਂ ਆਈਡੀਜ਼ ਵਗੈਰਾ, ਅਤੇ ਕਈ ਸਵਾਲ ਪੁੱਛਦੇ ਆ ਕਿ ਤੁਹਾਨੂੰ ਜਦੋਂ ਤੁਸੀਂ ਆਪਣੀ ਬੇਟੀ ਨੂੰ ਫਿਲਮਾਂ 'ਚ ਦੇਖਦੇ ਹੋ, ਜਦੋਂ ਉਹਨੇ ਡੀਪ ਕੱਟ ਪਾਇਆ ਹੁੰਦਾ, ਤੁਹਾਨੂੰ ਕਿੱਦਾਂ ਮਹਿਸੂਸ ਹੁੰਦਾ? ਅਤੇ ਮੈਂ ਫਿਰ ਉਹਨੂੰ ਜਵਾਬ ਦੇ ਕੇ ਬਲੌਗ 'ਤੇ ਕਰ ਹੀ ਦਿੰਦਾ। ਮੈਂ ਕਿਹਾ ਜਿੱਦਾਂ ਤੈਨੂੰ ਆਪਣੀ ਮਾਂ ਦਾ ਦੁੱਧ ਪੀਣ ਲੱਗੇ ਹੁੰਦਾ ਨਾ, ਜਦੋਂ ਤੂੰ ਆਪਣੀ ਮਾਂ ਦਾ ਦੁੱਧ ਪੀਤਾ ਹੋਣਾ ਹੈ ਅਤੇ ਉਸ ਵੇਲੇ ਜਿਹੜਾ ਤੈਨੂੰ ਅਹਿਸਾਸ ਹੋਏ, ਉਹੀ ਮੈਨੂੰ ਹੁੰਦਾ ਹੈ। ਇਹ ਤੁਹਾਡੇ ਕੋਲ ਮਤਲਬ ਮੈਂ ਦੱਸਿਆ ਨਾ, ਜਿਹੜੀ ਨਵੀਂ ਜਨਰੇਸ਼ਨ ਹੈ ਸਾਡੀ, ਔਰ ਜਿਹਨੂੰ ਅਸੀਂ ਪਿੱਛੇ ਦੀ ਮੈਂ ਇੱਕ ਨੇਤਾ ਨੂੰ ਸੁਣਿਆ ਕਿ ਉਹ ਸਿੱਧੂ ਮੂਸੇਵਾਲੇ ਨੂੰ ਕਹਿ ਰਿਹਾ ਕਿ ਸਾਡਾ ਜੀ ਨਵੀਂ ਯੂਥ ਦਾ ਆਈਕਨ ਹੈ। ਯਾਰ ਉਹ ਤੁਸੀਂ ਮਤਲਬ ਆਪਣੇ ਆਪ ਨਾਲ ਕਦੇ ਸ਼ੀਸ਼ੇ 'ਚ ਖੜੋ ਕੇ ਦੇਖਿਆ ਤਾਂ ਕਰੋ ਤੁਸੀਂ ਵੀ ਤੁਸੀਂ ਕਰ ਕੀ ਰਹੇ ਹੋ। ਤੁਸੀਂ ਪੈਸਾ ਕਮਾਉਣ ਖਾਤਰ ਕੀ ਕਰ ਰਹੇ ਹੋ ਜੀ? ਤੁਸੀਂ ਘਟੀਆ ਗਾਣੇ ਗਾ ਰਹੇ ਹੋ, ਤੁਸੀਂ ਹਥਿਆਰਾਂ ਦੀ ਗੱਲ ਕਰ ਰਹੇ ਹੋ, ਔਰ ਤੁਸੀਂ ਆਪਣੇ ਪਿੱਛੇ ਨਵੀਂ ਜਨਰੇਸ਼ਨ ਨੂੰ ਪਾਗਲ ਬਣਾ ਰਹੇ ਹੋ, ਔਰ ਨਵੀਂ ਜਨਰੇਸ਼ਨ ਪਾਗਲ ਹੋ ਰਹੀ ਹੈ। ਲੋਕੀ ਕਹਿੰਦੇ ਜੀ ਉਹ ਉਹਨਾਂ ਨੂੰ ਪਸੰਦ ਹੀ ਇਸ ਤਰ੍ਹਾਂ ਦੇ ਗਾਣੇ ਆਉਂਦੇ, ਤਾਂ ਅਸੀਂ ਕੀ ਕਰੀਏ? ਯਾਰ ਉਹਨਾਂ ਨੂੰ ਤਾਂ ਪਸੰਦ ਆਉਂਦੇ, ਤਾਂ ਪਸੰਦ ਆਉਂਦੇ ਨਾ, ਤੁਸੀਂ ਇਸ ਤਰ੍ਹਾਂ ਦੇ ਗਾਣੇ ਪੇਸ਼ ਕਰਦੇ ਹੋ, ਤੁਸੀਂ ਇਸ ਤਰ੍ਹਾਂ ਦੀਆਂ ਫਿਲਮਾਂ ਪੇਸ਼ ਕਰਦੇ ਹੋ। ਅੱਜ ਕੱਲ੍ਹ ਮੈਂ ਜਿਹੜਾ OTT ਦੇ ਉੱਪਰ ਕਈ ਸਾਰਾ ਕੰਟੈਂਟ ਆ ਰਿਹਾ, ਮੈਂ ਕੱਲ੍ਹ ਈਵਨ ਮਾਈ ਸੀਰੀਜ਼ ਆਈ ਹੈ,
ਸੋ ਮੈਂ ਵਾਮਕਾ ਨਾਲ ਵੀ ਤੇ ਇੱਕ ਉਹਦੇ ਵਿੱਚ ਮੁੰਡਾ ਜਿਹੜਾ ਇੱਕ ਨੇ ਰੋਲ ਕੀਤਾ, ਮੈਂ ਗੱਲ ਉਹਨੂੰ ਕਿਹਾ, ਉਹਨੂੰ ਮੈਂ ਕਿਹਾ ਇਹ ਸਮੱਸਿਆ ਕੀ ਹੈ ਤੁਹਾਡੀ ਸਾਰਿਆਂ ਦੀ ਕਿ ਤੁਸੀਂ ਇਸ ਕਰਕੇ ਗਾਲਾਂ ਕੱਢ ਰਹੇ ਹੋ ਵੀ ਲੋਕਾਂ ਨੂੰ ਗਾਲਾਂ ਪਸੰਦ ਆਉਂਦੀਆਂ। ਸਿਚੁਏਸ਼ਨ ਨਹੀਂ ਹੈ, ਤੁਸੀਂ ਕੁੜੀਆਂ ਦੇ ਮੂੰਹੋਂ ਮਾਂ ਭੈਣ ਦੀਆਂ ਗਾਲਾਂ ਕਢਾ ਰਹੇ ਹੋ। ਇਹ ਜਿਹੜਾ ਇਸ ਫਰਜ਼ ਜਿਹੜਾ ਨਾ, ਜਿਹੜਾ ਕੋਈ ਆਰਟ ਫਿਲਮਾਂ ਜਾਂ ਗਾਣੇ ਲਿਖ ਰਿਹਾ ਜਾਂ ਗਾ ਰਿਹਾ, ਉਹਦਾ ਫਰਜ਼ ਬਣਦਾ ਕਿ ਮੈਂ ਕੀ ਪੇਸ਼ ਕਰ ਰਿਹਾ ਜੀ, ਕਿਉਂਕਿ ਲੋਕਾਂ ਨੇ ਤਾਂ ਸੁਣਨਾ ਹੀ ਹੈ। ਉਹ ਕਹਿੰਦੇ ਜੀ ਨਹੀਂ ਪਸੰਦ ਉਹ ਨਾ ਸੁਣੋ ਯਾਰ, ਉਹ ਠੀਕ ਹੈ, ਉਹਦੇ ਬੇਵਕੂਫ ਹੈਗੇ, ਫਿਰ ਤੂੰ ਕਿੱਥੋਂ ਦਾ ਸਿਆਣਾ ਨਿਕਲ ਆਇਆ। ਸੋ ਇਹ ਜਦ ਤੱਕ ਕਲਾਕਾਰ ਜਿਹੜਾ ਲੇਖਕ ਹੈ, ਕਲਾਕਾਰ ਹੈ ਜਾਂ ਕੁਛ ਵੀ, ਜਦ ਤੱਕ ਉਹ ਬਦਲਾਵ ਨਹੀਂ ਲਿਆਉਂਦਾ ਆਪਣੀ ਕਲਾ ਦੇ ਵਿੱਚ, ਆਪਣੇ ਲਿਟਰੇਚਰ ਦੇ ਵਿੱਚ, ਤਦ ਤੱਕ ਇੱਦਾਂ ਦਾ ਨਾ ਜਿਹੜਾ ਤੁਸੀਂ ਇਹ ਗੱਲ ਕੀਤੀ, ਜਿਵੇਂ ਤੁਸੀਂ ਗਾਲਾਂ ਦੀ ਗੱਲ ਕੀਤੀ ਕਿ ਉਹ ਯੂਜ਼ ਕਰਨ ਲੱਗ ਗਏ, ਜਾਂ ਤੁਸੀਂ ਸਿੱਧੂ ਮੂਸੇਵਾਲੇ ਦੀ ਗੱਲ ਕਰ ਰਹੇ ਹੋ, ਇਹ ਜਦੋਂ ਨਵੇਂ ਕਲਾਕਾਰਾਂ ਨੂੰ ਇੱਦਾਂ ਦੇ ਸਵਾਲ ਹੁੰਦੇ ਨੇ ਜਾਂ ਮੇਕਰਸ ਨੇ ਜਿਹੜੇ, ਉਹਨਾਂ ਨੂੰ ਇੱਦਾਂ ਦੇ ਸਵਾਲ ਹੁੰਦੇ ਨੇ, ਉਹ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਵੀ ਦੇਖਿਆ ਹੋਊਗਾ, ਪੁਰਾਣੇ ਕਲਿੱਪਸ ਬੜੇ ਆਉਂਦੇ ਨੇ, ਚਾਹੇ ਉਹ ਰਾਜੇਸ਼ ਖੰਨਾ ਜੀ ਦੀ ਫਿਲਮ ਦਾ ਹੋਵੇ ਇੱਕ ਸੂਈ ਧਾਗਾ ਵਾਲਾ, ਅਤੇ ਹੋਰ ਇੱਦਾਂ ਦੇ ਉਹ ਕਲਿੱਪਸ ਦਿਖਾ ਕੇ ਕਹਿ ਦਿੰਦੇ ਕਿ ਜੀ ਪੁਰਾਣੀ ਫਿਲਮਾਂ 'ਚ ਵੀ ਬਹੁਤ ਕੁਝ ਸੀ। ਰਾਜ ਕਪੂਰ ਸਾਹਿਬ ਦੀਆਂ ਫਿਲਮਾਂ ਦੇ ਸੀਨ ਕੱਢ ਕੇ ਦੇ ਦਿੰਦੇ ਆ, ਬਹੁਤ ਕੁਝ ਸੀ। ਇੱਧਰ ਗਾਇਕਾਂ ਦੀ ਗੱਲ ਕਰੀਏ, ਚਮਕੀਲਾ ਸਾਹਿਬ ਨੂੰ ਲੈ ਕੇ ਗੱਲ ਕਰ ਦਿੰਦੇ ਆ ਕਿ ਉਹ ਜੀ ਲੈਜੈਂਡ ਹੈ, ਉਹਨਾਂ ਨੇ ਇੱਦਾਂ ਐਕਸਪੈਂਡ ਕੀਤਾ ਮਿਊਜ਼ਿਕ ਨੂੰ ਜਾਂ ਕੁਝ ਵੀ। ਸੋ ਤੁਸੀਂ ਇਸ ਨੂੰ ਕਿਸ ਤਰੀਕੇ ਨਾਲ ਬੈਲੈਂਸ? ਮੈਂ ਬਿਲਕੁਲ ਸਹਿਮਤ ਹਾਂ। ਮੈਂ ਦੱਸ ਰਿਹਾ ਕਿ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਰਾਜੇਸ਼ ਖੰਨਾ ਦੀਆਂ ਜਾਂ ਉਹ ਵਾਲੀਆਂ, ਉਹਨਾਂ ਦਿਨਾਂ ਵੀ ਸੀਗਾ, ਪਰ ਉਹਨਾਂ ਦਿਨਾਂ ਜਿਹੜੀ ਮਾਤਰਾ ਸੀਗੀ ਉਹ ਬਹੁਤ ਘੱਟ ਸੀਗੀ ਕੰਪੈਰੀਟਿਵਲੀ ਸੀਗੀ। ਉਹਨਾਂ ਦਿਨਾਂ ਵੀ ਸੁਰਿੰਦਰ ਕੌਰ ਔਰ ਆਸ਼ਾ ਸਿੰਘ ਮਸਤਾਨਾ ਨੇ ਗਾਣੇ ਗਾਏ ਹੈ, ਟਿੱਚ ਬਟਨਾਂ ਦੀ ਜੋੜੀ ਵਗੈਰਾ ਵਗੈਰਾ, ਜਾਂ ਚਲੋ ਇਹ ਚਮਕੀਲਾ ਤੇ ਕੋਈ ਬਹੁਤਾ ਪੁਰਾਣੀ ਗੱਲ ਨਹੀਂ ਹੈਗੀ ਹੈ, ਇਹਨੇ ਜਿਹੜੇ ਗਾਣੇ ਗਾਏ ਹੈ ਕੁਝ ਸੁਣਨ ਲਾਇਕ ਨਹੀਂ ਹੈਗੇ ਹੈ। ਔਰ ਉਸ ਵੇਲੇ ਵੀ ਸੀਗਾ, ਲੇਕਿਨ ਉਸ ਵੇਲੇ ਸਾਡੇ ਕੋਲ ਫੇਸਬੁੱਕ ਮੋਬਾਈਲ ਨਹੀਂ ਹੁੰਦੇ ਸੀ, ਸੋ ਚੀਜ਼ਾਂ ਫੈਲਣ ਨੂੰ ਟਾਈਮ ਲੱਗਦਾ ਸੀ। ਜੀ ਚੁਣਦੇ ਸੀਗੇ, ਜਾਂ ਤੁਹਾਡੇ ਕੋਲ ਤੁਸੀਂ ਕਹਿ ਲਓ ਚੁਣਦੇ ਸੀਗੇ, ਜਾਂ ਇੰਨਾ ਤੁਹਾਡੇ ਕੋਲ ਉਹ ਖਿਲਾਰਾ ਜ਼ਿਆਦਾ ਨਹੀਂ ਸੀਗਾ ਨਾ। ਅੱਜ ਕੱਲ੍ਹ ਹਰ ਬੰਦਾ ਪੱਤਰਕਾਰ ਹੈ, ਹਰ ਬੰਦਾ ਫੋਟੋਗ੍ਰਾਫਰ ਹੈ, ਸਭ ਕੁਝ ਬਣਾ ਲੈਂਦਾ ਹੈ। ਕਿੰਨੇ ਤੁਸੀਂ ਅੱਜ ਕੱਲ੍ਹ ਇੰਸਟਾਗ੍ਰਾਮ 'ਤੇ ਰੀਲਸ ਦੇਖ ਰਹੇ ਹੋ, ਕਿੰਨਾ ਕੁਝ ਦੇਖ ਰਹੇ ਹੋ। ਕਈ ਮੈਂ ਕੁੜੀਆਂ ਦੇਖਦਾ ਇੰਸਟਾਗ੍ਰਾਮ ਦੇ ਉੱਪਰ, ਉਹ ਕੋਈ ਕੰਮ ਹੀ ਨਹੀਂ ਕਰਦੀਆਂ, ਉਹ ਅੱਧ ਨੰਗੀਆਂ ਜਿਹੀਆਂ ਹੋ ਕੇ ਵੀਡੀਓ ਜੇ ਪਾਉਂਦੀਆਂ, ਔਰ ਪਤਾ ਲੱਗਦਾ ਹੈ ਕਿ ਉਹਨਾਂ ਦੇ ਜਿਹੜੇ ਫਾਲੋਵਰ ਹੈ ਉਹ 10 ਮਿਲੀਅਨ ਹੈ ਜੀ। ਅੱਛਾ, ਜਿਹੜਾ ਐਡਵਰਟਾਈਜ਼ਰ ਹੈ ਉਹਨੂੰ ਕੁਝ ਲੈਣਾ ਦੇਣਾ ਨਹੀਂ ਹੈ, ਉਹ ਉਹਨਾਂ ਨੂੰ ਆਪਣੀ ਐਡਵਰਟੀਜ਼ਮੈਂਟ ਦੇ ਦਿੰਦਾ, ਪ੍ਰਮੋਸ਼ਨ ਦੇ ਦਿੰਦਾ, ਪਿੱਛੇ ਭੀੜ ਕਰਦੇ ਸਾਡੀ ਪ੍ਰਮੋਸ਼ਨ ਕਰਦੇ। ਸੋ ਇਹ ਜਿਹੜਾ ਸਾਡੇ ਕਰੈਕਟਰ ਦੇ ਵਿੱਚ ਜਿਹੜਾ ਆ ਰਿਹਾ ਨਾ, ਜਿਹੜਾ ਮਤਲਬ ਨਿਗਾਰ ਜਿਹਨੂੰ ਕਹਿੰਦੇ ਆ, ਜਿਹੜਾ ਅਸੀਂ ਦੂਸਰੇ ਪਾਸੇ ਤੁਰੇ ਹੋਏ ਆ, ਇਹ ਬਹੁਤ ਖਤਰਨਾਕ ਹੈ। ਔਰ ਸਰ, ਛੋਟੀ ਉਮਰ ਦੇ ਵਿੱਚ ਪੈਸਾ ਮਿਲਣਾ, ਔਰ ਜਿਸ ਟਾਈਮ ਤੁਸੀਂ ਮੈਚਿਓਰ ਇਨਫ ਨਹੀਂ ਹੈਗੇ, ਤੁਸੀਂ ਉਸ ਦੇ ਲਈ ਫਾਈਟ ਨਹੀਂ ਕੀਤੀ, ਕਹਿੰਦੇ ਨਾ ਕਿ ਮਿਹਨਤ ਨਾਲ ਕਮਾਇਆ ਹੋਇਆ ਫਲ ਉਹਦਾ ਸਵਾਦ ਹੀ ਅਲੱਗ ਹੁੰਦਾ। ਪਰ ਜਦੋਂ ਤੁਹਾਨੂੰ ਇਨ ਸ਼ਾਰਟ ਟਰਮ ਮਿਲ ਜਾਂਦੀਆਂ ਚੀਜ਼ਾਂ, ਔਰ ਪੈਸਾ ਇੱਦਾਂ ਜਿਵੇਂ ਐਡਵਰਟਾਈਜ਼ਮੈਂਟ ਤੋਂ ਜਾਂ ਕੁਛ ਇੱਦਾਂ ਦਾ ਕਰਕੇ ਕਿ ਤੁਸੀਂ ਥੋੜ੍ਹੇ ਜਿਹੇ ਕੱਪੜਿਆਂ 'ਚ ਬਦਲਾਵ ਕੀਤਾ, ਵੀਡੀਓ ਪਾਤੀ, ਤੁਹਾਨੂੰ ਕੀ ਲੱਗਦਾ ਹੈ ਕਿ ਕਿੰਨਾ ਦਿਮਾਗ ਦੇ ਉੱਤੇ ਗਹਿਰਾ ਅਸਰ ਪਾਏਗਾ ਕਿ ਇੰਨੀ ਘੱਟ ਉਮਰ ਦੇ ਵਿੱਚ ਜ਼ਿਆਦਾ ਪੈਸਾ ਆਉਣਾ ਔਰ ਇੱਕ ਇੰਬੈਲੈਂਸ ਕ੍ਰੀਏਟ ਹੋਣਾ? ਤੁਸੀਂ ਸਿਰਫ ਇਹਦੀ ਗੱਲ ਕਰ ਰਹੇ ਹੋ। ਮੈਂ ਤਾਂ ਜਿਹੜੇ ਟੀਵੀਜ਼ ਦੇ ਉੱਪਰ ਪ੍ਰਾਈਵੇਟ ਜਿਹੜੇ ਨਿੱਜੀ ਚੈਨਲ ਹੈਗੇ ਜਾਂ ਸਰਕਾਰੀ ਵੀ ਕਹਿ ਲਓ, ਜਿੱਥੇ ਬੱਚਿਆਂ ਦੇ ਕੰਪੀਟੀਸ਼ਨ ਹੁੰਦੇ ਆ ਨਾ, ਚਾਹੇ ਉਹ ਡਾਂਸ ਹੈ, ਚਾਹੇ ਉਹ ਸਿੰਗਿੰਗ ਹੈ, ਚਾਹੇ ਕੋਈ ਹੋਰ ਹੈ, ਮੈਂ ਉਹਦੇ ਟੋਟਲੀ ਬਰਖਲਾਫ ਹੈ। ਜਿਹੜੇ ਰਿਐਲਿਟੀ ਸ਼ੋਅ ਹੈ, ਮੈਂ ਉਹਨਾਂ ਦੇ ਟੋਟਲੀ। ਉਹ ਤੁਸੀਂ ਦੇਖਿਆ ਹੋਣਾ ਕਿ ਪਿੱਛੇ ਸਿੰਗਿੰਗ ਵਿੱਚ ਇੱਕ ਮੁੰਡਾ ਸੀਗਾ, ਉਹ ਮੈਨੂੰ ਨਾਂ ਨਹੀਂ ਯਾਦ ਆ ਰਿਹਾ, ਉਹ ਟੌਪ ਟੂਬ ਕੀਤਾ ਸੀਗਾ, ਜਿਹੜਾ ਬਹੁਤ ਵੱਡਾ ਇੱਕ ਮਿਊਜ਼ਿਕ ਦਾ ਹੁੰਦਾ, ਉਹ ਬਾਅਦ 'ਚ ਛੋਟੀ ਉਮਰ ਤੋਂ ਬਣ ਗਿਆ, ਬਹੁਤ ਵੱਡਾ ਪੈਸਾ ਵੀ ਆ ਗਿਆ, ਉਹ ਦਿਮਾਗੀ ਤੌਰ 'ਤੇ ਉਹਦਾ ਦਿਮਾਗ ਖਤਮ ਹੋ ਗਿਆ। ਮਤਲਬ ਹੁਣ ਉਹ ਨਾ 3 ਜਾਂ ਨਾ 13 ਦੇ ਵਿੱਚ ਹੈ। ਮਤਲਬ ਹਰ ਕੰਮ ਉਦੋਂ ਹੀ ਕਰਨਾ ਚਾਹੀਦਾ ਜਦੋਂ ਉਹਦਾ ਟਾਈਮ ਹੈ। ਛੋਟੇ ਬੱਚਿਆਂ ਦੇ ਉੱਪਰ ਤੁਸੀਂ ਜਦੋਂ ਕੰਪੀਟੀਸ਼ਨ ਦੇ ਵਿੱਚ ਉਹ ਵਿਚਾਰੇ ਹਾਰਦੇ ਹੈ ਜਾਂ ਉਹਨਾਂ ਨੂੰ ਸਿਲੈਕਟ ਨਹੀਂ ਕੀਤਾ ਜਾਂਦਾ, ਜਿਹੜਾ ਉਸ ਵੇਲੇ ਉਹਨਾਂ ਦੇ ਬੱਚਿਆਂ ਦੇ ਦਿਮਾਗ ਦੇ ਉੱਪਰ ਜਿਹੜਾ ਪ੍ਰਭਾਵ ਪੈ ਰਿਹਾ ਨਾ, ਉਹਦਾ ਰਿਜ਼ਲਟ ਜਿਹੜਾ ਹੈ ਨਾ, ਉਹਨਾਂ ਨੂੰ ਬਾਅਦ ਦੇ ਵਿੱਚ ਪਤਾ ਲੱਗਣਾ। ਲੇਕਿਨ ਸਾਡੇ ਜਿਹੜੀ ਇੰਡਸਟਰੀ ਹੈ ਉਹ ਲੱਗੀ ਹੋਈ ਹੈ, ਕਿਉਂਕਿ ਉਹਨਾਂ ਨੇ ਬਹੁਤ ਜ਼ਿਆਦਾ ਫੇਮ ਮਿਲ ਗਿਆ। ਨਹੀਂ, ਉਹ ਦੇਖੋ ਜਿਹੜਾ ਘੱਟ ਓਵਰ ਦੇ ਬੱਚੇ ਕੋਲ ਜਦੋਂ ਬਹੁਤ ਜ਼ਿਆਦਾ ਪੈਸਾ ਆ ਜਾਏਗਾ, ਨੈਚੁਰਲੀ ਹੈ ਕਿ ਉਹ ਕਿਉਂ ਪਰਵਾਹ ਕਰੇਗਾ। ਉਹ ਚੀਜ਼ ਕੰਟੀਨਿਊ ਨਹੀਂ ਹੋ ਪਾਈ,
ਫਿਰ ਬਰਬਾਦ, ਫਿਰ ਉਹ ਸ਼ਰਾਬਾਂ ਪੀਣਗੇ, ਨਸ਼ੇ ਕਰਨਗੇ, ਆਪਣੇ ਆਪ ਨੂੰ ਤਬਾਹ ਹੋ ਕਰਨਗੇ। ਜਾਣਗੇ ਔਰ ਸ਼ਾਇਦ ਉਹਨਾਂ ਦੇ ਕੋਲੇ ਕੋਈ ਹੋਰ ਰਾਹ ਵੀ ਨਹੀਂ ਬਚੇਗਾ, ਕਿਉਂਕਿ ਤੁਸੀਂ ਇੰਨੇ ਫੇਮਸ ਹੋ ਗਏ ਕਿ ਹੁਣ ਤੁਸੀਂ ਕੋਈ ਛੋਟਾ ਮੋਟਾ ਕੰਮ ਵੀ ਨਹੀਂ ਕਰ ਸਕਦੇ। ਇਹਦੇ ਨਾਲ ਮੈਂ ਇੱਕ ਹੋਰ ਗੱਲ ਜੋੜ ਦੇਣਾ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿੰਨੇ ਵੀ ਅੱਜ ਤੱਕ ਜੂਨੀਅਰ ਆਰਟਿਸਟ ਹੋਏ ਹੈ, ਜੂਨੀਅਰ ਆਰਟਿਸਟ ਮਤਲਬ ਜੂਨੀਅਰ ਰਾਜੇਸ਼ ਖੰਨਾ, ਜੂਨੀਅਰ ਅਮਿਤਾਭ ਬੱਚਨ, ਜੂਨੀਅਰ ਮਹਿਮੂਦ ਵਗੈਰਾ ਵਗੈਰਾ, ਤੁਸੀਂ ਕਦੇ ਨੋਟ ਕੀਤਾ ਕਿ ਉਹਦੇ ਵਿੱਚੋਂ 99% ਬੱਚੇ ਵੱਡੇ ਹੋ ਕੇ ਇਸ ਲਾਈਨ ਨੂੰ ਹੀ ਅਲਵਿਦਾ ਕਹਿ ਗਏ। ਕਾਰਨ ਉਹ ਇੰਨੇ ਕੁ ਦੁਖੀ ਹੋ ਗਏ ਕਿ ਉੱਥੇ ਪਹੁੰਚਦੇ ਜਦੋਂ ਉਹਨੇ ਅਸਲੀ ਕੰਮ ਸ਼ੁਰੂ ਕਰਨਾ ਸੀ ਤਦ ਤੱਕ ਉਹਨਾਂ ਦਾ ਮੋਹ ਭੰਗੀ ਹੋ ਗਿਆ ਨਾ ਚੀਜ਼ਾਂ ਕੋਲੋਂ। ਕਿਉਂਕਿ ਜਿਹੜਾ ਜਦੋਂ ਤੁਸੀਂ ਛੋਟੇ ਹੁੰਦੇ ਹੋ ਤੁਹਾਡਾ ਦਿਮਾਗ ਬੜਾ ਨਰੋਲ, ਬੜਾ ਖਾਲਸ ਜਿਹਾ ਹੁੰਦਾ ਹੈ, ਉਹਦੇ ਉੱਪਰ ਜਿਹੜਾ ਉਸ ਵੇਲੇ ਦਾ ਅਸਰ ਪਿਆ ਹੋਇਆ ਹੈ ਉਹ ਤੁਹਾਨੂੰ ਕਿਸੇ ਹੋਰ ਹੀ ਦੁਨੀਆ 'ਚ ਲੈ ਜਾਂਦਾ। ਕੋਈ ਇੱਕ ਦੱਸੋ ਮੈਨੂੰ ਜਿਹੜਾ ਜਿਹਨੇ ਛੋਟੇ ਹੁੰਦੇ ਫਿਲਮਾਂ 'ਚ ਕੰਮ ਕਰਨਾ ਸ਼ੁਰੂ ਕੀਤਾ ਹੋਵੇ, ਵੱਡੇ ਲੈਵਲ ਬਹੁਤ ਮਸ਼ਹੂਰ ਹੋ ਗਿਆ ਹੋਵੇ ਤੇ ਬਾਅਦ 'ਚੋਂ ਅਜੇ ਤੱਕ ਆਇਆ, ਬਹੁਤ ਘੱਟ। ਸੋ ਇਹਦੇ ਵਿੱਚ ਨਾ ਕੁਛ ਇੱਕ ਸਾਨੂੰ ਮਾਪਦੰਡ ਤਾਂ ਤੈਅ ਕਰਨੇ ਚਾਹੀਦੇ ਹੈ ਕਿ ਬੱਚਿਆਂ ਦੇ ਕੰਪੀਟੀਸ਼ਨ ਨਹੀਂ ਹੋਣੇ ਚਾਹੀਦੇ ਹਰ ਹਾਲਤ 'ਚ ਨਹੀਂ। ਔਰ ਉਹ ਵੀ ਸ਼ਾਇਦ ਸਕੂਲਾਂ ਦੇ ਵਿੱਚ ਜਿਵੇਂ ਹੋਇਆ ਕਰਦੇ ਸੀਗੇ ਇੱਕ ਇਨਕਰੇਜਮੈਂਟ ਜਾਂ ਕੰਪੀਟੀਸ਼ਨ ਸਪਿਰਿਟ ਲਿਆਉਣ ਲਈ, ਉੱਥੇ ਤੱਕ ਇੱਕ ਫਿਰ ਵੀ ਸਹੀ ਸੀਗਾ ਕਿ ਜਿੱਥੇ ਇੱਕ ਪ੍ਰਾਈਜ਼ ਦੇ ਤੌਰ ਦੇ ਉੱਤੇ ਇੱਕ ਸ਼ੀਲਡ ਮਿਲ ਗਈ ਜਾਂ ਕੁਛ, ਪਰ ਜਦੋਂ ਬਹੁਤ ਜ਼ਿਆਦਾ ਪੈਸਾ ਜਾਂ ਫੇਮ ਇਨਵੋਲਵ ਹੋ ਜਾਂਦਾ ਤਾਂ ਉਹ ਖਤਰਨਾਕ ਹੋ ਜਾਂਦਾ। ਗੱਬੀ ਸਾਹਿਬ, ਹੁਣ ਤੁਹਾਡੀ ਗਾਇਕੀ ਦੀ ਗੱਲ ਕਰਾਂਗੇ। ਇਹ ਕਿਵੇਂ ਹੋ ਸਕਦਾ ਆਪਾਂ ਇਹਨੂੰ ਮਿਸ ਕਰੀਏ? YouTube ਚੈਨਲ ਤੁਸੀਂ ਸਟਾਰਟ ਕੀਤਾ ਔਰ ਉਹਦੇ ਉੱਤੇ ਤੁਸੀਂ ਗਾਣੇ ਗਾ ਕੇ ਵੀ ਪਾ ਰਹੇ ਹੋ, ਔਰ ਮੈਂ ਇਹ ਚੀਜ਼ ਉਹਨਾਂ ਨੂੰ ਸੁਣ ਕੇ ਮੈਂ ਇਹ ਮਹਿਸੂਸ ਕਰਦਾ, ਜੋ ਚੀਜ਼ ਮੈਨੂੰ ਅੱਛੀ ਲੱਗੀ, ਆਪਣੇ ਲਈ ਖੁਦ ਜਜਮੈਂਟਲ ਹੋ ਜਾਣਾ ਮਾੜੀ ਗੱਲ ਹੁੰਦੀ ਹੈ ਔਰ ਉਹ ਤੁਸੀਂ ਬਿਲਕੁਲ ਨਹੀਂ ਹੋਏ। ਪਹਿਲੀ ਗੱਲ, ਦੁਨੀਆ ਕੀ ਕਹਿੰਦੀ ਹੈ ਬਾਅਦ ਦੀ ਗੱਲ ਹੁੰਦੀ ਹੈ, ਉਸ ਦੀ ਵੀ ਤੁਸੀਂ ਪਰਵਾਹ ਨਹੀਂ ਕੀਤੀ। ਤੁਸੀਂ ਸਿਰਫ ਔਰ ਸਿਰਫ ਉਹ ਚੀਜ਼ ਕਰ ਰਹੇ ਹੋ ਜੋ ਸਾਡੀ ਰੂਹ ਨੂੰ ਆਪਣੀ ਨੂੰ ਸਕੂਨ ਦਿੰਦੀ ਹੈ। ਸੋ ਬਹੁਤ ਵਧੀਆ ਲੱਗੀ ਮੈਨੂੰ, ਪਰ ਇਹ ਮੇਰੀ ਸੋਚ ਹੈ, ਮੈਂ ਉਸ ਨੂੰ ਦੇਖ ਕੇ ਜੋ ਮੈਨੂੰ ਪਸੰਦ ਆਈ ਹੈ, ਜਿਸ ਤੋਂ ਮੈਂ ਇੰਸਪਾਇਰ ਹੋਇਆ। ਤੁਹਾਡੀ ਆਪਣੀ ਸੋਚ ਕੀ ਕਹਿੰਦੀ ਹੈ ਸਰ? ਪਹਿਲੀ ਗੱਲ ਕਿ ਮੈਂ 2 ਸਾਲ ਤੋਂ ਲਗਾਤਾਰ ਸਟਾਰ ਮੇਕਰ ਇੱਕ ਐਪ ਹੈ, ਉਹਦੇ 'ਤੇ ਮੈਂ ਇਹ ਗਾਣੇ ਗਾ ਰਿਹਾ। ਔਰ ਅਗਰ ਇਹੋ ਹੀ ਸਟਾਰ ਮੇਕਰ ਐਪ ਅੱਜ ਤੋਂ ਕੋਈ 25 ਸਾਲ ਪਹਿਲਾਂ ਹੁੰਦੀ ਤਾਂ ਫਿਰ ਮੈਨੂੰ ਕੋਈ ਸਿੰਗਰ ਬਣਨ ਤੋਂ ਰੋਕ ਨਹੀਂ ਸਕਦਾ ਸੀ, ਠੀਕ ਹੈ। ਪਰ ਜਿਹੜੇ ਮੈਂ ਅੱਜ ਕੱਲ੍ਹ ਗਾਣੇ ਗਾ ਰਿਹਾ, ਮੈਂ ਸਿੰਗਰ ਬਣਨ ਲਈ ਨਹੀਂ ਗਾ ਰਿਹਾ, ਮੈਨੂੰ ਅੱਛਾ ਲੱਗਦਾ। ਜਦੋਂ ਮੈਂ ਉਹ ਲਗਾ ਕੇ ਕੰਨਾਂ ਨੂੰ ਹੈੱਡਫੋਨ ਤੇ ਸਟਾਰ ਮੇਕਰ ਦਾ ਮਿਊਜ਼ਿਕ ਔਨ ਕਰਦਾ ਤਾਂ ਆਈ ਫੀਲ ਕਿ ਜਿੰਨੇ ਮਿਊਜ਼ੀਸ਼ੀਅਨ ਆ ਉਹ ਸਾਰੇ ਮੇਰੇ ਪਿੱਛੇ ਹੈ, ਵਜਾ ਰਹੇ ਔਰ ਮੈਂ ਗਾ ਰਿਹਾ। ਔਰ ਮੈਂ ਆਪਣੀ ਰੂਹ ਵਾਸਤੇ ਗਾਉਂਦਾ ਉਹ ਗਾਣੇ। ਕਈ ਲੋਕਾਂ ਨੂੰ ਨਹੀਂ ਪਸੰਦ ਆਉਂਦੇ, ਕਈਆਂ ਨੂੰ ਪਸੰਦ ਵੀ ਆਉਂਦੇ। ਸੋ ਕੋਈ ਕਹਿੰਦਾ ਵੀ ਬਹੁਤ ਚੰਗਾ ਗਾਇਆ ਤੇ ਮੈਨੂੰ ਤਾਂ ਵੀ ਕੋਈ ਅਸਰ ਨਹੀਂ ਪੈਂਦਾ। ਕੋਈ ਕਹਿੰਦਾ ਯਾਰ ਇਹ ਤੂੰ ਕੀ ਆਪਣਾ ਗਲਾ ਜਾਂ ਘਰੜੀ ਜਾ ਰਿਹਾ। ਮੈਂ ਕਿਹਾ ਯਾਰ ਮੈਂ ਤੇਰੇ ਵਾਸਤੇ ਤੇ ਗਾਇਆ ਨਹੀਂ, ਮੈਂ ਤੇ ਆਪਣੇ ਵਾਸਤੇ ਗਾਇਆ। ਜੇ ਤੈਨੂੰ ਨਹੀਂ ਚੰਗਾ ਲੱਗਦਾ ਤੂੰ ਨਾ ਸੁਣਿਆ ਕਰ। ਤੁਸੀਂ ਵੀ ਉਹੀ ਜਵਾਬ ਦੇ ਦਿਆ ਕਰੋ। ਇਹੋ ਨਹੀਂ ਪਸੰਦ ਹੈ ਨਾ ਸੁਣੋ ਭਾਈ। ਮੈਂ ਤੇ ਜਿਹੋ ਜਿਹੀ ਮੇਰੀ ਆਵਾਜ਼ ਮੈਨੂੰ ਰੱਬ ਨੇ ਦਿੱਤੀ ਹੈ, ਮੈਂ ਤੇ ਕੋਸ਼ਿਸ਼ ਕਰ ਰਿਹਾ। ਮੈਂ 2 ਸਾਲ ਤੋਂ ਲਗਭਗ ਰੋਜ਼ ਇੱਕ ਗਾਣਾ ਗਾਉਂਦਾ ਜੀ। ਜੋ ਗਾਣੇ ਦੇ ਬਹੁਤ ਜ਼ਿਆਦਾ ਹੈ। ਅੱਜ ਕੱਲ੍ਹ ਥੋੜ੍ਹਾ ਜਿਹਾ ਹੋਰ ਕਿ ਮੈਂ ਕੀ ਕਹਿੰਦੇ ਹੁੰਦੇ ਆ ਡਿਊਟ ਵੀ ਗਾਣਾ ਸ਼ੁਰੂ ਕਰਤੇ ਹੈ ਕਿ ਉਹਦੀ ਫੈਸਿਲਿਟੀ ਹੈਗੀ ਹੈ ਵੀ ਕੁੜੀ ਨੇ ਆਪਣਾ ਹਿੱਸਾ ਗਾ ਲਿਆ ਹੋਇਆ, ਉਹ ਮਿਲ ਜਾਂਦੇ, ਤੁਸੀਂ ਆਪਣਾ ਗਾ ਲਓ। ਅਤੇ ਉਹਦਾ ਵੱਖਰੀ ਗੱਲ ਹੈ ਕਿ ਅੱਜ ਕੱਲ੍ਹ ਮੇਰੀ ਘਰ ਵਾਲੀ ਜਾਂ ਉਹ ਸੋਚਦੀ ਹੈ ਵੀ ਇਹ ਪਤਾ ਨਹੀਂ ਹੋਰ ਹੀ ਚੱਕਰਾਂ 'ਚ ਪਿਆ ਹੋਇਆ ਹੈ ਨਾ। ਗੱਬੀ ਸਾਹਿਬ, ਮੁਕੇਸ਼ ਜੀ ਦੇ ਨਾਲ ਤੁਹਾਡੀ ਜਿਹੜੀ ਵੌਇਸ ਟੈਕਸਚਰ ਹੈ ਉਹ ਬਹੁਤ ਜ਼ਿਆਦਾ ਕੰਪਲੀਮੈਂਟ ਕਰਦਾ ਹੈ। ਕਿੰਨੇ ਜਣਿਆਂ ਨੇ ਤੁਹਾਨੂੰ ਇਸ ਚੀਜ਼ ਦੇ ਲਈ ਅਸ਼ਿਓਰ ਕੀਤਾ? ਨਹੀਂ, ਅੱਛਾ ਹੈ ਕਿਉਂਕਿ ਸਭ ਤੋਂ ਸੌਖਾ ਅਗਰ ਕਿਸੇ ਨੇ ਗਾਇਆ ਹੈ ਨਾ ਤੇ ਉਹ ਮੁਕੇਸ਼ ਨੇ ਹੀ ਗਾਇਆ ਹੈ। ਔਰ ਸੱਚਾ ਵੀ ਔਰ ਦਿਲੋਂ ਗਾਇਆ। ਸੋ ਮੈਨੂੰ ਲੱਗਦਾ ਕਿ ਮੇਰੀ ਉਹਨੂੰ ਗਾਣਾ ਮੈਨੂੰ ਥੋੜ੍ਹਾ ਜਿਹਾ, ਜਦੋਂ ਕੋਈ ਮੈਨੂੰ ਕਹਿੰਦਾ ਤੂੰ ਕਿਹਨੂੰ ਗਾਣਾ ਪਸੰਦ ਕਰੇਗਾ, ਮੈਂ ਕਹਿੰਦਾ ਮੁਕੇਸ਼ ਗਾਣਾ ਪਸੰਦ ਕਰਾਂ। ਕਿਉਂਕਿ ਮੈਨੂੰ ਲੱਗਦਾ ਕਿ ਉਹਨੂੰ ਗਾਣਾ ਕੋਈ ਬਹੁਤਾ ਔਖਾ ਨਹੀਂ ਹੈ, ਤੁਸੀਂ ਸੌਖਾ ਗਾ ਸਕਦੇ ਹੋ। ਕਿਸ਼ੋਰ ਕੁਮਾਰ ਨੂੰ ਜਾਂ ਰਫੀ ਨੂੰ ਗਾਣਾ ਔਖਾ ਕੰਮ ਹੈ ਕਿਉਂਕਿ ਉਹ ਥੋੜ੍ਹੇ ਜਿਹੇ ਉਤਲੇ ਉਸ ਲੈਵਲ 'ਤੇ ਗਾਉਂਦੇ ਸੀਗੇ। ਹਾਲਾਂਕਿ ਮੈਂ ਸਾਰੇ ਹੀ ਮੈਂ ਤੇ ਮੈਨੂੰ ਅੱਛਾ ਲੱਗਦਾ ਕਿਉਂਕਿ ਮੈਨੂੰ ਪਤਾ ਵੀ ਹੈ ਕਿ ਮੈਂ ਉਹ ਵਾਲੀ ਫੀਲਿੰਗ ਨਹੀਂ ਲੈ ਕੇ ਆ ਰਿਹਾ, ਬਟ ਆਈ ਫੀਲ ਮੈਨੂੰ ਅੱਛਾ ਲੱਗਦਾ ਗਾਉਣ ਵਾਸਤੇ। ਔਰ ਇਸ ਕਰਕੇ ਉਹ ਗਾਣ ਨਾਲ ਮੈਨੂੰ ਆਪਣੇ ਰੂਹ ਨੂੰ ਨਾ ਇੱਕ ਬੜਾ ਸਕੂਨ ਜਿਹਾ ਮਿਲਦਾ। ਮੈਂ 2-2.5 ਘੰਟੇ ਰੋਜ਼ ਸ਼ਾਮ ਨੂੰ ਪ੍ਰੈਕਟਿਸ ਕਰਦਾ, ਗਾਉਂਦਾ ਅਤੇ ਫਿਰ ਗਾ ਕੇ ਸੁਣਦਾ, ਅੱਛਾ ਲੱਗਦਾ। ਆਈ ਫੀਲ ਬੜਾ। ਸੋ ਅਸੀਂ ਚਾਹਾਂਗੇ ਕਿ ਅੱਜ ਇਸ ਸ਼ੋਅ ਦੇ ਉੱਤੇ ਵੀ ਜ਼ਰੂਰ ਗਾਓ ਮੁਕੇਸ਼ ਸਾਹਿਬ ਦਾ ਕੋਈ ਐਸਾ ਗੀਤ ਜਿਹੜਾ ਲੱਗਦਾ ਕਿ ਬਹੁਤ, ਵੈਸੇ ਤਾਂ ਉਹਨਾਂ ਦੇ ਸਾਰੇ ਗੀਤ ਬੜੀ ਸੱਚਾਈ ਬਿਆਨ ਕਰਦੇ, ਪਰ ਜਿਵੇਂ ਦੀਆਂ ਅਸੀਂ ਅੱਜ ਗੱਲਾਂ ਕੀਤੀਆਂ ਇਸ ਦੇ ਉੱਤੇ ਢੁਕਵਾਂ ਕੋਈ ਮੁਕੇਸ਼ ਸਾਹਿਬ ਦਾ ਗੀਤ। ਇਹਦੇ ਉੱਪਰ ਵੈਸੇ ਮੁਕੇਸ਼ ਸਾਹਿਬ ਦੇ ਬੜੇ ਗਾਣੇ ਹੈ, ਪਰ ਮੈਂ ਸ਼ਾਇਦ ਕੋਈ ਪੂਰਾ ਨਹੀਂ, 2-3 ਕੋਈ ਕਿਹੜਾ ਗਾਣਾ, ਮੈਂ ਇੱਕ ਗਾਣਾ ਹੈ
एक है नहीं, एक दिन बिक जाएगा माटी के मोल, जग में रह जाएंगे प्यारे तेरे बोल। एक दिन बिक जाएगा माटी के मोल, जग में रह जाएंगे प्यारे तेरे बोल। ला 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 ला। ਸੋ ਉਹਦੇ ਸਾਰੇ ਹੀ ਗਾਣੇ ਯਾਰ ਸੁਣਨ ਵਾਲੇ ਆ। ਉਹ ਜਦੋਂ ਮੈਂ ਗਾਉਣਾ ਤਾਂ ਕਈ ਵਾਰੀ ਸੁਣਦੇ ਗਾਣੇ ਜਦੋਂ ਮੈਂ ਸੁਣ ਰਿਹਾ ਹੁੰਦਾ ਗਾਉਣਾ ਤਾਂ ਮੈਂ ਕਈ ਵਾਰੀ ਨਾ ਗਾਉਂਦਾ ਰੋਣਾ ਸ਼ੁਰੂ ਕਰ ਦਿੰਦਾ ਵੀ ਇਹਨਾਂ ਲੋਕਾਂ ਨੇ ਕੀ ਲਿਖਿਆ ਹੈ, ਕੀ ਗਾਇਆ ਹੈ। ਫਿਰ ਮੈਨੂੰ ਗੁੱਸਾ ਚੜ੍ਹਦਾ ਜਿਹੜੇ ਅੱਜ ਕੱਲ੍ਹ ਦੇ ਨਵੇਂ ਸਿੰਗਰ ਹੈ ਵੀ ਇਹ ਕੀ ਕਰ ਰਹੇ ਹੈ। ਮੈਂ ਤੁਹਾਨੂੰ ਪਹਿਲਾਂ ਵੀ ਦੱਸ ਰਿਹਾ ਸੀਗਾ ਕਿ ਲਤਾ ਮੰਗੇਸ਼ਕਰ ਸਾਡੇ 'ਚ ਨਹੀਂ ਰਹੇ, ਉਹਨਾਂ ਦੇ ਅੱਜ ਵੀ ਫਾਲੋਵਰ ਜਿਹੜੇ ਆ ਨਾ ਉਹ 2-3 ਲੱਖ ਹੀ ਹੈ। ਔਰ ਕਈ ਮੈਂ ਐਸੀਆਂ ਪੰਜਾਬ ਦੀਆਂ ਬੇਸੁਰੀਆਂ ਸਿੰਗਰਾਂ ਨੂੰ ਜਾਣਨਾ ਹੈ ਜਿਨ੍ਹਾਂ ਨੂੰ ਪਤਾ ਹੀ ਨਹੀਂ ਸਿੰਗਿੰਗ ਕੀ ਕਹਿੰਦੇ ਹੈ, ਜਾਂ ਸਿੰਗਰ ਵੀ ਹੈਗੇ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਬੇਸਿਕਲੀ ਉਹ ਪਰਫਾਰਮਰ ਹੈਗੇ ਆ। ਉਹਨਾਂ ਦੇ ਫਾਲੋਵਰ ਪਤਾ ਕਿੰਨੇ ਆ? 10 ਮਿਲੀਅਨ 20 ਮਿਲੀਅਨ। ਔਰ ਹੈਰਾਨੀ ਦੀ ਗੱਲ ਹੈ ਕਿ ਉਹ ਦੂਸਰਿਆਂ ਨੂੰ ਫਾਲੋ ਹੀ ਨਹੀਂ ਕਰਦੇ ਦੂਜੇ ਨੂੰ ਆਪਣੇ ਆਪ ਨੂੰ ਹਾਈਨੈਸ ਕਹਿ ਰਹੇ ਆ। ਔਰ ਜਿੱਥੇ ਤੁਸੀਂ ਗੱਲ ਕਰ ਰਹੇ ਹੋ ਮਰਹੂਮ ਲਤਾ ਮੰਗੇਸ਼ਕਰ ਜੀ ਦੀ, ਔਰ ਚਾਹੇ ਉਹਨਾਂ ਦੇ ਫਾਲੋਅਰ ਸੋਸ਼ਲ ਮੀਡੀਆ ਦੇ ਉੱਤੇ ਇੰਨੇ ਨਾ ਹੋਣ, ਪਰ ਕਿਹੜਾ ਐਸਾ ਇਨਸਾਨ ਹੈ ਜਿਹੜਾ ਉਹਨਾਂ ਦਾ ਨਾਮ ਮੈਂ ਉਹ ਤੇ ਕਹਿ ਰਿਹਾ, ਇਹਦਾ ਮਤਲਬ ਇਹ ਹੋਇਆ ਕਿ ਫਾਲੋਅਰ ਹੋਣ ਨਾਲ ਤੁਹਾਡੀ ਇਸ ਗੱਲ ਦੀ ਗਰੰਟੀ ਨਹੀਂ ਹੈ ਕਿ ਤੁਸੀਂ ਸਿੰਗਰ ਅੱਛੇ ਹੋ। ਤੁਹਾਨੂੰ ਫਾਲੋ ਕਰਦੇ ਆ ਕਿਉਂਕਿ ਮੇਰਾ ਇੱਕ ਹੋਰ ਮੰਨਣਾ ਹੈ ਕਿ ਬੇਵਕੂਫਾਂ ਦੀ ਜਿਹੜੀ ਗਿਣਤੀ ਹੈ ਨਾ ਉਹ ਹਮੇਸ਼ਾ ਹੀ ਜ਼ਿਆਦਾ ਰਹੀ ਹੈ। ਇਸੇ ਕਰਕੇ ਫਿਰ ਤੁਹਾਨੂੰ ਅਗਰ ਤੁਸੀਂ ਆਪ ਬੇਵਕੂਫ ਹੋ, ਤੁਹਾਨੂੰ ਜਿਹੜਾ ਤੁਹਾਡਾ ਲੀਡਰ ਉਹ ਵੀ ਬੇਵਕੂਫ ਜ਼ਿਆਦਾ ਅੱਛਾ ਲੱਗਦਾ। ਤੁਹਾਨੂੰ ਕੋਈ ਸਿਆਣੀ ਗੱਲ ਕਹੇਗਾ ਕਿ ਇਹਨੂੰ ਰਹਿਣ ਦਿਓ। ਵਿਸ਼ਾਲ ਭਰਦਵਾਜ ਅੱਜ ਕੱਲ੍ਹ ਜਿਹਦੀ ਵਾਮਿਕਾ ਫਿਲਮ ਵੀ ਕਰ ਰਹੀ ਹੈ ਖੂਫੀਆ, ਉਹ ਬੜੇ ਅੱਛੇ ਮਿਊਜ਼ਿਕ ਡਾਇਰੈਕਟਰ ਹੈ ਜੀ। ਚੱਪਾ ਚੱਪਾ ਚਰਖਾ ਚਲੇ ਵਰਗੇ ਗਾਣੇ ਦੇਣ ਵਾਲੇ। ਉਹਨਾਂ ਨੇ ਪਿੱਛੇ ਜੀ ਅੱਜ ਤੋਂ 3-4 ਮਹੀਨੇ ਪਹਿਲਾਂ ਲਤਾ ਮੰਗੇਸ਼ਕਰ ਦਾ ਇੱਕ ਗਾਣਾ ਉਹਨਾਂ ਕੋਲ ਰਿਕਾਰਡ ਕਰਵਾਇਆ ਸੀਗਾ, ਔਰ ਉਹਨਾਂ ਨੇ ਇਹਨੂੰ ਆਪਣੇ YouTube ਚੈਨਲ 'ਤੇ ਪਾਇਆ ਵੀ। ਉਹੋ ਹੀ ਗੱਲ ਚੱਲਿਆ 3 ਲੱਖ ਲੋਕਾਂ ਨੇ ਮਹੀਨੇ 'ਚ ਦੇਖਿਆ ਹੋਣਾ। ਪਰ ਜਿਨ੍ਹਾਂ ਲੋਕਾਂ ਦੇ ਗਾਣੇ ਰਾਤੋਂ ਰਾਤ ਮਿਲੀਅਨ 'ਚ ਜਾਂਦੇ ਆ, ਔਰ ਉਹ ਬਾਅਦ 'ਚ ਤੁਸੀਂ ਕਿਸੇ ਨੂੰ ਪੁੱਛਦੇ ਹੋ ਕਿ ਬਈ ਗਾਣੇ ਦੇ ਕੋਈ ਸ਼ਬਦ ਯਾਦ ਹੈ, ਕਿਸੇ ਨੂੰ ਯਾਦ ਨਹੀਂ ਹੁੰਦੇ। ਉਹ ਗਾਣੇ ਦੀ ਉਮਰ ਜਿਹੜੀ ਹੈ ਨਾ ਉਹ ਮਹੀਨਾ ਵੀ ਨਹੀਂ ਹੁੰਦੀ ਹੈ। ਮੈਂ ਤੁਸੀਂ ਕਹਿ ਰਹੇ ਹੋ ਤੁਸੀਂ ਇਹ ਗਾਣੇ ਕਿਉਂ ਗਾਉਂਦੇ ਹੋ, ਮੈਂ 1948 ਦਾ ਗਾਣਾ ਵੀ ਗਾਉਂਦਾ, 1950 ਦੇ ਗਾਣੇ ਵੀ ਗਾ ਰਹੇ ਹਾਂ, 60 ਦੇ ਵੀ ਗਾ ਰਹੇ ਹਾਂ, ਔਰ ਉਹ ਸ਼ਬਦ ਅੱਜ ਵੀ ਤੁਹਾਡੇ ਅੰਦਰ ਤੁਹਾਡੇ ਦਿਮਾਗ 'ਤੇ ਅਸਰ ਪਾਉਂਦੇ ਆ। ਬਿਲਕੁਲ, ਜਦੋਂ ਤੁਸੀਂ ਸੁਣਦੇ ਜਿਵੇਂ ਹੁਣ ਤੁਸੀਂ ਮੁਕੇਸ਼ ਸਾਹਿਬ ਦਾ ਜਿਹੜਾ ਗੀਤ ਗਾ ਰਹੇ ਸੀ, ਇਸ ਤੋਂ ਅਗਲੀ ਜਿਹੜੀ ਦੀ ਲਾਈਨ ਹੈਗੀ ਹੈ ਕਿ ਦੂਜੇ ਕੇ ਹੋਂਠੋਂ ਕੋ ਦੇकर ਆਪਣੇ ਗੀਤ ਕੋਈ ਨਿਸ਼ਾਨੀ ਹੋ ਇਸ ਦੁਨੀਆ ਮੇਂ ਛੋੜ, ਹੈ ਨਾ। ਸੋ ਮਤਲਬ ਜਿਵੇਂ ਤੁਸੀਂ ਵੀ ਜੋ ਰਾਈਟਿੰਗ ਹੈ ਤੁਹਾਡੀ, ਅੱਜ ਤੁਸੀਂ ਜੋ ਲਿਖ ਰਹੇ ਹੋ, ਜੋ ਤੁਸੀਂ ਲਿਖ ਦਿੱਤਾ ਨਾ ਗੱਬੀ ਸਾਹਿਬ, ਉਹ ਰਹਿੰਦੀ ਦੁਨੀਆ ਤੱਕ ਜ਼ਿੰਦਾ ਰਹੇਗਾ। ਔਰ ਉਹ ਪਤਾ ਨਹੀਂ ਕਿੰਨੇ ਜਣਿਆਂ ਦੇ ਹੋਂਠਾਂ ਦੇ ਉੱਤੇ ਆਏਗਾ ਔਰ ਉਹ ਉਹਨਾਂ ਦੀ ਆਵਾਜ਼ ਬਣੇਗਾ। ਸੋ ਇਹ ਬਾਕਮਾਲ ਚੀਜ਼ ਹੈ। ਸੋ ਐਵਰਗ੍ਰੀਨ ਜੋ ਉਹ ਕਲਾ ਸੀਗੀ ਉਹ ਅੱਜ ਵੀ ਜ਼ਿੰਦਾ ਹੈ। ਦੇਖੋ ਸ਼ਬਦ ਸ਼ੇਖਰ ਜੀ, ਸ਼ਬਦ ਕਦੇ ਨਹੀਂ ਮਰਦਾ ਜੀ। ਬਾਕੀ ਸਾਰੀਆਂ ਕਲਾਵਾਂ ਮਰ ਸਕਦੀਆਂ, ਸ਼ਬਦ ਨਹੀਂ ਮਰ ਸਕਦਾ, ਆਵਾਜ਼ ਨਹੀਂ ਮਰਦੀ। ਜੇ ਤੁਸੀਂ ਫਿਲਮ ਦੇਖਣੀ ਹੈ ਤੁਹਾਨੂੰ ਮੋਬਾਈਲ ਚਾਹੀਦਾ, ਥੀਏਟਰ ਚਾਹੀਦਾ। ਜੇ ਤੁਸੀਂ ਗਾਣਾ ਸੁਣਨਾ ਤਦ ਵੀ ਤੁਹਾਨੂੰ ਕੁਝ ਚਾਹੀਦਾ ਹੈ। ਬਿਲਕੁਲ। ਲੇਕਿਨ ਕਿਤਾਬ ਪੜ੍ਹਨ ਵਾਸਤੇ ਤੁਹਾਨੂੰ ਕੁਝ ਨਹੀਂ ਚਾਹੀਦਾ। ਕਿਤਾਬ ਹੋਣੀ ਚਾਹੀਦੀ ਹੈ, ਤੁਹਾਨੂੰ ਉਹਦੇ ਲਈ ਲਾਈਟ ਹੋਣੀ ਚਾਹੀਦੀ ਹੈ, ਤੁਹਾਡੀ ਅੱਖਾਂ ਹੋਣੀਆਂ ਚਾਹੀਦੀਆਂ, ਤੁਸੀਂ ਪੜ੍ਹ ਸਕਦੇ ਹੋ। ਇਸ ਕਰਕੇ ਗੁਰਬਾਣੀ ਜਿਹੜੀ ਹੈ ਉਹ ਅੱਜ ਵੀ ਕਿਉਂ ਹੈ, ਅੱਗੇ ਵੀ ਸਾਰੀ ਜਦੋਂ ਤੱਕ ਦੁਨੀਆ ਹੈ ਉਹ ਰਹੇਗੀ। ਇਹ ਸ਼ਬਦ ਕਦੇ ਮਰਦੇ ਹੀ ਨਹੀਂ ਹੈ। ਬਿਲਕੁਲ। ਹੁਣ ਮੈਂ ਥੋੜ੍ਹੀ ਜਿਹੀ ਅਦਾਕਾਰੀ ਦੀ ਤੁਹਾਡੀ ਗੱਲ ਕਰਨੀ ਚਾਹਾਂਗਾ। ਜਿਵੇਂ ਕਿ ਫਿਲਮ ਮੇਕਿੰਗਸ ਦੇ ਵਿੱਚ ਵੀ ਹੁਣ ਤੁਸੀਂ, ਹਾਲਾਂਕਿ ਦੇਖੋ ਵਾਮਿਕਾ ਦਾ ਬਹੁਤ ਵੱਡਾ ਨਾਮ ਹੋ ਗਿਆ, ਬੜੀਆਂ ਫਿਲਮਾਂ, ਪਰ ਫਿਰ ਵੀ ਤੁਸੀਂ ਆਪਣੇ ਲੈਵਲ ਦੇ ਉੱਤੇ ਸ਼ਾਰਟ ਫਿਲਮਸ ਕਰ ਰਹੇ ਹੋ। ਔਰ ਮੈਨੂੰ ਇੰਨਾ ਪਤਾ ਹੈ ਵੀ ਇੱਥੇ ਇਹ ਨਹੀਂ ਹੈ ਵੀ ਤੁਸੀਂ ਇੰਡਸਟਰੀ ਨੂੰ ਹੁਣ ਜਾਣਦੇ ਹੋ, ਸਾਰੇ ਜਾਣਦੇ ਨੇ, ਉੱਧਰੋਂ ਤੁਸੀਂ ਫਾਇਦਾ ਨਾ ਚੁੱਕਦੇ ਹੋਏ ਉਸ ਜਾਣ ਪਹਿਚਾਣ ਦਾ ਆਪਣੇ ਲੈਵਲ ਦੇ ਉੱਤੇ, ਜਾਂ ਫਿਰ ਜਿਹੜੇ ਤੁਹਾਡੇ ਕੋਲ ਆਰਟਿਸਟ ਆ ਰਹੇ ਨੇ ਉਹਨਾਂ ਦੇ ਥਰੂ ਤੁਸੀਂ ਉਹ ਮੈਸੇजेस ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹੋ ਜਿਹੜੇ ਕਿ ਸ਼ਾਇਦ ਕਮਰਸ਼ੀਅਲਾਈਜ਼ ਸਿਨੇਮਾ ਦਾ ਪਾਰਟ ਨਹੀਂ ਰਹੇ ਹੋਣ। ਸੋ
ਕਿਵੇਂ ਆਇਆ ਸੀ ਜ਼ਿਹਨ ਦੇ ਵਿੱਚ ਔਰ ਕਿਵੇਂ ਇਹ ਅਦਾਕਾਰੀ ਦੀ ਚੀਜ਼ ਤੁਸੀਂ ਜਿਹੜੀ ਹੈ ਸ਼ੁਰੂਆਤ ਕੀਤੀ ਇਸ ਚੀਜ਼ ਨੂੰ ਲੈ ਕੇ? ਨਹੀਂ ਦੇਖੋ, ਮੈਂ ਤੁਹਾਨੂੰ ਦੱਸਿਆ ਕਿ ਅਦਾਕਾਰੀ ਦਾ ਜਿਹੜਾ ਐਲੀਮੈਂਟ ਹੈ, ਜਿੱਦਾਂ ਸਿੰਗਿੰਗ ਦਾ ਸੀਗਾ, ਅਦਾਕਾਰੀ ਦਾ ਵੀ ਕਿਤੇ ਨਾ ਕਿਤੇ ਰਿਹਾ ਹੈ, ਲੇਕਿਨ ਉਹ ਦੱਬਿਆ ਰਿਹਾ। ਹੁਣ ਮਾਹੌਲ ਐਸਾ ਬਣ ਗਿਆ, ਹੁਣ ਜ਼ਿੰਮੇਵਾਰੀਆਂ ਨਹੀਂ ਰਹੀਆਂ, ਬੱਚਿਆਂ ਦੀ ਰਹੀਆਂ, ਪਰਿਵਾਰ ਦੀ ਨੇ, ਬੱਚੇ ਆਪਣੀ ਜਗ੍ਹਾ 'ਤੇ ਸੈਟਲਡ ਹੈ। ਅਤੇ ਇਹ ਹੁਣ ਸੱਚ ਪੁੱਛੋ ਤਾਂ ਜਿਹੜੀ ਅਸੀਂ ਫਿਲਮਾਂ ਅੱਜ ਕੱਲ੍ਹ ਬਣਾ ਰਹੇ ਹਾਂ, ਇਹਦੇ 'ਚ ਬਹੁਤੀਆਂ ਫਿਲਮਾਂ ਮੇਰੀਆਂ ਆਪਣੀਆਂ ਲਿਖੀਆਂ ਹੋਈਆਂ ਕਹਾਣੀਆਂ ਉੱਪਰ ਹੀ ਹੈਗੀਆਂ, ਬਣਾ ਰਹੇ ਹਾਂ ਅਸੀਂ ਅੱਗੇ ਤੋਂ ਵੀ। ਜਿੱਦਾਂ ਮੇਰੀਆਂ ਪਹਿਲਾਂ ਵੀ ਕਹਾਣੀਆਂ 'ਚ ਕੋਈ ਨਾ ਕੋਈ ਸੁਨੇਹਾ ਹੁੰਦਾ ਹੈ ਸਮਾਜ ਲਈ। ਇਹਨਾਂ ਫਿਲਮਾਂ ਵਿੱਚ ਵੀ ਜਿਹੜੀਆਂ ਹੁਣ ਤੱਕ ਅਸੀਂ 3 ਫਿਲਮਾਂ ਬਣਾਈਆਂ, ਚੌਥੀ ਅੱਜ ਕੱਲ੍ਹ ਬਣ ਰਹੀ ਹੈ, ਇਹਦੇ ਵਿੱਚ ਵੀ ਅਸੀਂ ਕੋਈ ਨਾ ਕੋਈ ਸੰਦੇਸ਼ਾ ਦੇ ਰਹੇ ਹਾਂ। ਤੇ ਸਾਡੀ ਲੇਟੈਸਟ ਫਿਲਮ ਆ ਰਹੀ ਹੈ ਅੱਗੇ ਜਿਹੜੀ, ਜਿਹਦਾ ਨਾਮ ਵਕਤ ਹੈ, ਉਹਦੇ ਵਿੱਚ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਅੱਜ ਦਾ ਜਿਹੜਾ ਅਸੀਂ ਜਿਹੜੀਆਂ ਗੱਲਾਂ ਕੀਤੀਆਂ ਕਿ ਉਹਦੇ ਵਿੱਚ ਤੁਹਾਡੇ ਕੋਲ ਆਪਣੇ ਮਾਂ-ਪਿਓ ਲਈ ਵਕਤ ਨਹੀਂ ਹੈ ਔਰ ਉਹਦੇ ਕੀ ਦੁਰਪ੍ਰਭਾਵ ਪੈ ਰਿਹਾ ਹੈ ਤੁਹਾਡੇ ਮਾਂ-ਪਿਓ ਦੇ ਉੱਪਰ, ਉਹਨੂੰ ਲੈ ਕੇ। ਔਰ ਮੈਂ ਉਹਦੀ ਕਹਾਣੀ ਤੁਹਾਨੂੰ ਅਜੇ ਨਹੀਂ ਦੱਸਾਂਗਾ, ਤੁਸੀਂ ਜਦੋਂ ਆਏਗਾ ਲਿੰਕ ਭੇਜਾਂਗੇ ਤੁਹਾਨੂੰ, ਠੀਕ ਹੈ। ਸੋ ਹਰ ਵਿਸ਼ੇ ਦੇ ਉੱਪਰ ਅੱਜ ਮੇਰੇ ਦਿਮਾਗ 'ਚ ਇੱਕ ਹੋਰ ਕਹਾਣੀ ਆ ਰਹੀ ਹੈ ਕਿ ਜਿਹੜੇ ਅੱਜ ਕੱਲ੍ਹ ਨਵੀਂ ਜਨਰੇਸ਼ਨ ਹੈ ਉਹ ਨਸ਼ਿਆਂ ਦੇ ਪਿੱਛੇ ਜਿਸ ਤਰ੍ਹਾਂ ਬਹੁਤ ਜ਼ਿਆਦਾ ਅੱਜ ਕੱਲ੍ਹ ਮਤਲਬ ਸਾਡਾ ਪੰਜਾਬ ਤੇ ਤਬਾਹ ਹੀ ਹੋ ਰਿਹਾ। ਅਤੇ ਅਗਲਾ ਮੇਰਾ ਇੱਕ ਵਿਸ਼ਾ ਮੈਨੂੰ ਵੀ ਕਹਾਣੀ ਯਾਦ ਆ ਗਈ, ਉਸ ਕਹਾਣੀ ਦਾ ਨਾਮ ਹੈ ਡਰਾਈ ਡੇ। ਉਹਦੇ ਉੱਪਰ ਅਸੀਂ ਅਗਲੀ ਮੈਂ ਅੱਜ ਕੰਮ ਸ਼ੁਰੂ ਕੀਤਾ ਕਿ ਅਸੀਂ ਉਹਦੇ ਉੱਪਰ ਇੱਕ ਸ਼ਾਰਟ ਮੂਵੀ ਬਣਾਵਾਂਗੇ ਕਿ ਡਰਾਈ ਡੇ ਮਤਲਬ ਕਹਾਣੀ ਕੀ ਕਿੱਦਾਂ ਹੁੰਦੀ ਹੈ, ਉਹਦੇ ਸਾਰਾ ਮਤਲਬ ਇਸ ਤਰ੍ਹਾਂ ਦੇ ਜਿਹੜੇ ਨਿੱਕੇ ਨਿੱਕੇ ਵਿਸ਼ੇ ਹੈ ਉਹਦੇ ਉੱਪਰ ਅਸੀਂ ਲੈ ਕੇ ਬਣਾ ਰਹੇ ਹਾਂ। ਔਰ ਇਹ ਕਿਸਮ ਦਾ ਮੇਰਾ ਟ੍ਰੇਨਿੰਗ ਪੀਰੀਅਡ ਵੀ ਹੈਗਾ। ਵਾਮਕਾ ਮੈਨੂੰ ਕਹਿੰਦੀ ਰਹਿੰਦੀ ਕਿ ਡੈਡੀ ਇਸ ਤੋਂ ਪਹਿਲਾਂ ਕਿ ਤੁਹਾਨੂੰ ਵੱਡੇ ਪਰਦੇ 'ਤੇ ਲੈ ਕੇ ਆਈਏ ਅਤੇ ਟ੍ਰੇਨਿੰਗ ਲਓ ਤੁਸੀਂ। ਸੋ ਮੈਂ ਬਸ ਜਿਹੜੇ ਨਵੇਂ ਸਾਡੇ ਨਾਲ ਮੁੰਡੇ ਜੁੜ ਰਹੇ ਹੈ, ਜਾਂ ਜਿੱਦਾਂ ਅੱਜ ਕੱਲ੍ਹ ਜਿਹੜੇ ਸਾਡੀ ਇਹਨਾਂ 2-3 ਫਿਲਮਾਂ ਦਾ ਡਾਇਰੈਕਟਰ ਹੈ ਮੁੰਡਾ ਵਿਸ਼ਾਲ ਹੈ, ਜਾਂ ਹੋਰ ਜਿਹੜੇ ਵੀ ਜੁੜ ਰਹੇ ਆ, ਆਪਾਂ ਸਾਰੇ ਟ੍ਰੇਨਿੰਗ ਲੈ ਰਹੇ ਹਾਂ ਤਾਂ ਕਿ ਕੱਲ੍ਹ ਨੂੰ ਅਗਰ ਵੱਡੇ ਲੈਵਲ 'ਤੇ ਵੀ, ਹਾਲਾਂਕਿ ਮੈਂ ਪਿੱਛੇ ਜੀ ਇੱਕ ਵੱਡੀ ਪੰਜਾਬੀ ਫਿਲਮ 'ਚ ਹੀ ਕੰਮ ਕੀਤਾ ਜੀ, ਮੈਨੂੰ ਦੇਖਦੇ ਦੇਖਦੇ ਮੇਰੀ ਘਰ ਵਾਲੀ ਨੂੰ ਵੀ ਐਕਟਿੰਗ ਦਾ ਚਸਕਾ ਪੈ ਗਿਆ। ਮੇਰੀ ਉਹ ਫਿਲਮ 'ਚ ਵੀ ਦੇਖਿਆ ਤੁਸੀਂ, ਉਹ ਵੀ ਇੱਕ ਪੰਜਾਬੀ ਫਿਲਮ ਕਰ ਰਹੀ ਹੈ ਔਰ ਮੇਰੀ ਵੀ ਇੱਕ ਪੰਜਾਬੀ ਫਿਲਮ ਹੈ, ਉਹਦੇ ਛੋਟਾ ਜਿਹਾ ਰੋਲ ਹੈ। ਅਤੇ ਫਿਰ ਮੈਨੂੰ ਕਦੇ ਕਦੇ ਲੱਗਦਾ ਹੈ ਕਿ ਅਗਰ ਸਾਡੇ ਦੋਸਤ ਡਾਕਟਰ ਸਤੀਸ਼ ਵਰਮਾ ਐਕਟਰ ਬਣ ਸਕਦੇ ਆ, ਪਰਮੀਸ਼ ਵਰਮਾ ਦਾ ਪਾਪਾ, ਅਤੇ ਅਸੀਂ ਵੀ ਬਣ ਸਕਦੇ ਹਾਂ। ਔਰ ਉਹ ਵਾਮਕਾ ਮੈਨੂੰ ਇਹੋ ਹੀ ਕਹਿ ਰਹੀ ਹੈ ਕਿ ਡੈਡੀ ਤੁਸੀਂ ਤਿਆਰੀ ਕਰੋ, ਅਗਲੇ ਸਾਲ ਅਸੀਂ ਵੀ ਆਪਣੀ ਕੰਪਨੀ ਬਣਾ ਰਹੇ ਹਾਂ। ਤੇ ਕੋਈ ਪਤਾ ਨਹੀਂ ਹੁਣ ਮੈਂ ਤੇ ਬਾਪੂ ਉਹਨਾਂ ਦੀ ਆ ਰਹੀ ਹੈ, ਮੈਂ ਤੇ ਮੇਰਾ ਡੈਡੀ ਨਹੀਂ, ਅਸੀਂ ਤਾਂ ਮਾਡਰਨ ਹੈ ਨਾ। ਉਹ ਸਤੀਸ਼ ਵਰਮਾ ਮੇਰੇ ਕੋਲੋਂ ਵੀ 10 ਸਾਲ ਵੱਡਾ, ਉਹ ਬਾਪੂ ਹੋ ਗਿਆ, ਅਸੀਂ ਡੈਡੀ ਹੈ। ਸੋ ਮੈਂ ਤੇ ਮੇਰਾ ਡੈਡੀ ਵੀ ਆ ਸਕਦੀ ਹੈ ਫਿਲਮ। ਸੋ ਇਹ ਸਾਡਾ ਟ੍ਰੇਨਿੰਗ ਪੀਰੀਅਡ ਚੱਲ ਰਿਹਾ। ਸੋ ਅਸਲ 'ਚ ਅਗਰ ਤੁਸੀਂ ਕਲਾ ਨਾਲ, ਲਿਟਰੇਚਰ ਨਾਲ, ਮਿਊਜ਼ਿਕ ਨਾਲ ਜੁੜੇ ਹੋਏ ਹੋ ਨਾ, ਅਤੇ ਤੁਸੀਂ ਬੜੇ ਸ਼ਾਂਤ ਰਹਿੰਦੇ ਹੋ। ਤੁਸੀਂ ਬਾਕੀ ਦੁਨੀਆ ਨਾਲੋਂ ਥੋੜ੍ਹਾ ਜਿਹਾ ਆਪਣੇ ਆਪ ਨੂੰ ਵੱਖਰਿਆਉਂਦੇ ਹੋ। ਤੁਸੀਂ ਕਦੇ ਇਕੱਲਾਪਨ ਨਹੀਂ ਮਹਿਸੂਸ ਕਰਦੇ। ਜਿੱਦਾਂ ਤੁਹਾਡੇ ਕੋਲ ਕੋਈ ਨਹੀਂ ਹੈ, ਮੈਨੂੰ ਅੱਜ ਕੱਲ੍ਹ ਇਕੱਲੇ ਰਹਿਣਾ ਜ਼ਿਆਦਾ ਪਸੰਦ ਹੈ ਕਿ ਪਹਿਲਾਂ ਮਿਊਜ਼ਿਕ ਕਰ ਲਓ, ਉਹ ਨਹੀਂ ਫਿਲਮ ਦੇਖ ਲਓ, ਉਹ ਨਹੀਂ ਕੁਛ ਲਿਖ ਲਓ। ਮਤਲਬ ਉਹਦੇ ਨਾਲ ਤੁਸੀਂ ਨਾ ਬੜੇ ਆਪਣੇ ਆਪ 'ਚ ਰੁੱਝੇ ਰਹਿੰਦੇ ਹੋ। ਤੁਸੀਂ ਜਿੱਦਾਂ ਇਕੱਲਤਾ ਦਾ ਇੱਕ ਵਿਕਲਪ ਹੈ ਤੁਹਾਡਾ ਅਦਾਕਾਰ, ਲੇਖਕ ਜਾਂ ਗਾਇਕ ਹੋਣਾ, ਔਰ ਇਹ ਰੱਬ ਭਾਈ ਹਰ ਕਿਸੇ ਨੂੰ ਨਹੀਂ ਦਿੰਦਾ, ਕਿਸੇ ਨੂੰ ਹੀ ਦਿੰਦਾ। ਆਸਕਰ ਵਿਨਰ ਲਿਆਰਡੋ ਡਿਕੈਪਰੀਓ, ਟਾਈਟੈਨਿਕ ਦੇ ਹੀਰੋ, ਉਹਨਾਂ ਨੇ ਇੱਕ ਲਾਈਨ ਬੋਲੀ ਸੀਗੀ ਕਿ ਜਿਹੜਾ ਇਨਸਾਨ ਰੈਸਟੋਰੈਂਟ ਦੇ ਵਿੱਚ ਬੈਠ ਕੇ ਇਕੱਲਾ ਖਾ ਸਕਦਾ ਅਤੇ ਇੱਕ ਮੂਵੀ ਹਾਲ ਦੇ ਵਿੱਚ ਇਕੱਲਾ ਬੈਠ ਕੇ ਫਿਲਮ ਦੇਖ ਸਕਦਾ, ਉਹ ਜ਼ਿੰਦਗੀ 'ਚ ਕੁਝ ਵੀ ਕਰ ਸਕਦਾ। ਕਿਉਂਕਿ ਸ਼ਾਇਦ ਆਪਣੇ ਆਪ ਨੂੰ ਪਛਾਣਨ ਲਈ ਜ਼ਰੂਰੀ ਹੈ ਕਿ ਤੁਸੀਂ ਥੋੜ੍ਹਾ ਸਮਾਂ ਆਪਣੇ ਨਾਲ ਵੀ ਬਿਤਾਓ। ਔਰ ਤੁਹਾਡੀਆਂ ਗੱਲਾਂ ਤੋਂ ਜਿਹੜਾ ਅੱਜ ਜ਼ਾਹਿਰ ਹੋਇਆ, ਜਿਵੇਂ ਤੁਸੀਂ ਯੂਥ ਦੇ ਬਾਰੇ ਗੱਲ ਕੀਤੀ ਹੈ, ਅਸੀਂ ਇੱਕ ਛੋਟੇ ਜਿਹੇ ਬਾਕਸ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਸ਼ੁਮਾਰ ਹੋਏ ਪਏ ਹਾਂ, ਪਰ ਦੇਖਿਆ ਜਾਵੇ ਅਸੀਂ ਇਕੱਲੇ ਹਾਂ ਔਰ ਆਪਣੇ ਵੱਲ ਝਾਤੀ ਨਹੀਂ ਮਾਰ ਰਹੇ, ਇਕੱਲੇ ਦੇ ਨਾਲ ਸਮਾਂ ਨਹੀਂ ਬਿਤਾ ਰਹੇ। ਅਸੀਂ ਇਕੱਲੇ ਹੁੰਦੇ ਹੋਏ ਵੀ ਆਪਣੇ ਆਪ ਨੂੰ ਬਹੁਤ ਸਾਰੀਆਂ ਚੀਜ਼ਾਂ ਨਾਲ ਬੰਨ੍ਹਿਆ ਹੋਇਆ, ਔਰ ਸ਼ਾਇਦ ਇਹੀ ਵਜ੍ਹਾ ਹੈ ਕਿ ਇੱਕ ਅੰਦਰੋਂ ਜਿਹੜੀਆਂ ਚੀਜ਼ਾਂ ਨਿਕਲ ਕੇ ਆ ਸਕਦੀਆਂ ਉਹਨਾਂ ਨੂੰ ਮੌਕਾ ਨਹੀਂ ਮਿਲ ਰਿਹਾ ਸੋ ਦੁਨਿਆਵੀ ਚੀਜ਼ਾਂ ਦੇ ਵਿੱਚ। ਬਿਲਕੁਲ ਐਕਚੁਅਲੀ ਮੇਨ ਕਾਰਨ ਇਹ ਹੈ ਕਿ ਨਵੀਂ ਤਕਨਾਲੋਜੀ ਨੇ ਸਾਨੂੰ, ਉਹਨੂੰ ਇੱਕ ਕਹਾਵਤ ਹੈ ਨਾ ਕਿ ਦੁਨੀਆ ਦੇ ਵਿਚਕਾਰ ਦੂਰੀਆਂ ਘਟ ਗਈਆਂ ਜੀ, ਪਰ ਆਪਣੇ ਵਿਚਕਾਰ ਦੂਰੀਆਂ ਵੱਧ ਗਈਆਂ। ਕੀ ਬਾਤ ਹੈ। ਤੁਸੀਂ ਜਦੋਂ ਤੁਹਾਡਾ ਦਿਲ ਕਰੇ ਮੋਬਾਈਲ ਮਿਲਾਓ, ਮੈਂ ਹੁਣੇ ਮੋਬਾਈਲ ਮਿਲਾਵਾਂਗਾ, ਕੈਨੇਡਾ ਬੈਠੀ ਵਾਮਕਾ ਜਿਹੜੀ ਹੈ ਹੁਣੇ ਵੀਡੀਓ 'ਤੇ ਆ ਜਾਏਗੀ ਜੀ। ਲੇਕਿਨ ਉਹ ਦੂਰੀ ਤਾਂ ਘਟ ਗਈ, ਲੇਕਿਨ ਸਮਾਜ ਦੇ ਵਿੱਚ ਜਿਹੜੀਆਂ ਰਿਸ਼ਤਿਆਂ ਦੇ ਵਿੱਚ ਜਿਹੜੀਆਂ ਦੂਰੀਆਂ ਸੀ ਨਾ, ਉਹ ਵਧਣਾ ਸ਼ੁਰੂ ਹੋ ਗਈਆਂ। ਅਸੀਂ ਬਹੁਤ ਜ਼ਿਆਦਾ ਸਵਾਰਥੀ ਹੁੰਦੇ ਜਾ ਰਹੇ ਹਾਂ।
ਸਾਨੂੰ ਲੱਗਦਾ ਕਿ ਮੈਨੂੰ ਕਿਸੇ ਦੀ ਜ਼ਰੂਰਤ ਨਹੀਂ, ਮੈਨੂੰ ਕਿਸੇ ਫਰੈਂਡ ਦੀ ਜ਼ਰੂਰਤ ਨਹੀਂ, ਮੈਨੂੰ ਕਿਸੇ ਦੀ ਜ਼ਰੂਰਤ ਨਹੀਂ ਹੈ। ਮੇਰੇ ਕੋਲ ਮੋਬਾਈਲ ਹੈ, ਮੋਬਾਈਲ 'ਤੇ ਤੁਹਾਡੇ 5-5 ਹਜ਼ਾਰ ਫਰੈਂਡ ਹੈ, 10-10 ਹਜ਼ਾਰ ਤੁਹਾਡੇ ਫਾਲੋਵਰ ਹੈ, ਲੇਕਿਨ ਹੈ ਤੁਸੀਂ ਇਕੱਲੇ। ਸੋ ਗੱਬੀ ਸਾਹਿਬ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਔਰ ਮੇਰੇ ਕੋਲੇ ਤੁਹਾਡੇ ਲਈ ਇੱਕ ਕੰਪਲੀਮੈਂਟ ਹੈਗਾ, ਔਰ ਉਹ ਇਹ ਹੈ ਕਿ ਤੁਸੀਂ ਐਕਚੁਅਲੀ ਟਰੂ ਆਰਟਿਸਟ ਹੋ। ਕਿਉਂਕਿ ਇੱਕ ਟਰੂ ਆਰਟਿਸਟ ਜਿਹੜਾ ਹੈਗਾ ਉਹ ਕੋਈ ਮੁਕਾਮ ਨਹੀਂ ਚਾਹੁੰਦਾ ਹੁੰਦਾ, ਉਹ ਸਿਰਫ ਇਹ ਚਾਹੁੰਦਾ ਕਿ ਮੈਂ ਆਪਣੀ ਕਲਾ ਨੂੰ ਪੇਸ਼ ਕਰ ਪਾਵਾਂ। ਔਰ ਜਿਵੇਂ ਜਿਵੇਂ ਤੁਹਾਨੂੰ ਮੌਕਾ ਮਿਲਿਆ ਤੁਸੀਂ ਆਪਣੀ ਕਲਮ ਦੇ ਨਾਲ ਆਪਣੀ ਕਲਾ ਨੂੰ ਪੇਸ਼ ਕੀਤਾ। ਜਦੋਂ ਤੁਹਾਨੂੰ ਮੌਕਾ ਮਿਲਿਆ ਤੁਸੀਂ ਗਾਇਕੀ ਨਾਲ ਕੀਤਾ, ਜਦੋਂ ਤੁਹਾਨੂੰ ਮੌਕਾ ਮਿਲਿਆ ਅਦਾਕਾਰੀ ਨਾਲ ਕੀਤਾ। ਸੋ ਵਿਸ਼ ਯੂ ਆਲ ਦੀ ਬੈਸਟ, ਔਰ ਰੱਬ ਕਰੇ ਜਿੱਦਾਂ ਤੁਸੀਂ ਹੁਣ ਤੱਕ ਆਪਣੀ ਕਲਾ ਦਾ ਪਸਾਰ ਕਰਦੇ ਆਏ ਹੋ ਇਸੇ ਤਰੀਕੇ ਨਾਲ ਅੱਗੇ ਕਰਦੇ ਰਹੋ। ਇਹ ਸਿਲਸਿਲਾ ਜਾਰੀ ਰਹੇਗਾ, ਉੱਪਰ ਵਾਲੇ ਦੀ ਮਿਹਰ ਚਾਹੀਦੀ ਹੈ। ਮੈਂ ਸਭ ਤੋਂ ਇੰਪੋਰਟੈਂਟ ਮੰਨਦਾ ਕਿ ਸਭ ਤੋਂ ਇੰਪੋਰਟੈਂਟ ਮਨੁੱਖ ਲਈ ਹੁੰਦਾ ਤੰਦਰੁਸਤ ਰਹਿਣਾ। ਪੈਸਾ ਆ ਜਾ ਸਕਦਾ ਹੈ, ਕਾਫੀ ਕੁਝ ਹੋ ਸਕਦਾ ਹੈ, ਪਰ ਜੇ ਤੁਹਾਡੀ ਸਿਹਤ ਠੀਕ ਨਹੀਂ ਹੈ ਨਾ, ਫਿਰ ਤੁਹਾਡੇ ਲਈ ਕੁਝ ਵੀ ਇੰਪੋਰਟੈਂਟ ਨਹੀਂ ਹੈ। ਸੋ ਰੱਬ ਸਾਰਿਆਂ ਨੂੰ ਚੰਗੀ ਸਿਹਤ ਦੇਵੇ, ਨਾਲ ਸਾਨੂੰ ਵੀ ਦੇਵੇ। ਸਿਹਤਾਂ ਚੰਗੀਆਂ ਰਹਿਣਗੀਆਂ ਤੇ ਅਸੀਂ ਗਾ ਵੀ ਲਵਾਂਗੇ, ਅਸੀਂ ਲਿਖ ਵੀ ਲਵਾਂਗੇ, ਅਸੀਂ ਅਦਾਕਾਰੀ ਵੀ ਕਰ ਲਾਂਗੇ। ਸੋ ਤੁਹਾਡੇ ਨਾਲ ਵੀ ਗੱਲਾਂ ਕਰਕੇ ਬੜਾ ਅੱਛਾ ਲੱਗਿਆ, ਬਹੁਤ ਅੱਛਾ ਲੱਗਿਆ। ਔਰ ਮੇਰੀ ਤਾਂ ਇਹੋ ਹੀ ਦੁਆ ਹੈ ਕਿ ਕੁੱਲ ਲੁਕਾਈ ਜਿਹੜੀ ਹੈ ਉਹ ਇੱਕ ਬਹੁਤ ਵਧੀਆ, ਇੱਕ ਸ਼ਾਂਤਮਈ, ਇੱਕ ਮਤਲਬ ਸਹਿਜ ਅਗਰ ਉਹ ਜੀਵਨ ਜਾਪਨ ਕਰ ਸਕੇ ਜੀ ਤਾਂ ਇਸ ਤੋਂ ਵੱਡੀ ਕੋਈ ਗੱਲ ਨਹੀਂ ਹੋਏਗੀ। ਸੋ ਅਸੀਂ ਤਾਂ ਇਹੋ ਹੀ ਦੁਆ ਕਰ ਸਕਦੇ ਹਾਂ ਹਰ ਕਿਸੇ ਵਾਸਤੇ। ਥੈਂਕ ਯੂ ਸੋ ਮਚ। ਠੀਕ ਹੈ ਸ਼ੇਖਰ ਜੀ, ਠੀਕ ਹੈ, ਥੈਂਕ ਯੂ। ਔਰ ਦਰਸ਼ਕਾਂ ਨੂੰ ਹੁਣ ਆਪਣਾ ਇਹ ਪ੍ਰੋਮਿਸ ਹੈ ਕਿ ਅਗਲੇ ਐਪੀਸੋਡ ਦੇ ਵਿੱਚ ਮਿਲਾਂਗੇ, ਕਿਸੇ ਹੋਰ ਐਬਸੋਲੂਟ ਦੇਸੀ ਕਲਾਕਾਰ ਦੇ ਨਾਲ ਮਿਲਾਵਾਂਗੇ। ਆਈ ਹੋਪ ਅੱਜ ਦਾ ਜਿਹੜਾ ਐਪੀਸੋਡ ਹੈ ਤੁਸੀਂ ਇੰਜੋਏ ਵੀ ਕੀਤਾ ਹੋਊਗਾ, ਨਾਲ ਹੀ ਨਾਲ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਹੋਵੇਗਾ। ਮਿਲਦੇ ਹਾਂ ਅਗਲੇ ਐਪੀਸੋਡ ਦੇ ਵਿੱਚ। ਤੁਸੀਂ ਦੇਖਦੇ ਰਹੋ ਹਮਦਰਦ ਟੀਵੀ, ਕਿਉਂਕਿ ਹੋਰ ਬਹੁਤ ਸਾਰੇ ਪ੍ਰੋਗਰਾਮ ਆਉਣੇ ਨੇ। ਟੇਕ ਕੇਅਰ। ਐਬਸੋਲੂਟ ਦੇਸੀ ਮੁੰਡਾ ਪਿੱਛੇ ਨਹੀਂ ਉਹ ਹਟਦਾ, ਇੰਚ ਸਾਡਾ ਏ ਉੱਚਾ ਬੱਲੀਏ ਛੇਤੀ ਦਿਲ ਨਹੀਂ ਹਰਦਾ। ਉਹ ਮੈਂ ਕਿਹਾ ਮੈਂ ਐਬਸੋਲੂਟ ਦੇਸੀ, ਮੈਂ ਕਿਹਾ ਮੈਂ ਲੋਈ ਅਖਤਰ ਸ਼ੇਖਰ ਰਾਏ।